ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ। नमस्कार, आदाब, सत श्री अकाल। हमदर्द टीवी देखने वाले सारे दर्शकों का स्वागत है प्रोग्राम न्यूज़ एंड व्यूज़ विच। मैं हाँ तरनजीत कौर घुम्मण हाज़र हाँ जी लैके तुहाडा अपना प्रोग्राम। हुण तक दीआं जिहड़ियां खास खबरां ने उन्हां उत्ते आपां विचार वटांदरा करांगे। कोई खबर तुहाडे कोल अजिही हैगी है या फिर तुहाडे कोल अजिही कोई जानकारी है जो तुसीं साडे नाल या साडे दर्शकों के नाल सांझी करना चाहुंदे हो, तां सानूं अज दे लाइव प्रोग्राम विच तुसीं कॉल कर सकदे हो। टोरंटो समय के मुताबिक 6:07 हो चुके हैं। थोड़ा जिहा असीं लेट जरूर हैगे हां पर खबरां लैके हाज़र हां जी। तुहानूं दस दईए साडा इह प्रोग्राम तुसीं फेसबुक ते भी नाल दी नाल देख सकदे हो ते यूट्यूब के उत्ते हमदर्द मीडिया ग्रुप के पेज से भी देख सकते हो। सो जेकर तुहानूं टीवी के उत्ते कोई प्रॉब्लम आ रही है देखने के लिए, तो तुसीं तुहाडे कोल फेसबुक का अकाउंट नहीं है तो तुसीं यूट्यूब नूं जाओ, यूट्यूब ते जाके तुसीं हमदर्द मीडिया ग्रुप का पेज भरो उत्थे ते नाल दी नाल साडा प्रोग्राम लाइव तुसीं उत्थे देख सकते हो बिना किसी विघन दे। सो जिहड़ियां तुहानूं टैक्नीकल प्रॉब्लम्स आ रही हैं उन्होंने असीं सॉर्ट आउट करने की पूरी कोशिश विच लगे हुए हैं। सो प्रोग्राम की शुरुआत में अज जिहड़ियां खबरां असीं डिस्कस करनियां ने उहदे विचों जिहड़ियां प्रमुख खबरां ने उहदे विच तुहानूं दस दईए कि सर्ब बेनीफिट्स जिन्हां कोल वाधू गए सी उन्हां नूं हुण बेनीफिट्स मोड़न की लोड़ नहीं। ਇਹ ਕਿਹਨਾਂ ਨੇ ਕਿਹਾ, ਕਿਉਂ ਕਿਹਾ ਤੇ ਕਿਹੜੇ ਅਜਿਹੇ ਨੇ ਜਿਹੜੇ ਇਸ ਕੈਟਾਗਰੀ ਵਿੱਚ ਆਉਂਦੇ ਨੇ ਜਿਨ੍ਹਾਂ ਨੇ ਵਾਧੂ ਬੈਨੀਫਿਟਸ ਲਏ ਸੀ ਉਹਨਾਂ ਨੂੰ ਮੋੜਨ ਦੀ ਲੋੜ ਨਹੀਂ। ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਅਸੀਂ ਗੱਲਬਾਤ ਕਰਾਂਗੇ ਕਿ ਕੁਆਰੰਟੀਨ ਨੂੰ ਲੈ ਕੇ ਕੱਲ ਬਹੁਤ ਸਾਨੂੰ ਕੁਐਸਚਨਸ ਆ ਰਹੇ ਸੀ ਕਿ ਸਰਕਾਰ ਕਦੋਂ ਤੋਂ ਇਸ ਦੇ ਬਾਰੇ ਵਿੱਚ ਗੱਲਬਾਤ ਕਰ ਸਕਦੀ ਹੈ, ਕਦੋਂ ਤੋਂ ਇਹ ਲਾਗੂ ਹੋਏਗਾ। ਸਰਕਾਰ ਦੀ ਡੇਟ ਆ ਚੁੱਕੀ ਹੈ ਜੀ, ਕਦੋਂ ਤੋਂ ਕੁਆਰੰਟੀਨ ਸ਼ੁਰੂ ਕਰਨਾ ਆ। ਸੋ ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਨਾਲ ਦੀ ਨਾਲ ਅਸੀਂ ਗੱਲਬਾਤ ਕਰਾਂਗੇ ਕਿ इंश्योरेंस के बारे ਅਸੀਂ हमेशा कह रहे हैं इस वक्त कि ब्रामटन च इंश्योरेंस ज़्यादा आ, ऑटो इंश्योरेंस के रेट्स बहुत ज़्यादा हाई जा रहे हैं, लोकी की हथकंडे अपना रहे हैं जिस करके इंश्योरेंस के रेट्स भी वध रहे हैं। ये बारे भी ਅਸੀਂ गलबात करांगे। किसी मुद्दे उत्ते ਤੁਸੀਂ अपना कोई इस वक्त राय रखना चाਹੁੰਦੇ ਹੋ ਸਾਨੂੰ कॉल कर सकते हो। प्रोग्राम की शुरुआत में सब तो पहला जोड़ लेना जी मेरे सहयोगी मरगिंद नाची ਨੂੰ। स्वागत है सर। ਕਰਨ ਤੁਹਾਨੂੰ ਦਰਸ਼ਕਾਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਜੀ। ਡੇਰਾ ਲਾ ਕੇ ਬਹਿ ਨਾ ਜਾਵੇ ਸਾਡੇ ਪਿੰਡ ਤਕਰਾਰ ਦਾ ਮੌਸਮ, ਇਸ ਦੇ ਪਿੱਛੇ ਪਿੱਛੇ ਆਉਂਦਾ ਅਕਸਰ ਹੀ ਤਲਵਾਰ ਦਾ ਮੌਸਮ। ਪਿੱਪੜ ਥੱਲੇ ਬਈਏ ਜਾਂ ਫਿਰ ਗੋਲ ਮੇਜ਼ ਤੇ ਕਰੀਏ ਗੱਲਾਂ, ਸਦਾ ਲਿਆਕਤ ਜਿੱਤ ਜਾਂਦੀ ਏ, ਹਰ ਜਾਂਦਾ ਏ ਹਥਿਆਰ ਦਾ ਮੌਸਮ। ਮੱਖੀ ਮੱਛਰ ਵਾਂਗੂ ਘੇਰੇ ਮਨ ਮਸਤਕ ਤੇ ਸੋਚ ਵਿਚਾਰਾਂ, ਚਿਹਰਾ ਬਦਲ ਬਦਲ ਕੇ ਡੰਗੇ ਟੀਵੀ ਤੇ ਅਖਬਾਰ ਦਾ ਮੌਸਮ। ਧਰਮ ਗ੍ਰੰਥੋਂ ਪੱਤਰੇ ਪਾੜੇ, ਗੀਤਾ ਅਤੇ ਕੁਰਾਨ ਨਾ ਬਖਸ਼ੇ, ਕੀ ਰੰਗ ਦਿਖਾਏ ਸਾਨੂੰ ਤਿੱਖੇ ਚੋਣ ਬੁਖਾਰ ਦਾ ਮੌਸਮ। ਕੀ ਰੰਗ ਦਿਖਾਏ ਸਾਨੂੰ ਤਿੱਖੇ ਚੋਣ ਬੁਖਾਰ ਦਾ ਮੌਸਮ। बिल्कुल जी सर। सत्ता ਲਈ कुछ भी कहते हैं, कोई जब कुर्सी होंगी ना कुर्सी ਦੇ ਅੱਗੇ ਕੋਈ ਕੁਛ ਨਹੀਂ ਹੈਗਾ, ਹਰ ਕੋਈ ਇੱਕੋ ਹੀ ਹੈ ਬਸ, ਫਿਰ ਤਾਂ ਕੁਰਸੀ ਉਹ ਕੁਰਸੀ ਹੈ। ਜਦੋਂ ਤਰਨ ਤੁਹਾਨੂੰ ਵੋਟ ਦਾ ਢੰਗ ਲੱਭ ਗਿਆ, ਪਤਾ ਤੁਹਾਨੂੰ ਪੈਣੀ ਹੋਈ ਪੈਣੀ ਆ, ਤਾਂ ਫਿਰ ਡਰ ਕਾਹਦਾ? ਕਿਹੜੀ ਗੱਲ ਆ? ਚਾਹੇ ਤੁਸੀਂ ਪਾਰਲੀਮੈਂਟ 'ਚ ਜਾ ਕੇ ਕੁਛ ਕਹੋ, ਚਾਹੇ ਪਾਰਲੀਮੈਂਟ ਦੇ ਬਾਹਰ ਕਹੋ ਕੁਛ, ਤੁਹਾਨੂੰ ਕਿਸੇ ਨੇ ਪੁੱਛਣਾ ਨਹੀਂ ਹੈ। ਮੇਰੇ ਖਿਆਲ ਆ ਯੂ ਆਰ ਵੈਰੀ ਓਵਰ ਕੌਨਫੀਡੈਂਟ ਤੁਹਾਨੂੰ ਜਦੋਂ ਇਹੋ ਜਿਹੀ ਗੱਲ ਹੋ ਜਾਂਦੀ ਹੈ। ਉਹ ਕਹਿੰਦੇ ਅੱਤ ਤੇ ਅਤੀ ਮਾੜੀ ਹੋ ਸਕਦੀ ਆ, ਸੋ ਓਵਰ ਕੌਨਫੀਡੈਂਸ ਵੀ ਮਾੜਾ ਹੋ ਸਕਦਾ, ਕੁਛ ਨਹੀਂ ਪਤਾ, ਮਸ਼ੀਨਾਂ 'ਚ ਕੋਈ ਖਰਾਬੀ ਵੀ ਆ ਸਕਦੀ ਆ। ਮੈਂ ਤਾਂ ਮਸ਼ੀਨਾਂ ਦੀ ਗੱਲ ਕੀਤੀ ਨਹੀਂ ਹੈ ਤਰਨ, ਤੁਹਾਨੂੰ ਕਿੱਥੋਂ ਪਤਾ ਲੱਗਾ ਮੈਂ ਮਸ਼ੀਨ ਦੀ ਗੱਲ ਕੀਤੀ ਹੈ? ਬਸ ਥੋੜਾ ਬਹੁਤ ਅਸੀਂ ਵੀ ਅੰਤਰ ਇਹ ਦੇਖੋ, ਵੈਸੇ ਤੁਹਾਨੂੰ ਦੱਸਦਾ ਜੀ, ਜਿਹੜਾ ਸਾਈਡ ਦੇ ਉੱਤੇ ਤਰਨ ਸ਼ੀ ਇਜ਼ ਅ ਮਾਈਂਡ ਰੀਡਰ ਐਜ਼ ਵੈਲ। ਜਦੋਂ ਤੁਸੀਂ ਫੋਨ ਵੀ ਕਰਦੇ ਹੋ ਤਾਂ ਬਹੁਤੀ ਵਾਰੀ ਇਹਨਾਂ ਨੂੰ ਪਤਾ ਹੁੰਦਾ ਹੈ ਕਿ ਤੁਹਾਡੇ ਮਨ ਦੇ ਵਿੱਚ ਵੀ ਕੀ ਵਿਚਾਰਾਂ ਚੱਲ ਰਹੀਆਂ। ਸੋ ਪਲੀਜ਼ ਧਿਆਨ ਦੇ ਨਾਲ। ਬਿਲਕੁਲ ਜੀ। ਸੋ ਸਾਵਧਾਨ ਰਹੋ। ਖਬਰਾਂ ਤੇ ਆਉਂਦੇ ਆ ਜੀ, ਬਿਲਕੁਲ ਖਬਰਾਂ ਦਾ ਸਿਲਸਿਲਾ ਅਸੀਂ ਜਾਰੀ ਕਰਦੇ ਹਾਂ। ਤੁਸੀਂ ਕੋਈ ਵੀ ਤੁਸੀਂ ਆਪਣੀ ਰਾਏ ਦੇਣਾ ਚਾਹੁੰਦੇ ਹੋ ਸਾਨੂੰ ਅੱਜ ਕਾਲ ਕਰ ਸਕਦੇ ਹੋ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਕੱਲ ਸਾਨੂੰ ਕਾਫੀ ਕਾਲਰਸ ਕਾਲ ਕਰਕੇ ਪੁੱਛ ਰਹੇ ਸੀ ਕਿ ਕਦੋਂ ਤੋਂ ਸ਼ੁਰੂਆਤ ਹੋ ਸਕਦੀ ਹੈ। ਸਰ ਆਖਿਰਕਾਰ ਸਰਕਾਰ ਨੇ ਅੱਜ ਦੱਸ ਦਿੱਤਾ ਕੁਆਰੰਟਾਈਨ ਕਦੋਂ ਤੋਂ ਸ਼ੁਰੂ ਕਰਨਾ ਆ ਤੇ ਕਦੋਂ ਤੋਂ ਜਾ ਕੇ ਜਿਹੜਾ $2000 ਜਿਹੜੇ ਆ ਇੱਥੇ ਆਉਣ ਲਈ ਤੁਹਾਨੂੰ ਜ਼ਰੂਰੀ ਦੇਣੇ ਪੈਣਗੇ। ਹਾਂ ਤਰਨ, ਜਿਹੜਾ 2000 ਵਾਲਾ ਕੰਮ ਆ ਹਜੇ ਪੂਰੀ ਅਨਾਉਂਸਮੈਂਟ ਨਹੀਂ ਹੋਈ, ਪਰ ਇੱਕ ਅਨਾਉਂਸਮੈਂਟ ਹੋਰ ਹੋ ਗਈ ਹੈ। ਉਹ ਅਨਾਉਂਸਮੈਂਟ ਇਹ ਹੋਈ ਹੈ ਜੀ, ਜਿਹਨੇ ਵੀ ਲੈਂਡ ਤੋਂ ਬਾਰਡਰ ਕ੍ਰਾਸ ਕਰਨੇ ਆ ਉਹਨਾਂ ਕੋਲੇ ਵੀ, ਜਿਵੇਂ ਹੁਣ ਤੁਸੀਂ ਬਾਈ 에ਅਰ ਆਉਣੇ ਆ ਤਾਂ ਤੁਹਾਡੇ ਕੋਲ ਸਰਟੀਫਿਕੇਟ ਹੋਣਾ ਚਾਹੀਦਾ ਕੋਵਿਡ ਦੀ ਨੈਗੇਟਿਵਿਟੀ ਦਾ। ਸੇਮ ਸਰਟੀਫਿਕੇਟ ਹੁਣ ਦੀ 15 ਤਾਰੀਖ ਤੋਂ 15 ਫਰਵਰੀ ਤੋਂ ਇਹ ਲਾਗੂ ਹੋਇਆ ਜੀ। ਜਿਹਨੇ ਵੀ ਬਾਰਡਰ ਕ੍ਰਾਸ ਕਰਨਾ ਬਾਏ ਲੈਂਡ ਉਹਦੇ ਕੋਲੇ ਵੀ ਨੈਗੇਟਿਵਿਟੀ ਦਾ ਸਰਟੀਫਿਕੇਟ ਹੋਣਾ ਚਾਹੀਦਾ ਜੀ। ਔਰ ਮੈਨੂੰ ਇਉਂ ਲੱਗਦਾ ਸ਼ਾਇਦ ਤਰ ਮੈਨੂੰ ਜਿਹੜੀ ਕੱਲ੍ਹ ਨਿਊਜ਼ੀਲੈਂਡ ਤੋਂ ਆਈ ਸੀਗੀ ਉਹ ਕੱਟੀ ਗਈ ਸੀ, ਸੌਰੀ ਮੈਂ ਫਿਰ ਮਾਫੀ ਚਾਹੁੰਦਾ ਜੀ। ਸ਼ਾਇਦ ਹੋ ਸਕਦਾ ਉਹਨਾਂ ਨੂੰ ਨਾ ਪੇ ਕਰਨ, ਕਿਉਂਕਿ ਜੇ 15 ਤਾਰੀਖ ਹੁਣ ਅਨਾਊਂਸ ਕੀਤੀ ਹੈ ਅਤੇ ਚਾਂਸਿਸ ਇਹ ਹੈ ਕਿ ਸਰਕਾਰ 15 ਤਰੀਕ ਤੋਂ ਪਹਿਲਾਂ ਸ਼ਾਇਦ 2000 ਨੂੰ ਨਾ ਕਰੇ, 15 ਤਰੀਕ ਤੋਂ ਬਾਅਦ ਦੇ ਵਿੱਚ ਉਸ ਚੀਜ਼ ਨੂੰ ਲੈ ਕੇ ਆਏ। ਸ਼ਾਇਦ ਜਿਹਨਾਂ ਨਿਊਜ਼ੀਲੈਂਡ ਤੋਂ ਅਸੀਂ maybe it's going to be borderline, going to be very tight, but I hope ਤੁਸੀਂ ਇਸ ਗੱਲ ਤੋਂ ਸਰਵਾਈਵ ਕਰਦੇ ਹੋ ਜੀ। ਸਰਕਾਰ
ਇਸ ਗੱਲ ਦੇ ਉੱਤੇ ਬਹੁਤ ਹੁਣ ਸਖਤ ਹੋਈ ਹੈ ਕਿਉਂਕਿ ਚਾਹੇ ਕੁਛ ਵੀ ਹੈ ਸਿਆਸਤ ਵੀ ਵਿੱਚ ਆਉਂਦੀ ਹੈ ਤੇ ਵੈਸੇ ਵੀ ਚਾਹੁੰਦੇ ਆ ਅੱਜ ਵੈਸੇ 1000 ਦੇ ਨੇੜੇ ਕੇਸਿਸ ਨੇ ਅੰਟਾਰੀ ਦੇ ਇੱਕ ਬੜੀ ਵੱਡੀ ਗੱਲ ਹੀ ਹੈ ਪਰ 1500 ਤੋਂ ਸਿੱਧਾ 1000 ਬੜਾ ਵੱਡਾ ਨੰਬਰ ਤੀਜਾ ਹਿੱਸਾ ਡਿੱਗ ਪਿਆ ਨੰਬਰ ਬੜਾ ਵੱਡਾ ਨੰਬਰ ਡਿੱਗਿਆ ਔਰ ਚੰਗੀ ਹੈ ਇਟਸ ਗੋਇੰਗ ਇਨ ਦ ਰਾਈਟ ਡਾਇਰੈਕਸ਼ਨ ਪਰ ਇਹ ਤੋਂ ਹਲੇ ਪਲੀਜ਼ ਇਉਂ ਨਾ ਕਹੋ ਵੀ ਹੁਣ ਹਜ਼ਾਰ ਹੀ ਰਹਿ ਗਿਆ ਤਾਂ ਗੱਲ ਮੁੱਕ ਚੱਲੀ ਹੈ ਨਹੀਂ ਜੀ ਹਲੇ ਮੁੱਕ ਨਹੀਂ ਦੂਸਰੇ ਕਨਸਟ੍ਰੇਂਟਸ ਜਿਹੜਾ ਇੰਗਲੈਂਡ ਵਾਲਾ ਹੈਗਾ ਸਾਊਥ ਅਫਰੀਕਾ ਵਾਲਾ ਹੈਗਾ ਤੇ ਬ੍ਰਾਜ਼ੀਲ ਵਾਲਾ ਹੈਗਾ ਬ੍ਰਾਜ਼ੀਲ ਵਾਲਾ ਹੁਣ ਨਵਾਂ ਸ਼ੁਰੂ ਹੋਇਆ ਹੈ ਜੀ ਸਟਿਲ ਵੀ ਹੈਵ ਟੂ ਬੀ ਵੈਰੀ ਕੇਅਰਫੁਲ ਜੇ ਆਪਾਂ ਕਲੈਕਟਿਵਲੀ ਇਹ ਗੱਲ ਕਰਾਂਗੇ ਤਾਂ ਕਿਸ ਦਿਨ ਜ਼ੀਰੋ ਵੀ ਹੋ ਜਾਏਗਾ ਜੀ ਬਿਲਕੁਲ ਜੀ ਤੇ ਉਮੀਦ ਕਰਦੇ ਹਾਂ ਕਿ ਛੇਤੀ ਜ਼ੀਰੋ ਹੋਵੇ ਤੇ ਛੇਤੀ ਟਰੈਵਲ ਬੈਨ ਵੀ ਜਿਹੜਾ ਥੋੜੀਆਂ ਇਹਦੇ ਵਿੱਚ ਰਿਸਟ੍ਰਿਕਸ਼ਨ 'ਚ ਈਜ਼ ਹੋਵੇ ਤੇ ਸਰ ਅਗਲੀ ਖਬਰ ਵੱਲ ਰੁਖ ਕਰਦੇ ਹਾਂ ਸਰਫ ਬੈਨੀਫਿਟਸ ਨੂੰ ਲੈ ਕੇ ਖਬਰ ਹੈਗੀ ਆ ਅਸੀਂ ਦੇਖਿਆ ਸੀ ਕਿ ਸਰ ਆਪਾਂ ਕੱਲ ਵੀ ਥੋੜਾ ਜਿਹਾ ਟੌਪਿਕ ਛੇੜਿਆ ਸੀ ਸਰਕਾਰ ਨੇ ਕਿਹਾ ਸੀ ਕਿ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਜਾਂ ਗਲਤੀ ਨਾਲ ਬੈਨੀਫਿਟਸ ਲੈ ਲਿਆ ਉਹਨਾਂ ਨੂੰ ਵਾਪਸ ਕਰਨੇ ਪੈਣੇ ਆ ਜੇ ਨਹੀਂ ਕੋਈ ਵਾਪਸ ਕਰਦਾ ਤਾਂ ਉਹਨਾਂ ਨੂੰ ਸਜ਼ਾ ਵੀ ਸ਼ਾਇਦ ਹੋ ਸਕਦੀ ਆ ਹਾਂ ਤਰਨ ਜਿਹੜੇ ਸੌਰੀ ਨਹੀਂ ਸਰ ਅਸੀਂ ਕੈਨੇਡੀਅਨ ਲੋਕ ਆ ਅਸੀਂ ਗਲਤ ਤਰੀਕੇ ਨਾਲ ਕੋਈ ਕੰਮ ਨਹੀਂ ਕਰਦੇ ਹਾਂ ਗਲਤੀ ਨਾਲ ਹੋ ਸਕਦਾ ਹੈਗਾ ਚਾਂਸਸ ਇਹ ਆ ਕਿਉਂਕਿ ਜਿਹੜੇ ਸਰਵ ਦੀ ਗੱਲ ਸੀਗੀ ਉਹੀ 5000 ਦੀ ਗੱਲ ਆ ਕਿ ਬਿਫੋਰ ਔਰ ਆਫਟਰ ਟੈਕਸਿਸ ਉਹ ਕਈਆਂ ਨੇ ਭੁਲੇਖੇ ਨਾਲ ਜੇ ਭਰਤਾ ਗਿਆ ਔਰ ਲੈਟਰਸ ਤਕਰੀਬਨ 4 ਲੱਖ ਤੋਂ ਉੱਪਰ ਲੈਟਰਸ ਗਈਆਂ ਨੇ ਜਿਹੜੀਆਂ ਸਰਕਾਰ ਨੇ ਭੇਜੀਆਂ ਨੇ ਵੀ ਤੁਹਾਡੇ ਕੋਲੇ ਗਲਤੀ ਨਾਲ ਪੈਸੇ ਆਏ ਹੋਏ ਨੇ ਤੁਸੀਂ ਐਕਸਪਲੇਨ ਕਰੋ ਉਹਦਾ ਰੀਜ਼ਨ ਇਹ ਨਹੀਂ ਹੈ ਕਿ ਕਿਸੇ ਨੇ ਜਾਣ ਕੇ ਕੀਤਾ ਹੋਊਗਾ ਉਹਦਾ ਰੀਜ਼ਨ ਇਹ ਵੀ ਹੋ ਸਕਦਾ ਕਿ ਜਦੋਂ ਕਾਰਨ ਭਰਿਆ ਜਾਂਦਾ ਤੁਹਾਨੂੰ ਕੌਜ਼ ਦੇਣਾ ਵੀ ਕਿਹੜੀ ਗੱਲ ਕਰਕੇ ਤੁਹਾਡੇ ਹਟੇ ਹੋਏ ਆ ਐਕਚੁਅਲੀ ਇਹ ਸੀ ਕਿ ਸਰਕਾਰ ਨੂੰ ਪਹਿਲਾਂ ਖੁਦ ਵੀ ਪਤਾ ਨਹੀਂ ਸੀਗਾ ਕਿਉਂਕਿ ਬਾਰ-ਬਾਰ ਉਹਨਾਂ ਨੇ ਥੋੜੀ ਦੇਰ ਬਾਅਦ ਵਿੱਚ ਉਹਦੇ ਅਮੈਂਡਮੈਂਟਸ ਕਰਦੇ ਰਹੇ ਆ ਕਿ ਨਹੀਂ ਇਹ ਵਾਲੇ ਸਿਰਫ ਅਪਲਾਈ ਕਰ ਸਕਦੇ ਜਦੋਂ ਸਟਾਰਟਿੰਗ ਹੋਈ ਆ ਉਦੋਂ ਬਹੁਤਿਆਂ ਨੂੰ ਨਹੀਂ ਪਤਾ ਸੀ ਕਿ ਐਲੀਜੀਬਿਲਿਟੀ ਕੀ ਹੈ ਹੌਲੀ ਕਰਕੇ ਸਰਕਾਰ ਨੇ ਵੀ ਇਹਦੇ ਵਿੱਚ ਕੁਝ ਚੇਂਜਸ ਕੀਤੇ ਤਾਂ ਕਰਕੇ ਕਈ ਲੋਕਾਂ ਨੂੰ ਜਿਹੜਾ ਨਹੀਂ ਪਤਾ ਲੱਗਿਆ ਤੇ ਕਈਆਂ ਨੇ ਆਪਾਂ ਨੂੰ ਕਾਲ ਵੀ ਕੀਤੀ ਹੈ ਕਿ ਸਾਡੇ ਕੋਲ ਆ ਗਿਆ ਤੇ ਅਸੀਂ ਵਾਪਸ ਕਰਨਾ ਚਾਹੁੰਦੇ ਹਾਂ ਹਾਂ ਤਰਨ ਸਰਕਾਰ ਨੂੰ ਵੀ ਨਹੀਂ ਸੀ ਪਤਾ ਕੀ ਕਰਨਾ ਉਦੋਂ ਹਫੜਾ ਦਫੜੀ ਮੱਚੀ ਹੋਈ ਸੀਗੀ ਸਰਕਾਰ ਨੇ ਜਿਹੜੇ ਫੈਸਲੇ ਲਏ ਉਹ ਜਿਹਨੂੰ ਪੰਜਾਬੀ 'ਚ ਆਪਾਂ ਧੱਤ ਭੜੱਤੀ 'ਚ ਲਏ ਫੈਸਲੇ ਹੈਗੇ ਨੇ ਔਰ ਮੇਰਾ ਖਿਆਲ ਆ ਉਹ ਠੀਕ ਗੱਲ ਕੀਤੀ ਆ ਉਸ ਵੇਲੇ ਜੇ ਕਿਤੇ ਅਜਿਹਾ ਕੁਝ ਨਾ ਕੀਤਾ ਜਾਂਦਾ ਤਾਂ ਜਿਹੜੀ ਸੁਸਾਇਟੀ ਆ ਕਈ ਵਾਰੀ ਡਿਸਮੈਂਟਲ ਹੋਣ ਦੇ ਚਾਂਸਸ ਹੁੰਦੇ ਆ ਖੋਖੋਈਆਂ ਹੋਣ ਲੱਗ ਜਾਂਦੀਆਂ ਸਰਕਾਰ ਨੂੰ ਇਸ ਗੱਲ ਦਾ ਪਤਾ ਸੀ ਉਹ ਸਰਕਾਰ ਨੇ ਪਹਿਲਾ ਕੰਮ ਕੀਤਾ ਤੁਸੀਂ ਪੈਸੇ ਲਓ ਕੰਮ ਛੱਡੋ ਘਰੇ ਬੈਠੋ ਲੈਟਸ ਕੰਟਰੋਲ ਦਾ ਕੋਵਿਡ ਤਾਂ ਅਸੀਂ ਤੁਹਾਨੂੰ ਪੈਸੇ ਦੇਵਾਂਗੇ ਘਰ ਬੈਠਣ ਦੇ ਔਰ ਇਹ ਚੰਗੀ ਗੱਲ ਕੀਤੀ ਆ ਉਹਦੇ ਵਿੱਚ ਕਿਉਂਕਿ ਫੈਸਲੇ ਬਹੁਤ ਕਾਹਲ ਦੇ ਵਿੱਚ ਫੈਸਲਾ ਲੈ ਕੇ ਆਉਂਦਾ ਦੂਰ ਅੰਦੇਸ਼ੀ ਕਈ ਵਾਰੀ ਕੰਮ ਨਹੀਂ ਕਰਦੀ ਹੈਗੀ ਆ ਪਰ ਜਿਉਂ ਸਮਾਂ ਪੈਂਦਾ ਤਿਉਂ ਤੋਂ ਸਰਕਾਰ ਦੇ ਮਨ ਦੇ ਵਿੱਚ ਆਉਣ ਲੱਗ ਪਈ ਇਹ 'ਚ ਕੀ ਨੁਕਸ ਹੈਗਾ ਸਰਕਾਰ ਨੇ ਉਹ ਨੁਕਸਾਂ ਨੂੰ ਕੋਸ਼ਿਸ਼ ਕੀਤੀ ਹੈ ਦੂਰ ਕਰਨ ਦੀ ਔਰ ਦੂਰ ਹੋ ਗਏ ਨੇ ਜਿਨ੍ਹਾਂ ਨੂੰ ਗਲਤੀ ਨਾਲ ਚਲੇ ਗਏ ਆਲਮੋਸਟ ਸਭ ਨੂੰ ਤਰਨ ਮੈਂ ਇਹ ਗੱਲ ਕਹਿ ਰਿਹਾ ਆਲਮੋਸਟ ਸਭ ਨੂੰ ਨਹੀਂ ਮੋੜਨੇ ਪੈਣਗੇ ਪਰ ਕੁਝ ਐਸੇ ਹੈਗੇ ਜੀ ਜਿਨ੍ਹਾਂ ਨੂੰ ਮੋੜਨੇ ਪੈਣਗੇ ਮੇਰਾ ਖਿਆਲ ਹੈ ਜਿਹੜੇ ਹੁਣ ਤੱਕ ਲੈਟਰਸ ਆਏ ਨੇ ਉਹਨਾਂ ਦਾ ਤੁਹਾਨੂੰ ਜਵਾਬ ਦੇਣ ਦੀ ਕੋਈ ਲੋੜ ਨਹੀਂ ਆ ਜੇ ਕਿਤੇ ਹੋਰ ਗੱਲ ਹੋਗੀ ਤਾਂ ਤੁਹਾਨੂੰ ਬਟ ਸਟਿਲ ਚੈੱਕ ਵਿਦ ਦ ਗਵਰਨਮੈਂਟ ਪਰ ਜਿਹੜਾ ਨਵਾਂ ਲੈਟਰ ਆਏਗਾ ਉਹਦੇ ਮੁਤਾਬਕ ਸ਼ਾਇਦ ਤੁਹਾਨੂੰ ਐਕਸ਼ਨ ਕਰਨਾ ਪਵੇਗਾ ਸੋ ਫਾਰ ਜੋ ਅੱਜ ਪ੍ਰਾਈਮ ਮਿਨਿਸਟਰ ਸਾਹਿਬ ਨੇ ਜਿਹੜੀ ਅਨਾਉਂਸਮੈਂਟਸ ਹੋਈ ਹੈ ਉਹਦੇ ਵਿੱਚ ਇਹ ਕਿਹਾ ਗਿਆ ਕਿ ਜਿਨ੍ਹਾਂ ਨੂੰ CERB ਮੈਂ CRB ਦੀ ਗੱਲ ਨਹੀਂ ਜੀ ਕਰ ਰਿਹਾ CERB 7 ਮਹੀਨੇ ਵਾਸਤੇ ਸੀ CRB ਉਦੋਂ ਬਾਅਦ ਸ਼ੁਰੂ ਹੋਇਆ ਜੀ CERB ਜਿਹਦੇ ਗਲਤੀ ਨਾਲ ਗਏ ਹੋਏ ਨੇ 5000 ਤੇ ਪਲੱਸ ਜਿਹੜਾ ਵਿਦ ਟੈਕਸ ਔਰ ਵਿਦਆਊਟ ਟੈਕਸ ਹੈ ਜਿਹੜਾ ਉਹ ਭੁਲੇਖਾ ਸੀਗਾ ਉਸ ਵਾਸਤੇ ਜਸਟ CERB ਉਹਦੇ ਵਾਸਤੇ ਸਰਕਾਰ ਨੇ ਛੋਟ ਦਿੱਤੀ ਹੈਗੀ ਆ ਫਿਰ ਵੀ ਤੁਹਾਨੂੰ ਆਪਣੇ ਜਿਹੜੇ ਅਕਾਊਂਟੈਂਟਸ ਹੈਗੇ ਆ ਉਹਨਾਂ ਨਾਲ ਜ਼ਰੂਰ ਚੈੱਕ ਕਰ ਲੈਣਾ ਚਾਹੀਦਾ ਬਿਲਕੁਲ ਸਰਕਾਰ ਨੇ ਇਹ ਕਿਹਾ ਵਾ ਕਿ ਤੁਹਾਨੂੰ ਅਸੀਂ ਮਜਬੂਰ ਨਹੀਂ ਕਰ ਰਹੇ ਹੈਗੇ ਪੈਸੇ ਵਾਪਸ ਕਰਨ ਦੇ ਲਈ ਤੇ ਮਤਲਬ ਤੁਹਾਡੇ ਆਪ ਦੇ ਉੱਤੇ ਆ ਕਿ ਤੁਸੀਂ ਮੋੜਨਾ ਚਾਹੁੰਦੇ ਹੋ ਜਾਂ ਨਹੀਂ ਮੋੜਨਾ ਚਾਹੁੰਦੇ ਪਰ ਸਰਕਾਰ ਤੁਹਾਨੂੰ ਮਜਬੂਰ ਨਹੀਂ ਕਰੇਗੀ ਦਰਸ਼ਕਾਂ ਨੂੰ ਸਵਾਲ ਜ਼ਰੂਰ ਹੈ ਕਿ ਸਰਵ ਬੈਨੀਫਿਟਸ ਜਿਨ੍ਹਾਂ ਨੂੰ ਗਲਤੀ ਨਾਲ ਚਲੇ ਗਏ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਵਾਪਸ ਸਰਕਾਰ ਨੂੰ ਲੈਣੇ ਚਾਹੀਦੇ ਆ ਜਾਂ ਨਹੀਂ ਲੈਣੇ ਚਾਹੀਦੇ ਸਰ 14,000 ਦੀ ਅਮਾਉਂਟ ਮੰਨ ਕੇ ਚੱਲੀਏ ਜੇ ਅਸੀਂ 7 ਮਹੀਨੇ ਦੀ ਗੱਲ ਕਰਦੇ ਹਾਂ 2000 ਦੇ ਅਕੋਰਡਿੰਗ $14,000 ਜੇ ਕਿਸੇ ਕੋਲ ਗਲਤੀ ਨਾਲ ਜਾ ਰਹੇ ਨੇ ਤੁਹਾਨੂੰ ਕੀ ਲੱਗ ਰਿਹਾ ਕਿ ਵਾਪਸ ਕਰਨੇ ਚਾਹੀਦੇ ਨੇ ਜਾਂ ਨਹੀਂ ਕਿਉਂਕਿ ਇੱਥੇ ਫਿਰ ਇੱਕ ਤਰੀਕੇ ਨਾਲ ਟੈਕਸ ਪੇਅਰਸ ਦਾ ਪੈਸਾ ਆ ਦੂਜੀ ਗੱਲ ਇਹ ਹੈਗੀ ਆ ਕਿ ਜੇ 4 ਲੱਖ ਨੂੰ ਚਿੱਠੀਆਂ ਗਈਆਂ ਹੋਈਆਂ ਨੇ ਤਾਂ ਅਮਾਉਂਟ ਤੁਸੀਂ ਸੋਚੋ ਕਿੰਨੀ ਪਹੁੰਚ ਗਈ ਹੋਣੀ ਹੈ ਬਿਲੀਅਨ ਦੇ ਵਿੱਚ ਲਈ ਜਾਂਦੀ ਹੈ ਜੀ ਵੈਸੇ ਤੁਹਾਨੂੰ ਇੱਕ ਗੱਲ ਦੱਸਦਾ ਤਰਨ ਬਹੁਤੇ ਕੈਨੇਡੀਅਨਸ ਦੇ ਆਰ ਓਨੈਸਟ ਕੈਨੇਡੀਅਨਸ ਔਰ ਜਿਨ੍ਹਾਂ ਨੂੰ ਇਹ ਪਤਾ ਲੱਗਿਆ ਕਿ ਅਸੀਂ ਗਲਤੀ ਨਾਲ ਲਿਆ ਹੋਇਆ ਉਹ ਬਹੁਤ ਮੋੜਨਗੇ ਆਪਾਂ ਕਾਲ ਲਈ ਪਈ ਜੀ ਕਾਲਰਸ ਜੁੜ ਕੇ ਨੇ ਸਾਡੇ ਨਾਲ ਹੈਲੋ ਸਤਿ ਸ੍ਰੀ ਅਕਾਲ ਪੁੱਤ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਪ੍ਰੋਗਰਾਮ ਜੀ ਕੀ ਕਹਿਣਾ ਚਾਹੁੰਦੇ ਹੋ ਹਾਂ ਅਸੀਂ ਕਹਿਣਾ ਚਾਹੁੰਦੇ ਆ ਸਾਡੇ ਮੁੰਡੇ ਦੇ ਜਿੱਦਾਂ ਕੰਪਨੀ ਤੋਂ ਕੰਮ ਬੰਦ ਹੋਇਆ ਸੀਗਾ ਉਹਨੇ ਪੇਪਰ ਦੇ ਦਿੱਤੇ ਕਿ ਤੁਸੀਂ ਪੈਸੇ ਭਰ ਲਓ ਉਹ ਪੈਸੇ ਨਹੀਂ ਭਰ ਲਏ ਉਹਨੇ 4 ਵੀਕਾਂ ਦੇ ਜਿੱਦਾਂ 2000 ਭੇਜ ਦਿੱਤਾ ਇਹਨੇ 1000 ਫਿਰ 2 ਵੀਕਾਂ ਬੰਦ ਰਿਹਾ ਫਿਰ 2 ਵੀਕਾਂ ਬਾਅਦ ਫਿਰ ਉਹ ਕੰਮ ਚੱਲ ਪਿਆ ਇਹਨੇ ਫਿਰ ਉਹ ਵਿੱਚੋਂ 1000 ਇਹਨੇ ਉਹ ਮੋੜ ਦਿੱਤਾ
ਜੀ ਜਦੋਂ 1000 ਮੋੜ ਦਿੱਤਾ, ਹੁਣ ਉਹ ਕਿੱਥੇ ਬਾਅਦ ਚ ਆ ਗਿਆ, ਉਹ ਮੋੜਿਆ ਜਿਹਨਾਂ ਨੂੰ, ਉਹ ਜਿੱਥੋਂ ਅਨਪਲਾਈਮੈਂਟ ਆਦਾ ਕਹਿੰਦੇ ਮੋੜਨੇ ਉਧਰ ਨੂੰ ਸੀਗੇ, ਜਿੱਥੋਂ ਆਉਂਦੇ ਉਹ ਉਧਰ ਨੂੰ। ਹੁਣ ਉਹਨੂੰ 2 ਮਹੀਨੇ ਹੋ ਗਏ ਟੋਰਾਂਟੋ ਵਾਸਤੇ ਗਿਆ, ਤਾਂ ਉਹ ਕੁੜੀ ਫੋਨ ਮਾੜਾ ਜਿਹਾ ਕਰਦੀ, ਇੱਕ ਗੱਲ ਕਰਦੀ ਹੈ, ਕਹਿੰਦੀ ਖੈਰ ਮੇਰੇ ਕੋਲ, ਤਾਂ ਮੁੜ ਕੇ ਦਰਜਨ ਕਰਦੀ। ਮੁੰਡਾ ਫਿਰ 2 ਵਜੇ ਕੰਮ ਤੇ ਚੱਲ ਜਾਂਦਾ, ਚੱਕ ਤੋਂ ਸਵੇਰ ਨੂੰ 9 ਵਜੇ ਉੱਠਦੇ, ਤਾਂ ਫਿਰ ਉਹ ਜਾਂਦੇ ਫੋਨ ਤੇ ਲੱਗਾ ਰਹਿੰਦਾ ਵੀ ਮੇਰੀ ਗੱਲ ਉਹਦੇ ਨਾਲ ਹੋ ਜਾਵੇ, ਫਿਰ ਤੂੰ ਉਹ ਪੈਸੇ ਫਿਰ 1000 ਕੱਟ ਲੈ, ਤੇ 1000 ਉਹਨਾਂ ਨੂੰ ਮੋੜ ਦਿੱਤਾ, 1000 ਤੇ ਤੂੰ ਉਹ ਭੇਜ ਦੇ। ਹੁਣ ਅਸੀਂ ਮਹੀਨਾ ਚੜ ਪਿਆ, ਉਹ ਖੱਜਲ ਖੁਆਰੀ ਹੁੰਦੇ ਨੇ, ਫਿਰ ਫੋਨ ਕਰਕੇ ਅੱਕ ਗਿਆ ਜਾਂਦਾ, ਰੋਜ਼ੇ ਫੋਨ ਕਰਦਾ ਉਹਨੂੰ। ਤੁਸੀਂ ਜੀ ਆਪਣੇ ਫਾਈਨੈਂਸ਼ੀਅਲ ਐਡਵਾਈਜ਼ਰ ਜਾਂ ਸੀਏ ਨਾਲ ਗੱਲ ਕੀਤੀ, ਜਿਹੜੇ ਤੁਹਾਡਾ ਇਸ ਵਕਤ ਜਿਵੇਂ ਟੈਕਸ ਵਗੈਰਾ ਫਾਈਲ ਕਰਦੇ ਨੇ, ਉਹਨਾਂ ਦਾ ਤੁਸੀਂ ਹੈਲਪ ਲੈ ਸਕਦੇ ਸੀ ਇਹਦੇ ਵਿੱਚ? ਸਭ ਤੋਂ ਬੈਸਟ ਟਾਈਮ ਇਹ ਹੈ। ਹਾਂ, ਪੁੱਛਣਾ ਸੀ ਮੈਂ ਕਿ ਤੇ ਹੁਣ ਉਹ ਕਿੱਦਾਂ ਲੱਗੇ, ਕਿੰਨੂੰ ਵੀ ਤੀਆ ਮਹੀਨਾ ਚੜ ਕੇ ਆਇਆ, ਫਿਰ ਉਹ ਸਮਾਂ ਆਪਣੇ ਆਪ ਹੀ ਉਹ ਜਦੇ 1000 ਰੁਪਈਆ ਮੋੜ ਦਿੱਤਾ, ਜਿਹੜੇ 20 ਕੰਮ ਤੇ ਜਾਂਦੇ ਨੂੰ ਹੋ ਗਏ, ਜਦੇ 1000 ਰੁਪਈਆ ਜਾ ਕੇ ਮੋੜਿਆ, ਤੇ ਬਾਕੀ ਜਿਹੜੇ ਆਏ ਉਹ ਮੈਨੂੰ ਕੀ ਉਹਨਾਂ ਦਾ ਮਤਲਬ ਨਹੀਂ ਮੇਰਾ ਕੋਈ ਹੈਗਾ। ਜੀ ਜੀ ਫਿਰ ਬਾਅਦ ਵਿੱਚ ਚਿੱਠੀ ਆਈ ਤਾਂ ਉਹ ਗਏ, ਉਹ ਉਧਰ ਉਹ ਕਹਿੰਦੇ ਮੋੜਨੇ ਉਧਰ ਸੀ, ਤਾਂ ਆਉਣੇ ਉਧਰ ਹੋ ਸੀਗੇ, ਉਹ ਏਦਾਂ ਹੁਣ ਵੀ ਰੱਫੜ ਪਾਏ ਆ। ਨਹੀਂ ਕੋਈ ਗੱਲ ਨਹੀਂ ਜੀ, ਕੋਈ ਰਫੜ ਨਹੀਂ ਹੈ ਜੀ। ਥੈਂਕ ਯੂ, ਥੈਂਕਸ ਫॉर ਕਾਲਿੰਗ। ਕੋਈ ਰਫੜ ਨਹੀਂ ਹੈ ਜੀ। ਜਿਹੜਾ ਵੀ ਤੁਹਾਡਾ ਫਾਈਨੈਂਸ਼ੀਅਲ ਐਡਵਾਈਜ਼ਰ ਹੈਗਾ, ਜਿੱਥੇ ਤੁਸੀਂ ਟੈਕਸ ਵਗੈਰਾ ਭਰਵਾਉਂਦੇ ਹੋ ਜੀ, ਉਹ ਇਸ ਕੰਮ ਨੂੰ ਬਹੁਤ ਸੌਖਾ ਕਰ ਸਕਦੇ। ਮੈਂ ਇੱਕ ਬਾਕੀਆਂ ਨੂੰ ਵੀ ਸੁਜੈਸ਼ਨ ਦੇਣਾ ਚਾਹੁੰਦਾ ਇਸ ਗੱਲ ਦੇ ਉੱਤੇ। ਤੁਹਾਨੂੰ ਸਾਨੂੰ ਪ੍ਰੋਬਲਮ ਪਤਾ ਕੀ ਹੈ, ਅਸੀਂ ਕਾਲ ਕਰਦੇ ਹਾਂ, ਅਸੀਂ ਕਾਲ ਦਾ ਰਿਕਾਰਡ ਨਹੀਂ ਰੱਖਦੇ। ਜਦੋਂ ਵੀ ਕਾਲ ਕਰਨੀ ਹੈ, ਤੁਹਾਡੇ ਕੋਲ ਪੇਪਰ ਪੈਨ ਹੋਣਾ ਚਾਹੀਦਾ। ਪਹਿਲਾਂ ਜਿਹਦੇ ਮਾਮਲੇ 'ਚ ਕਾਲ ਕਰ ਰਹੇ ਹੋ, ਤੁਹਾਡੇ ਕੋਲ ਤੁਹਾਡੀ ਸਾਰੀ ਇਨਫੋਰਮੇਸ਼ਨ ਤੁਹਾਡੇ ਕੋਲ ਉਸ ਵੇਲੇ ਹੋਣੀ ਚਾਹੀਦੀ ਹੈ। ਅਸੀਂ ਕਹਿੰਦਾ ਠਹਿਰ ਜਾ, ਮੇਰਾ ਵਾਲਟ ਦਾ ਉੱਪਰ ਪਿਆ, ਇਨਫੋਰਮੇਸ਼ਨ ਉੱਤੇ ਪਈ ਹੈ, ਮੈਂ ਥੱਲੇ ਫੋਨ ਕਰ ਰਿਹਾ। ਅਸਲ ਕੋਲ ਪੈਨ ਪੇਪਰ ਕੋਦੇ ਹੁੰਦਾ ਨਹੀਂ ਹੈ, ਚਾਂਸਸ ਇਹ ਹੈ। ਸਾਡੇ ਕੋਲ ਸਾਰੀ ਇਨਫੋਰਮੇਸ਼ਨ ਜੇ ਤੁਸੀਂ ਉਹ ਕਰੋਗੇ, ਉਹ ਤੋਂ ਫਾਈਲ ਨੰਬਰ ਲਓ ਜੀ। ਅੱਗੇ ਜਿਹਨੂੰ ਵੀ ਕਾਲ ਕਰਦੇ ਹੋ, ਉਹਨੂੰ ਸਿਰਫ ਤੁਸੀਂ ਫਾਈਲ ਨੰਬਰ ਦੱਸਣਾ, ਚਾਹੇ ਕੋਈ ਹੈਂਡਲ ਕਰਦਾ ਹੋਵੇ। ਉਹਨੇ ਤੁਹਾਡੀ ਫਾਈਲ ਖੋਲ੍ਹਣੀ ਹੈ, ਤੇ ਉਹਨੇ ਉਹਦੇ ਅੱਗੇ ਚੱਲ ਕੇ ਗੱਲ ਸ਼ੁਰੂ ਕਰ ਦੇਣੀ ਹੈ, ਔਰ ਉਹਨੇ ਰਿਮਾਰਕਸ ਪਾ ਦੇਣੇ ਵੀ ਅੱਜ ਇਸ ਬੰਦੇ ਨਾਲ ਇੱਥੋਂ ਤੱਕ ਗੱਲ ਹੋਈ ਆ। ਜਦੋਂ ਕਾਲ ਕਰੋਗੇ ਫਾਈਲ ਨੰਬਰ ਦਿਓ, ਤੁਹਾਡੀ ਗੱਲ ਹੋਏਗੀ। ਕਈ ਵਾਰੀ ਇਹਦੇ ਨਾਲ ਤੁਹਾਡਾ ਥੋੜ੍ਹੀ ਜਾਨ ਸੌਖੀ ਹੋ ਜਾਏਗੀ। ਅਦਰਵਾਈਜ਼ ਜਿਹੜੇ ਤੁਹਾਡੇ ਟੈਕਸ ਜਿਹਨਾਂ ਨਾਲ ਭਰਾਉਣੇ ਹੋ ਜੀ, ਅਕਾਊਂਟੈਂਟਸ ਹੈਗੇ ਨੇ, ਉਹਨਾਂ ਰਾਹੀਂ ਗੱਲ ਕਰੋ, ਗੱਲ ਕੋਈ ਬਹੁਤੀ ਵੱਡੀ ਨਹੀਂ ਹੈ। ਬਿਲਕੁਲ। ਨਾਲ ਤੁਸੀਂ ਇੱਕ ਈਮੇਲ ਵੀ ਕਰ ਸਕਦੇ ਹੋ, ਤਾਂ ਕਿ ਤੁਹਾਡਾ ਜਿਹੜਾ ਰੈਕੋਰਡ ਰਵੇ ਕਿ ਤੁਸੀਂ ਆਪਣੇ ਵੱਲੋਂ ਜਿਹੜੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਮੇਬੀ ਟੈਕਨੀਕਲ ਪ੍ਰੋਬਲਮ ਦੇ ਕਰਕੇ ਤੁਹਾਡਾ ਸੰਪਰਕ ਨਹੀਂ ਹੋ ਪਾ ਰਿਹਾ। ਹਾਂ, ਯੂ ਆਰ ਰਾਈਟ। ਤਰਨ ਪ੍ਰੋਬਲਮ ਇਹ ਹੈ, ਜਿੰਨੀਆਂ ਵੀ ਸਰਕਾਰੀ ਏਜੰਸੀਆਂ ਹੈਗੀਆਂ ਨੇ, ਉਹਨਾਂ ਨੂੰ ਭਲੇ ਵੇਲੇ ਕਾਲ ਕਰਨਾ ਬਹੁਤ ਔਖਾ ਹੈ। ਬਿਲਕੁਲ। ਤੁਹਾਨੂੰ ਹੋਲਡ ਦੇ ਪਾਈ ਰੱਖਦੇ ਆ ਬਹੁਤ ਦੇਰ ਤੱਕ, ਬੜਾ ਲੰਬਾ ਵੇਟਿੰਗ ਟਾਈਮ ਲੱਗਦਾ ਹੈਗਾ। ਪਰ ਹੁਣ ਤਾਂ ਕੋਵਿਡ ਚੱਲ ਰਿਹਾ, ਹੋਰ ਲੰਬਾ ਟਾਈਮ ਲੱਗ ਰਿਹਾ। ਸੋ ਜੇ ਤੁਸੀਂ ਰੈਕਡ ਆਪਦੇ ਕੋਲੇ ਰੱਖੋਗੇ, ਇਹ ਸਾਰੀਆਂ ਸੈਟਲਮੈਂਟਸ ਬਾਅਦ ਚ ਹੋਣਗੀਆਂ। ਤੁਸੀਂ ਆਪਦੇ ਕੋਲੇ ਆਪਦਾ ਰੈਕਡ ਰੱਖੋ, ਤੁਹਾਨੂੰ ਰੈਫਰੈਂਸ ਦੇਣਾ ਸੌਖਾ ਹੁੰਦਾ ਵੀ ਫਲਾਣੇ ਟਾਈਮ ਤੇ ਆਹ ਮੈਂ ਕੀਤਾ ਸੀ। ਸੋ ਜਿਹੜਾ ਤੁਹਾਡੇ ਤੇ ਚੈੱਕ ਵੀ ਕਰ ਰਿਹਾ ਨਾ, ਉਹ ਕਹਿੰਦਾ ਵੀ ਹਾਂ ਇਹ ਬੰਦਾ ਓਨੈਸਟ ਹੈਗਾ, ਇਹਨੇ ਕੋਸ਼ਿਸ਼ ਕੀਤੀ ਹੈਗੀ। ਜੇ ਤੁਸੀਂ ਕੁਝ ਵੀ ਨਹੀਂ ਰੱਖਦੇ, ਤਾਂ ਉਹਨਾਂ ਨੂੰ ਕਈ ਵਾਰ ਤੁਹਾਡੇ ਤੇ ਸ਼ੱਕ ਹੋਣ ਲੱਗ ਜਾਂਦਾ। ਸੋ ਪਲੀਜ਼ ਆਪਦਾ ਜਿਹੜੀ ਵੀ ਕਾਲ ਕਰਨੀ ਹੈ, ਪੇਪਰ ਦੇ ਉੱਤੇ ਰੈਕਡ ਜ਼ਰੂਰ ਰੱਖੋ ਜੀ। ਕੀ ਗੱਲਬਾਤ ਕੀਤੀ ਸੀਗੀ, ਇਹ ਵੀ ਨਾ ਰੱਖੋ ਰੈਕਡ। ਉਹਦਾ ਏਜੰਟ ਦਾ ਨੰਬਰ ਪੁੱਛ ਲਓ, ਤੁਹਾਡਾ ਆਈਡੀ ਨੰਬਰ ਕੀ ਆ, ਉਹ ਤੁਹਾਨੂੰ ਦੇਣਗੇ ਜੀ ਉਹ ਆਈਡੀ ਨੰਬਰ। ਜੀ ਬਿਲਕੁਲ। ਤੇ ਸਰ ਆਪਾਂ ਗੱਲਬਾਤ ਕਰ ਸੀ ਸਰਫ ਬੈਨੀਫਿਟਸ ਨੂੰ ਲੈ ਕੇ ਕਿ ਵੱਡੀ ਅਮਾਉਂਟ ਹੈਗੀ ਆ, ਤੇ ਲੋਕੀ ਜਿਵੇਂ ਹੁਣ ਅਸੀਂ ਵੀ ਦੇਖ ਲਿਆ ਕਿ ਕਾਲ ਖੁਦ ਕਰ ਰਹੇ ਨੇ ਕਿ ਜੇਕਰ ਗਲਤ ਤਰੀਕੇ ਨਾਲ ਲਿਆ ਤਾਂ ਵਾਪਸ ਕਰਨ ਨੂੰ ਤਿਆਰ ਨੇ ਉਹ। ਬਿਲਕੁਲ, ਬਹੁਤ ਲੋਕਾਂ ਨੇ ਤਰਨ ਵਾਪਸ ਕੀਤੇ ਵੀ ਹੈ, ਐਸੀ ਗੱਲ ਨਹੀਂ ਹੈ। ਬਹੁਤ ਲੋਕਾਂ ਨੇ ਕਿਹਾ ਵੀ ਅਸੀਂ ਗਲਤੀ ਨਾਲ ਸਾਡੇ ਕੋਲ ਪੈਸੇ ਆ ਗਏ ਨੇ, ਅਸੀਂ ਉਹ ਮੋੜ ਦਿੰਨੇ ਆ, ਔਰ ਮੋੜੇ ਵੀ ਹੈਗੇ ਬਹੁਤ ਲੋਕਾਂ ਨੇ। ਇਸ ਕਰਕੇ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਅਸੀਂ ਕੈਨੇਡੀਅਨ ਲੋਕ ਆ, ਅਸੀਂ ਬਹੁਤੇ ਕਾਨੂੰਨ ਨੂੰ ਮੰਨਣ ਵਾਲੇ ਆ, ਕਾਨੂੰਨ ਨੂੰ ਫੋਲੋ ਕਰਨ ਵਾਲੇ ਆ। ਠੀਕ ਆ, ਕੁਛ ਹੁੰਦੇ ਨੇ ਪਰਸੈਂਟੇਜ, ਐਸੀ ਸਾਰੀ ਦੁਨੀਆ 'ਚ ਹੁੰਦੀ, ਪਰ ਇੱਥੇ ਘੱਟ ਆ। ਅਸੀਂ ਫਿਰ ਵੀ ਜਿਨ੍ਹਾਂ ਨੇ ਮੋੜਨਾ ਹੋਊਗਾ ਜੀ, ਜ਼ਰੂਰ ਉਹ ਵਾਪਸ ਕਰ ਦੇਣਗੇ, ਕੋਈ ਐਸੀ ਗੱਲ ਨਹੀਂ ਹੈ। ਬਿਲਕੁਲ ਜੀ। ਇਸ ਤੋਂ ਬਾਅਦ ਅਗਲੀ ਖਬਰ ਵੱਲ ਰੁਖ ਕਰਦੇ ਹਾਂ। ਇੰਸ਼ੋਰੈਂਸ ਦਾ ਸਰ ਮੈਟਰ ਹੈ। ਇੰਸ਼ੋਰੈਂਸ ਨੂੰ ਲੈ ਕੇ ਕਾਲਸ ਵੀ ਬਹੁਤ ਆਉਂਦੀਆਂ ਹੁੰਦੀਆਂ ਨੇ। ਇੰਸ਼ੋਰੈਂਸ ਨੂੰ ਲੈ ਕੇ ਅੱਗੇ ਪ੍ਰੀਮੀਅਰਸ ਤੱਕ ਨੂੰ ਵੀ ਕਈ ਵਾਰੀ ਗੁਹਾਰ ਲੱਗ ਚੁੱਕੀ ਹੈ, ਖਾਸ ਤੌਰ ਤੇ ਓਨਟਾਰੀਓ ਦੇ ਬ੍ਰਾਂਪਟਨ ਦੇ ਵਿੱਚ, ਕਿ GTA ਵਿੱਚ ਇੰਸ਼ੋਰੈਂਸ ਦਾ ਰੇਟ ਕਾਫੀ ਹਾਈ ਹੈ। ਪਰ ਅੱਜ ਜਿਹੜੀ ਖਬਰ ਕਰਨ ਜਾ ਰਹੇ ਹਾਂ ਵੀ ਓਨਟਾਰੀਓ ਦੀ ਉਹ ਖਬਰ ਹੈ ਕਿ ਇੱਕ ਮਹਿਲਾ ਨੇ ਗਲਤ ਤਰੀਕੇ ਦੇ ਨਾਲ ਜਿਹੜੇ ਇੰਸ਼ੋਰੈਂਸ ਪ੍ਰੋਵਾਈਡਰ ਤੋਂ ਪੈਸੇ ਲੈਣ ਦੀ ਕੋਸ਼ਿਸ਼ ਕੀਤੀ ਹੈ, ਪਰ ਇੰਸ਼ੋਰੈਂਸ ਪ੍ਰੋਵਾਈਡਰ ਐਡਾ ਚਲਾਕ ਨਿਕਲਿਆ ਕਿ ਉਹਨੇ ਵੀ ਉਹਦੇ ਮਗਰ ਜਿਹੜੀ ਆ ਪੂਰੀ ਇਨਕੁਆਇਰੀ ਰੱਖੀ। ਸਰ ਪੂਰਾ ਮਾਮਲਾ ਕੀ ਹੈ ਇਹ ਦੋਨੇ ਪਾਸਿਆਂ ਦੀ ਗੱਲ ਹੈ। ਉਹ ਲੇਡੀ ਕਹਿੰਦੀ ਹੈ ਮੈਂ ਠੀਕ ਹਾਂ, ਤੇ ਜਿਹੜਾ ਵਰਕਮੈਨ ਸੇਫਟੀ ਇੰਸ਼ੋਰੈਂਸ ਬਿਊਰੋ ਹੈਗਾ, ਉਹ ਕਹਿੰਦੇ ਵੀ ਇਹ ਗਲਤ ਲੈ ਰਹੀ ਹੈ। ਕੰਮ ਦੇ ਉੱਤੇ ਸੱਟ ਲੱਗੀ ਹੈ, ਕੰਮ ਦੇ ਉੱਤੇ ਸੱਟ ਲੱਗੀ, ਲੇਡੀ ਦੇ ਸਿਰ ਦੇ ਉੱਤੇ ਸੱਟ ਲੱਗੀ ਹੈ। ਸੱਟ ਲੱਗ ਕੇ ਉਹਨੇ ਕਲੇਮ ਕੀਤਾ ਹੈ, ਤੇ ਉਹ ਘਰ ਬੈਠ ਗਈ ਹੈ। ਅੱਛਾ, ਦੇਵ ਨੇ ਨਾਲ ਥੋੜੀ ਦੇਰ ਬਾਅਦ ਉਹ ਕੰਮ ਤੇ ਵਾਪਸ ਚਲੀ ਜਾਂਦੀ, ਫੇਰ ਸੱਟ ਲੱਗ ਜਾਂਦੀ ਹੈ, ਉਹ ਫੇਰ ਕਲੇਮ ਕਰਦੀ। ਜਦੋਂ ਉਹ ਕਲੇਮ ਕਰਦੀ ਹੈ, ਤਾਂ ਜਿਹੜੀ ਵਰਕਮੈਨ ਸਿਕਿਉਰਿਟੀ ਸੇਫਟੀ ਵਾਲਾ ਬੋਰਡ ਹੈਗਾ, ਉਹ ਕਹਿੰਦਾ ਜੀ ਇਹ ਗਲਤ ਲੈ ਰਹੀ ਹੈ। ਉਹਨੂੰ ਸ਼ੱਕ ਹੋ ਜਾਂਦਾ। ਜਦੋਂ ਸ਼ੱਕ ਹੋ ਜਾਂਦਾ ਹੈ, ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਹੈਗੀਆਂ ਨੇ, ਉਹ ਸਮਟਾਈਮਸ ਤੁਹਾਡੇ ਪਿੱਛੇ ਸਪਾਈ ਲਾ ਦਿੰਦੇ ਆ। ਉਹ ਬੰਦਾ ਤੁਹਾਨੂੰ ਚੈੱਕ ਕਰਦਾ, ਤੁਹਾਡੇ ਘਰ ਦੇ ਬਾਹਰ ਬਹਿੰਦੇ ਆ ਜੀ, ਉਹ ਤੁਸੀਂ ਜਿੱਥੇ ਜਾਂਦੇ ਤੁਹਾਨੂੰ ਫੋਲੋ ਕਰਦੇ ਆ ਜੀ, ਔਰ ਸਮਟਾਈਮਸ ਦੇ ਲੈਟ ਯੂ ਨੋ ਕਿ ਅਸੀਂ ਤੁਹਾਨੂੰ ਫੋਲੋ ਕਰ ਰਹੇ ਹਾਂ। ਕਿਉਂ? ਦੇ ਇੰਟੀਮੀਡੇਟ ਯੂ।
ਜਿਹਦੇ ਨਾਲ ਬੰਦਾ ਨੂੰ ਕਈ ਨੂੰ ਆਮ ਬੰਦੇ ਨੂੰ ਘਬਰਾਹਟ ਹੋਣ ਲੱਗਦੀ ਮੇਰੇ ਮਗਰ ਬੰਦਾ ਤੁਰਿਆ ਫਿਰਦਾ ਅਖੀਰ ਉਹ ਕਹਿੰਦਾ ਦਫੇ ਕਰੋ ਮੈਂ ਇਹ ਜੇ ਤੋਂ ਕੀ ਕਰਾਂ ਮੈਂ ਘਰੇ ਬੈਠਾ ਹੀ ਠੀਕ ਆ ਦਿਸ ਇਜ਼ ਵਾਟ ਹੈਪਨ ਟੂ ਦਿਸ ਲੇਡੀ ਔਰ ਇਹ ਲੇਡੀ ਨੇ ਅਖੀਰ ਜਦੋਂ ਇਹ ਤੇ ਇਹੋ ਜਿਹੀ ਗੱਲਾਂ ਹੋਣ ਲੱਗ ਗਈਆਂ ਕਹਿੰਦੀ ਮੈਂ ਡਾਕਟਰ ਦੇ ਜਾਵਾਂ ਉੱਥੇ ਵੀ ਉਹ ਬੈਠੇ ਆ ਜਿੱਥੇ ਵੀ ਜਾਵਾਂ ਮੈਂ ਉੱਥੇ ਮੇਰੇ ਮਗਰ ਤੁਰੇ ਫਿਰਦੇ ਕਹਿੰਦੀ ਫਿਰ ਮੈਂ ਕੇਸ ਕੀਤਾ ਉਹਨੇ ਜੋ ਕੇਸ ਕੀਤਾ ਉਹ ਕੇਸ ਜਿੱਤ ਗਈ ਵੀ ਇਹ ਡਿਜ਼ਰਵ ਕਰਦੀ ਆ ਇਹਨੂੰ ਪੈਸੇ ਮਿਲਣੇ ਚਾਹੀਦੇ ਆ ਉਹਦੇ ਕੇਸ ਜਿੱਤਣ ਦੇ ਬਾਵਜੂਦ ਵੀ ਇੰਸ਼ੋਰੈਂਸ ਵਾਲਿਆਂ ਨੇ ਉਹਨੂੰ ਪੈਸੇ ਨਹੀਂ ਦਿੱਤੇ ਅਜੇ ਤੱਕ ਓਕੇ ਦਿਸ ਇਜ਼ ਦਾ ਕੇਸ ਮੈਂ ਇਹ ਪੁੱਛਣਾ ਚਾਹੁੰਦਾ ਕਿ ਸਾਡੇ ਕਿਸੇ ਨਾਲ ਐਸੀ ਕੋਈ ਗੱਲ ਹੋਈ ਹੋਵੇ ਤੁਸੀਂ ਕੰਪਨਸੇਸ਼ਨ ਤੇ ਹੋ ਕੁਝ ਹੋਰ ਕੀਤਾ ਹੋਵੇ ਇੰਸ਼ੋਰੈਂਸ ਨਾਲ ਇੰਜਰੀ ਹੋਈ ਹੋਵੇ ਇੰਜਰੀ ਦੇ ਤੁਹਾਨੂੰ ਪੈਸੇ ਨਾ ਮਿਲੇ ਹੋਣ ਜਾਂ ਘੱਟ ਮਿਲੇ ਹੋਣ ਜਾਂ ਕਈ ਵਾਰੀ ਏਜੰਟਸ ਹੁੰਦੇ ਆ ਜਿਹੜੇ ਤੁਹਾਡੇ ਵਾਸਤੇ ਕੰਮ ਕਰਦੇ ਹਨ ਤੁਹਾਡੇ ਏਜੰਟ ਦੇ ਨਾਲ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਅਜਿਹੀ ਗੱਲ ਆ ਔਰ ਤਾਂ ਇਹ ਇੱਕ ਕੇਸ ਨਹੀਂ ਤਾਂ ਇਹ ਜਿਹੇ ਹਜ਼ਾਰਾਂ ਕੇਸ ਨੇ ਐਸੇ ਕੇਸ ਹੈ ਜਦੋਂ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਪ੍ਰਾਈਵੇਟ ਇੰਸ਼ੋਰੈਂਸ ਕੰਪਨੀਜ਼ ਐਸ ਵੈਲ ਉਹ ਵੀ ਇਹੀ ਕੋਸ਼ਿਸ਼ ਕਰਦੀਆਂ ਵੀ ਪੈਸਾ ਦਿੱਤਾ ਨਾ ਜਾਵੇ ਤੁਸੀਂ ਐਕਸੀਡੈਂਟ ਵੀ ਹੋ ਜਾਂਦਾ ਕਾਰਾਂ ਦਾ ਐਕਸੀਡੈਂਟ ਹੁੰਦਾ ਤਾਂ ਉਹ ਇੰਸ਼ੋਰੈਂਸ ਕੰਪਨੀ ਤੁਸੀਂ ਕਰਾਉਣੇ ਹੋ ਇੰਸ਼ੋਰੈਂਸ ਸਰ ਕੀ ਕਦੇ ਏਦਾਂ ਹੋਇਆ ਕਿ ਮਾਮਲੇ ਜਿਹੜੇ ਬਹੁਤ ਦੇਰ ਤੱਕ ਲੜਕੇ ਨੇ ਜਾਂ ਅਦਾਲਤਾਂ ਦੇ ਵਿੱਚ ਚਲੇ ਗਏ ਨੇ ਉੱਥੇ ਕਾਫੀ ਸਮਾਂ ਲੱਗ ਗਿਆ ਵਾ ਬਿਲਕੁਲ ਤਰਨ ਇਹੋ ਜਿਹੇ ਕੇਸਿਸ ਬਹੁਤ ਨੇ ਉਹ ਫਿਰ ਅੱਗੇ ਜਿਹੜੀ ਇੰਸ਼ੋਰੈਂਸ ਕੰਪਨੀਆਂ ਤੁਹਾਨੂੰ ਦੁਬਾਰੇ ਕੋਰਟ ਚ ਲੈ ਜਾਂਦੀ ਆ ਉਹ ਕੋਸ਼ਿਸ਼ ਕਰਦੀ ਆ ਕੇਸ ਨੂੰ ਲਮਕਾਉਂਦੀ ਆ ਜਿਹੜੇ ਸੋਚਣ ਵਾਲੀ ਗੱਲ ਹੈ ਤਰਨ ਇੱਕ ਪਾਸੇ ਕਾਰਪੋਰੇਸ਼ਨ ਦੇ ਪੱਕੇ ਵਕੀਲ ਹਾਇਰ ਕੀਤੇ ਹੈ ਜਿਨ੍ਹਾਂ ਨੂੰ ਲੱਖਾਂ ਡਾਲਰ ਦਿੰਦੇ ਨੇ ਇੱਕ ਪਾਸੇ ਗਰੀਬ ਆਦਮੀ ਖੜਾ ਉਹ ਜੇ ਵਕੀਲ ਨੂੰ ਲੈ ਕੇ ਜਾਂਦਾ ਪਹਿਲਾਂ ਤਾਂ ਉਹ ਵਕੀਲ ਨੇ ਕਿਹਾ ਮੈਂ ਭਾਈ ਇੰਨੇ ਪਰਸੈਂਟੇਜ ਲਊਂਗਾ ਕਹਿੰਦਾ ਚੰਗਾ ਭਾਈ ਲੈ ਲਈ ਮੇਰਾ ਕੇਸ ਤਾਂ ਲੜ ਇੱਕ ਪਾਸੇ ਕਾਰਪੋਰੇਸ਼ਨ ਦਾ ਵਕੀਲ ਖੜਾ ਇੱਕ ਪਾਸੇ ਤੁਹਾਡਾ ਵਕੀਲ ਖੜਾ ਔਰ ਛੇਤੀ ਕਿਤੇ ਕਾਰਪੋਰੇਸ਼ਨਾਂ ਪੈਰ ਨਹੀਂ ਲੱਗਣ ਦਿੰਦੀਆਂ ਉਹਨਾਂ ਉਹ ਦੁਨੀਆ ਦੇ ਵਿੱਚ ਕਿਤੇ ਵੀ ਤਰਨ ਇਹ ਮੇਰੀ ਗੱਲ ਯਾਦ ਰੱਖਿਓ ਜਿਹੜਾ ਨਿਆਂ ਮੋਸਟਲੀ ਮੁੱਲ ਲੈਣਾ ਪੈਂਦਾ ਇਹ ਬਹੁਤ ਔਖਾ ਜਿੱਥੇ ਤੁਹਾਨੂੰ ਮੁਫਤ ਵਿੱਚ ਮਿਲ ਜਾਏਗਾ ਇਹ ਤੇ ਪੈਸੇ ਖਰਚਣੇ ਪੈਂਦੇ ਆ ਇਸੇ ਕਰਕੇ ਬਹੁਤੇ ਸਮਟਾਈਮਸ ਜਿਹੜੇ ਗਰੀਬ ਲੋਕ ਆ ਉਹਨਾਂ ਨੂੰ ਨਿਆਂ ਨਹੀਂ ਮਿਲਦਾ ਉਹ ਅਫੋਰਡ ਹੀ ਨਹੀਂ ਕਰਦੇ ਵੱਡੀਆਂ ਜਿਹੜੀਆਂ ਫਰਮਸ ਆ ਉਹਦੇ ਨਾਲ ਅਫੋਰਡ ਕਰ ਪਰ ਇਸ ਲੜਕੀ ਦਾ ਲੇਡੀ ਦਾ ਲੱਗਦਾ ਇਹੀ ਜੀ ਕੋਈ ਗੱਲ ਹੈਗੀ ਆ ਪਰ ਇਟਸ ਅ ਵੈਰੀ ਸੈਡ ਸਿਚੁਏਸ਼ਨ ਇੱਕ ਤੁਸੀਂ ਕੰਮ ਨਹੀਂ ਕਰ ਸਕਦੇ ਤੁਹਾਨੂੰ ਬੈਨੀਫਿਟ ਮਿਲ ਨਹੀਂ ਰਿਹਾ ਹੈ ਤੁਸੀਂ ਕੰਮ ਤੇ ਜਾ ਨਹੀਂ ਰਹੇ ਹੋ ਘਰੇ ਬੈਠੇ ਹੋ how are you going to afford it it's very hard ਤੁਹਾਡੀ ਪੂਰੀ ਲਾਈਫ ਜਿਹੜੀ ਉਹ ਰਿਸਕ ਤੇ ਆ ਜਾਂਦੀ ਹੈ ਇੱਕ ਤਰ੍ਹਾਂ ਨਾਲ ਇੰਜਰੀਜ਼ ਤੋਂ ਬਾਅਦ ਸਰ ਇਹ ਤਾਂ ਹੋ ਗਈਆਂ ਜਿਵੇਂ ਆਪਾਂ ਕਹਿ ਲਈਏ ਕਿ ਇੰਸ਼ੋਰੈਂਸ ਦੂਸਰੀ ਹੈਲਥ ਇੰਸ਼ੋਰੈਂਸ ਨਾਲ ਰੈਲੀਵੈਂਟ ਹੋ ਗਈ ਜਿਹੜੀ ਆਟੋ ਇੰਸ਼ੋਰੈਂਸ ਦੀ ਗੱਲ ਕਰੀ ਕਈ ਵਾਰੀ ਐਕਸੀਡੈਂਟਲ ਕਲੇਮ ਬਾਅਦ ਦਿੱਤੇ ਜਾਂਦੇ ਆ ਕੁਝ ਐਵੇਂ ਦੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕਿ ਉੱਥੇ ਵੀ ਫਿਰ ਕੰਪਨੀਆਂ ਇੰਨੀਆਂ ਇਨਕੁਆਇਰੀਜ਼ ਕਰਦੀਆਂ ਨੇ ਬਿਲਕੁਲ ਤਰਨ ਕਰਦੀਆਂ ਨੇ ਕੰਪਨੀ ਜਦੋਂ ਕੰਪਨੀਜ਼ ਨਾਲ ਜਿਹੜਾ ਐਕਸੀਡੈਂਟ ਹੋਇਆ ਛੇਤੀ ਕਿਤੇ ਜੋ ਕਾਰ ਦਾ ਕਲੇਮ ਹੈਗਾ ਲੋਹੇ ਦਾ ਕਲੇਮ ਹੈ ਜਿਹੜਾ ਉਹਨੂੰ ਕੰਪਨੀਆਂ ਪਰਵਾਹ ਨਹੀਂ ਕਰਦੀਆਂ ਕੋਈ ਏਡੀ ਗੱਲ ਹੈ ਨਹੀਂ ਗੀ ਪਰਵਾਹ ਕਿਹੜੀ ਗੱਲ ਦੀ ਕਰਦੀਆਂ ਜਿਹੜੀ ਲੋਕ ਇੰਜਰੀ ਹੋ ਜਾਂਦੀ ਹੈ ਤੇ ਉਹ ਕੰਮ ਤੇ ਨਹੀਂ ਜਾ ਸਕਦੇ ਉਸ ਦੇ ਪਰਸਿਊ ਕਰਦੀਆਂ ਨੇ ਜਿਹੜੀ ਇੰਸ਼ੋਰੈਂਸ ਕੰਪਨੀਆਂ ਉੱਥੇ ਇੰਸ਼ੋਰੈਂਸ ਕੰਪਨੀ ਪੈਸੇ ਦੇਣ ਤੋਂ ਬਚਦੀ ਹੈ ਔਰ ਉਹਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਕੋਈ ਵੀ ਪੈਸਾ ਨਾ ਦਿੱਤਾ ਜਾਵੇ ਹਾਲਾਂਕਿ ਤੁਹਾਡੀ ਇੰਸ਼ੋਰੈਂਸ ਵਾਲੇ ਦੇ ਵਿੱਚ ਉਹ ਸਾਰੀਆਂ ਗੱਲਾਂ ਕਹੀਆਂ ਗਈਆਂ ਨੇ ਤੁਹਾਨੂੰ ਅਸੀਂ ਇਸ ਚੀਜ਼ ਦੀ ਕਵਰੇਜ ਦੇਵਾਂਗੇ ਐਂ ਕਰਾਂਗੇ ਪਰ ਜਦੋਂ ਦੇਣ ਦਾ ਸਮਾਂ ਆਉਂਦਾ ਉਦੋਂ ਜਿਹੜੀ ਇੰਸ਼ੋਰੈਂਸ ਕੰਪਨੀ ਨੇ ਉਦੋਂ ਉਹ ਦਬਣ ਲੱਗ ਜਾਂਦੀਆਂ ਨੇ ਉਹ ਕੋਸ਼ਿਸ਼ ਹੁੰਦੀ ਹੈ ਵੀ ਕਿਸੇ ਨਾ ਕਿਸੇ ਹਿਸਾਬ ਤੁਹਾਨੂੰ ਪੈਸੇ ਨਾ ਦਿੱਤੇ ਜੀ ਨੈਕਸਟ ਕਾਲਰ ਸਾਡੇ ਨਾਲ ਜੁੜ ਗਏ ਨੇ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਪ੍ਰੋਗਰਾਮ 'ਚ ਕਿੱਥੋਂ ਬੋਲ ਰਹੇ ਹੋ ਅਸੀਂ ਬ੍ਰਹਮਪੁਰ ਤੋਂ ਬੋਲਦੇ ਹਾਂ ਜੀ ਇਹ ਸਾਰਾ ਕੁਝ ਪਤਾ ਨਹੀਂ ਲੱਗਦਾ ਕੰਪਨੀਆਂ ਕਰਦੀਆਂ ਕੀ ਕਰਦੀਆਂ ਮੇਰੇ ਨਾਲ ਦੇਖੋ ਜੀ ਹੈਪਨ ਕੀ ਹੋਇਆ 2009 ਦੇ ਵਿੱਚ ਮੈਂ ਕੋਈ ਫੋਨ ਨਹੀਂ ਰੱਖਿਆ ਹੋਇਆ ਘਰ 'ਚ ਸੈੱਲ ਫੋਨ ਮੇਰੇ ਕੋਲ ਕੋਈ ਫੋਨ ਨਹੀਂ ਮੈਨੂੰ ਮਹੀਨਾ ਹੋ ਗਿਆ ਰੋਜ਼ ਫੋਨ ਆ ਜਾਂਦਾ ਜੀ ਤੁਹਾਡੇ ਕੋਲ ਫੋਨ ਸੀਗਾ ਤੁਸੀਂ ਨਾ ਉਹਨਾਂ ਦੇ ਪੈਸੇ ਦੇਣੇ ਅਸੀਂ ਮੈਂ $80 ਮੈਂ ਕਿਹਾ ਮੈਂ ਤਾਂ ਮੈਨੂੰ ਉਹਨਾਂ ਨੇ ਧਮਕੀ ਦਿੱਤੀ ਵੀ ਅਸੀਂ ਪੁਲਿਸ ਨੂੰ ਕਾਲ ਕਰ ਦਾਂਗੇ ਮੈਨੂੰ 2 ਦਿਨ ਹੋ ਗਏ ਟੈਨਸ਼ਨ ਇੰਨੀ ਨਾਲ ਨੀਂਦ ਨਹੀਂ ਆ ਰਹੀ ਮੇਰਾ ਇੰਨਾ ਸਟ੍ਰੈਸ ਵਧਿਆ ਹੋਇਆ ਮੰਨੋਗੇ ਮੈਂ ਆਪਣੇ ਨਾ $80 ਦਾਦੀ ਨੇ ਪੇ ਐਵੇਂ ਕਰ ਦਿੱਤੇ ਪਰ ਮੈਨੂੰ ਦੁੱਖ ਬਹੁਤ ਲੱਗਿਆ ਵੀ ਨਜਾਇਜ਼ ਉਹਨਾਂ ਨੇ ਮੇਰੇ ਕੋਲ ਲਿੱਤੇ ਨਾ ਮੇਰੇ ਕੋਲ ਕੋਈ ਸੈੱਲ ਫੋਨ ਹੈ ਨਾ ਮੇਰੇ ਕੋਲ ਮੈਂ ਕਿਤੇ ਜਾਣੀ ਆਨੀ ਆ ਕਹਿੰਦੇ ਜੀ ਤੁਸੀਂ 2009 ਚ ਕੋਈ ਵਿੰਡ ਵਾਲਿਆਂ ਦਾ ਫੋਨ ਲਿੱਤਾ ਸੀ ਤੇ ਮੇਰੇ ਕੋਲੋਂ ਨਾ $80 ਵੇਖੋ ਉਹਨਾਂ ਨੇ ਐਵੇਂ ਲਿੱਤੇ ਇਸ ਤਰ੍ਹਾਂ ਫਰਾਡ ਕੰਪਨੀਆਂ ਕਰਕੇ ਗਰੀਬ ਮਾਰ ਕਰਦੀਆਂ ਜੀ ਮੈਂ ਤਾਂ ਦਰਦੀ ਨੇ ਦੇਤੇ ਵੀ ਐਵੇਂ ਮੈਨੂੰ ਪੁਲਿਸ ਦੇ ਚੱਕਰਾਂ ਚ ਨਾ ਕਿਤੇ ਪਾ ਦੇ ਜੀ ਵੀ ਬੰਦਾ ਫਿਰ ਕਰੇ ਕੀ ਸਮਝ ਨਹੀਂ ਆਉਂਦੀ ਗੀ 2 ਦਿਨ 3 ਦਿਨ ਤਾਂ ਮੈਂ ਇੰਨੀ ਟੈਸਟ ਮੈਂ ਡਰਦੀ ਰੋ ਕੇ ਨਾ ਆਪਣੀ ਕੁੜੀ ਨੂੰ ਕਿਹਾ ਤੂੰ ਮੇਰੇ ਪੈਸੇ ਪੇ ਕਰਿਆ ਮੈਨੂੰ ਡਰ ਲੱਗਦਾ ਵੀ ਪੁਲਿਸ ਦਾ ਮੈਨੂੰ ਕਾਲ ਕਾਹਦੇ ਲਈ ਆਉਂਦੀ ਹੈ ਲੱਗਾ ਜੀ ਪਰ ਇਸ ਤਰ੍ਹਾਂ ਗਲਤ ਹੈ ਚਾਹੀਦਾ ਨਹੀਂ ਕੋਈ ਫੋਨਾਂ ਵਾਲੇ ਕਰ ਦਿੰਦੇ ਕਦੀ ਕੋਈ ਕਰ ਦਿੰਦੇ ਵੀ ਅਸੀਂ ਤੁਹਾਨੂੰ ਪੁਲਿਸ 'ਚ ਚਾਰਜ ਕਰਾ ਦਾਂਗੇ ਤੁਹਾਨੂੰ ਇੱਕ ਗੱਲ ਦੱਸਾਂ ਜੀ ਇੰਨੇ ਕੁ ਪੈਸੇ ਪਿੱਛੇ ਤੁਹਾਨੂੰ ਪੁਲਿਸ ਨੇ ਚਾਰਜ ਕੀ
ਕਰਨਾ ਚਾਹੀਦਾ ਨਾਤੀ ਸਾਹਿਬ ਜੀ। ਤੁਹਾਨੂੰ ਜੀ ਕੋਈ ਪੁਲਿਸ ਨਹੀਂ ਜੀ ਚਾਰਜ ਕਰ ਸਕਦੀ, ਕੋਈ ਕੁਛ ਨਹੀਂ ਕਰ ਸਕਦੀ। ਪਹਿਲਾਂ ਜਿਹੜੇ ਤੁਹਾਨੂੰ ਕਹਿੰਦੇ ਆ ਤੁਸੀਂ ਜੇ ਕੋਈ ਲਿਆ ਹੀ ਨਹੀਂ, ਤੁਹਾਡਾ ਕੰਟਰੈਕਟ ਹੀ ਨਹੀਂ ਸਾਈਨ ਕੀਤਾ, ਤੁਹਾਡੇ ਤੋਂ ਕੋਈ ਕਿਵੇਂ ਪੈਸੇ ਰੱਖ ਸਕਦਾ? ਮੇਰੇ ਤਾਂ ਕਦੀ ਨਹੀਂ ਰੱਖਿਆ ਮੈਂ। ਬਸ ਫਿਰ ਤੁਸੀਂ ਬਸ ਇਹੀ ਗੱਲ ਹੈ ਜੀ, ਜਦ ਉਹ ਜਿਹੜੀਆਂ ਕੰਪਨੀਆਂ ਨੇ ਸਰਟਨ ਜਾਣਦੀਆਂ ਨੇ। ਹੁਣ ਸੌਰੀ ਮੈਂ ਤੁਹਾਨੂੰ ਡਰਾ ਨਹੀਂ ਰਿਹਾ, ਪਰ ਇਹ ਹੋ ਸਕਦਾ ਤੁਹਾਡੇ ਤੋਂ ਕਿਸੇ ਨੇ ਐਵੇਂ ਹੀ ਪੈਸੇ ਲੈ ਲੈਣ, ਤੁਹਾਡੇ ਤੋਂ ਇਨਫੋਰਮੇਸ਼ਨ ਲੈ ਲਈ ਹੋਵੇ, ਤੁਹਾਡੀ ਇਨਫੋਰਮੇਸ਼ਨ ਉਹਨਾਂ ਦੇ ਕੋਲੇ ਹੋਵੇ, ਉਹਨੂੰ ਕਿਸੇ ਅੱਗੇ ਹੋਰ ਨਾ ਵਰਤ ਲੈਣ। ਕਦੇ ਵੀ ਫੋਨ ਤੇ ਚਾਹੇ ਤੁਹਾਨੂੰ ਕੋਈ ਕੁਛ ਕਹੀ ਜਾਵੇ, CRA ਦਾ ਆਮ ਕਹਿੰਦੇ CRA ਤੋਂ ਫੋਨ ਕਰ ਰਹੇ ਆ, ਬਿਲਕੁਲ ਨਹੀਂ ਜੀ ਫੋਨ ਆਉਣਾ ਕਿਸੇ ਦਾ, ਕੋਈ ਗੱਲ ਨਹੀਂ ਹੈ। ਐਵੇਂ ਨਾ ਇਨਫੋਰਮੇਸ਼ਨ ਦਿਆ ਕਰੋ, ਕਿਉਂਕਿ ਤੁਹਾਡਾ ਕੋਈ ਵੀ ਬੜਾ ਵੱਡਾ ਧੋਖਾ ਹੋ ਸਕਦਾ। ਆਪਾਂ ਪਹਿਲਾਂ ਕਾਲਜ ਲਈ ਬਹੁਤ ਡਰੀ, ਮੇਰਾ ਤਾਂ ਕੱਲੀ ਰਹਿੰਦੀ ਆ, ਮੈਂ ਇੰਨੀ ਅਪਸੈਟ ਹੋਈ ਹੋਈ ਆ। ਨਹੀਂ ਜੀ, ਤੁਹਾਨੂੰ ਅਪਸੈਟ ਹੋਣ ਦੀ ਲੋੜ ਨਹੀਂ ਹੈ, ਲੋੜ ਨਹੀਂ ਜੀ, ਅਪਸੈਟ ਹੋਣ ਦੀ ਲੋੜ ਨਹੀਂ ਹੈ ਜੀ। ਤੁਸੀਂ ਇੰਨੇ ਪੈਸਾ ਪਿੱਛੇ ਕੋਈ ਕੁਛ ਨਹੀਂ ਕਰ ਸਕਦਾ। ਤੁਸੀਂ ਏਡੀ ਵੱਡੀ ਗੱਲ ਨਹੀਂ ਹੈ। ਤੁਸੀਂ ਕਿਹੜਾ ਕੋਈ ਫਰਾਡ ਕੀਤਾ, ਤੁਸੀਂ ਕਿਸੇ ਸਾਈਨ ਨਹੀਂ ਕੀਤੇ, ਕੁਝ ਹੋਰ ਨਹੀਂ ਕੀਤਾ ਹੈ ਨਹੀਂ। ਆਓ, ਥੈਂਕ ਯੂ ਜੀ, ਥੈਂਕਸ ਫॉर ਕਾਲਿੰਗ ਕਰਨ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਸੋ ਨਾਈਸ ਆਫ। ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੇਰਾ ਟੌਪਿਕ ਥੋੜਾ ਜਿਹਾ ਡਿਫਰੈਂਟ ਆ ਦੱਸੋ। ਤੇ ਮੈਂ ਤੁਹਾਡੇ ਕੋਲ ਪੁੱਛਣਾ ਚਾਹਨੀ ਸੀ ਬਹੁਤ ਟਾਈਮ ਤੋਂ। ਮੈਂ ਸੋਚ ਰਹੀ ਸੀ ਪਤਾ ਨਹੀਂ ਮੈਨੂੰ ਕਾਲ ਕਰਨੀ ਚਾਹੀਦੀ ਹੈ ਕਿ ਨਹੀਂ, ਕਿਉਂਕਿ ਟੌਪਿਕ ਡਿਫਰੈਂਟ ਹੈ। ਨਹੀਂ ਜੀ, ਤੁਸੀਂ ਹਮੇਸ਼ਾ ਕਾਲ ਕਰਨ ਲਈ ਵੈਲਕਮ ਹੋ। ਜੇ ਸਾਡੇ ਨੂੰ ਆਨਸਰ ਹੁੰਦਾ ਹੋਵੇਗਾ ਤਾਂ ਅਸੀਂ ਜ਼ਰੂਰ ਦਵਾਂਗੇ ਜੀ। ਜੀ ਦੱਸੋ। ਹਾਂਜੀ ਦੇਖੋ, ਮੈਂ 2018 ਵਿੱਚ ਇੱਥੇ ਕੈਨੇਡਾ ਆਈ ਸੀ ਮੈਰਿਜ ਤੋਂ ਬਾਅਦ। ਹਾਂਜੀ ਤੇ ਉਦੋਂ ਫਿਰ ਮੈਂ ਥੋੜੀ ਦੇਰ ਕੰਮ ਕੀਤਾ, 2-4 ਮਹੀਨੇ, ਤੇ ਉਸ ਤੋਂ ਬਾਅਦ ਮੈਂ ਆਪਣੀ ਸਟੱਡੀ ਸ਼ੁਰੂ ਕੀਤੀ ਡੈਂਟਲ ਅਸਿਸਟੈਂਟ ਕੋਰਸ ਦੀ। ਹਾਂਜੀ ਤੇ ਡੈਂਟਲ ਅਸਿਸਟੈਂਟ ਕੋਰਸ ਦੀ ਸਟੱਡੀ ਸ਼ੁਰੂ ਕੀਤੀ ਤੇ ਮੈਨੂੰ ਕਾਲਜ ਵਾਲਿਆਂ ਨੇ ਕਿਹਾ ਕਿ ਉਹ ਸਟੈਪ ਲਾਉਣ ਲਈ ਤੁਸੀਂ ਐਲੀਜੀਬਲ ਹੋ। ਠੀਕ ਹੈ, ਤੇ ਮੈਂ ਉਹ ਕੋਰਸ ਜੁਆਇਨ ਕਰ ਲਿਆ। ਤੇ ਉਸ ਤੋਂ ਬਾਅਦ ਕੀ ਹੋਇਆ ਕਿ ਮੈਂ ਸਾਰੇ ਡਾਕੂਮੈਂਟ ਸਬਮਿਟ ਕੀਤੇ ਤੇ ਉਸ ਤੋਂ ਬਾਅਦ ਮੇਰਾ ਬੇਬੀ ਹੋ ਗਿਆ ਤੇ ਮੇਰਾ ਕੋਰਸ ਵੀ ਕੰਪਲੀਟ ਹੋ ਗਿਆ। ਤੇ ਹੁਣ ਉਹਨਾਂ ਨੇ ਮੈਨੂੰ ਇਹ ਉਸ ਤੋਂ ਮੈਸੇਜ ਆਇਆ ਕਿ ਤੁਹਾਡੇ ਡਾਕੂਮੈਂਟਸ ਪੂਰੇ ਨਹੀਂ ਹੈਗੇ ਤੇ ਤੁਹਾਨੂੰ ਸਾਰੇ ਪੈਸੇ ਪੇ ਕਰਨੇ ਪੈਣਗੇ। ਤੇ ਹੁਣ ਮੈਂ ਕਾਲਜ ਵਿੱਚ ਜਾ ਕੇ ਉਹਨਾਂ ਨੂੰ ਰਿਕੁਐਸਟ ਕਰਦੀ ਹਾਂ ਤੇ ਉਹ ਕਹਿੰਦੇ ਆ ਕਿ ਹਨਾ ਇਹ ਹੁਣ ਸਾਡਾ ਮਸਲਾ ਨਹੀਂ ਰਿਹਾ ਕਿਉਂਕਿ ਤੁਹਾਡਾ ਕੋਰਸ ਪੂਰਾ ਹੋ ਗਿਆ ਆ। ਤੇ ਹੁਣ ਉਸ ਵਾਲੇ ਕਹਿ ਰਿਹਾ ਕਿ ਤੁਸੀਂ ਕਾਲਜ ਤੋਂ ਕੰਟੈਕਟ ਨਾ ਕਰ ਸਕਦੇ, ਡਾਇਰੈਕਟ ਨਹੀਂ ਕਰ ਸਕਦੇ। ਤੇ ਹੁਣ ਬੇਬੀ ਤੋਂ ਬਾਅਦ ਮੈਂ ਕੋਈ ਕੰਮ ਵੀ ਨਹੀਂ ਕਰ ਰਹੀ ਤੇ ਕੋਈ ਮੈਂ ਬੈਨੀਫਿਟ ਵੀ ਨਹੀਂ ਲੈ ਰਹੀ ਤੇ ਹੁਣ ਮੇਰੇ ਲਈ ਇਹ ਚੀਜ਼ ਪੇ ਕਰਨੀ ਬਹੁਤ ਔਖੀ ਆ। ਤੇ ਮੈਂ ਇਹ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਸੀ ਕਿ ਇਹਦੇ ਲਈ ਕੋਈ ਸੋਲੂਸ਼ਨ ਹੈ ਕਿ ਮੈਨੂੰ ਵਕੀਲ ਕੋਲ ਜਾਣਾ ਚਾਹੀਦਾ ਜਾਂ ਕੀ ਕਰਨਾ ਚਾਹੀਦਾ? ਬਿਲਕੁਲ, ਪਹਿਲੀ ਗੱਲ ਤਾਂ ਤੁਹਾਡੇ ਕੋਲ ਜਿਹੜੇ ਡਾਕੂਮੈਂਟਸ ਪੁੱਛੇ ਨੇ ਉਹਨਾਂ ਨੇ ਤੁਹਾਨੂੰ ਡਾਕੂਮੈਂਟਸ ਪ੍ਰੋਵਾਈਡ ਕਰਦੇ ਹੋ ਜਿਹੜੇ ਉਹ ਕਹਿੰਦੇ ਡਾਕੂਮੈਂਟਸ ਹੈ ਨਹੀਂ ਕਿ ਤੁਹਾਡੇ ਕੋਲ ਡਾਕੂਮੈਂਟਸ ਉਹ ਹੋਣੇ ਚਾਹੀਦੇ ਆ। ਮੈਂ 2 ਵਾਰ ਪ੍ਰੋਵਾਈਡ ਕਰਵਾਏ ਸੀਗੇ ਉਹਨਾਂ ਨੂੰ, ਮੈਂ ਵਕੀਲ ਤੋਂ ਸਾਈਨ ਕਰਵਾ ਕੇ। ਉਹਨਾਂ ਨੇ ਜਸਟ ਮੇਰੇ ਇਨਕਮ ਪੁੱਛ ਰਹੇ ਸੀ 2017 ਦੀ, ਉਸ ਟਾਈਮ ਤੇ ਮੈਂ ਇੰਡੀਆ ਸੀਗੀ ਤੇ ਮੈਂ ਉਹ ਸਾਰਾ ਵਕੀਲ ਕੋ ਬਣਵਾ ਕੇ ਤੇ ਅਟੈਸਟਡ ਕਰਵਾ ਕੇ ਤੇ ਕਾਲਜ ਦੇ ਥਰੂ ਉਹਨਾਂ ਨੂੰ ਸੈਂਡ ਕੀਤਾ ਸੀਗਾ। 2 ਵਾਰ ਕੀਤਾ ਸੀ ਪਰ ਉਹ ਸਟਿਲ ਕਹਿ ਰਹੇ ਕਿ ਸਾਡੇ ਕੋਲ ਨਹੀਂ ਹੈਗੇ। ਤੇ ਡਿਊਰਿੰਗ ਜਦੋਂ ਮੇਰੀ ਡਿਲੀਵਰੀ ਹੋਈ ਉਸ ਤੋਂ ਬਾਅਦ ਮੈਂ ਉਹਨਾਂ ਦੇ ਜਿੱਦਾਂ ਈਮੇਲ ਚੈੱਕ ਨਹੀਂ ਕੀਤੀ ਪਰ ਸਟਿਲ ਮੈਂ ਉਸ ਦੌਰਾਨ ਉਹ ਜਮਾ ਕਰਵਾ ਚੁੱਕੀ ਸੀ। ਤੇ ਹੁਣ ਕਾਲਜ ਵਾਲਿਆਂ ਦਾ ਕਹਿਣਾ ਹੈ ਕਿ ਤੁਸੀਂ ਉਹ ਵਾਲੀ ਈਮੇਲ ਨਹੀਂ ਚੈੱਕ ਕੀਤੀ ਸੀ, ਤੁਹਾਨੂੰ ਉਸ ਟਾਈਮ ਰਿਐਕਟ ਕਰਨਾ ਸੀ ਜਾਂ ਜੋ ਵੀ ਆ, ਪਰ ਹੁਣ ਮੈਂ ਕਰਵਾ ਤਾਂ ਚੁੱਕੀ ਸੀਗੀ। ਤੁਹਾਨੂੰ ਜੀ ਤੁਹਾਨੂੰ ਕਿਸੇ ਸਿਆਣੇ ਵਕੀਲ ਦੀ ਜ਼ਰੂਰਤ ਹੈ ਜੀ, ਉਹ ਤੁਹਾਨੂੰ ਬੈਟਰ ਸਲਾਹ ਦੇਣਗੇ ਜੀ। ਤੁਹਾਨੂੰ ਕਿਸੇ ਸਿਆਣੇ ਵਕੀਲ ਦੀ ਲੋੜ ਹੈਗੀ ਹੈ ਕਿਉਂਕਿ ਜੇ ਉਹ ਕਹਿੰਦੇ ਤੁਸੀਂ ਡਾਕੂਮੈਂਟਸ ਭੇਜਿਆ, ਉਹ ਕਹਿੰਦੇ ਸਾਡੇ ਕੋਲ ਪਹੁੰਚੇ ਨਹੀਂ, ਨੈਕਸਟ ਟਾਈਮ ਡਾਕੂਮੈਂਟਸ ਰਜਿਸਟਰਡ ਭੇਜਣੇ ਚਾਹੀਦੇ ਜੀ, ਕਿਸੇ ਕੋਰੀਅਰ ਰਾਹੀਂ ਭੇਜਣੇ ਚਾਹੀਦੇ ਆ। ਐਨੀਹਾਉ ਆਈ ਗੈਸ ਯੂ ਨੀਡ ਹੈਲਪ ਫਰਮ ਦਾ ਗੁੱਡ ਲਾਇਰ ਜਿਹੜਾ ਕਿ ਤੁਹਾਨੂੰ ਹਾਂਜੀ ਇਹਦੇ ਬਾਰੇ ਗੱਲ ਕਰ ਸਕਣਗੇ। ਥੈਂਕ ਯੂ। ਕਾਲਜ ਵਾਲੇ ਵੀ ਕੁਝ ਨਹੀਂ ਦੱਸ ਰਹੇ ਕਿਉਂਕਿ ਉਹ ਜਿਹੜੇ ਪਹਿਲਾਂ ਉਸ ਲੇਡੀ ਸੀਗੀ ਕੰਮ ਕਰਦੀ ਉੱਥੇ ਉਹ ਚੇਂਜ ਹੋ ਗਈ। ਦੂਸਰੀ ਵਾਲੀ ਜਿਹੜੀ ਆ ਉਹ ਹੁਣ ਕੁਝ ਦੱਸ ਨਹੀਂ ਰਹੀ ਮੈਨੂੰ। ਹਾਂਜੀ, ਤੁਹਾਨੂੰ ਬਸ ਇਹੀ ਇੱਕ ਤਾਂ ਵਧੀਆ ਲਾਇਰ ਨਾਲ ਸੰਪਰਕ ਕਰੋ, ਬਾਕੀ ਤੁਹਾਡੇ ਕੋਲ ਪੂਰੀਆਂ ਡਿਟੇਲਸ ਹੋਣਗੀਆਂ, ਈਮੇਲ ਆਈਡੀਜ਼ ਵਗੈਰਾ ਪ੍ਰੋਪਰ ਹੋਣਗੇ, ਕਿਹੜੀ ਡੇਟ ਨੂੰ ਤੁਸੀਂ ਭੇਜੀਆਂ ਸੀ, ਸੋ ਤੁਸੀਂ ਉਹ ਵੀ ਆਪਦੇ ਪ੍ਰੂਫ ਨਾਲ ਲਗਾ ਸਕਦੇ ਹੋ। ਇੱਕ ਲਾਇਰ ਦੀ ਸਲਾਹ ਜ਼ਰੂਰ ਲਿਓ ਜੀ। ਥੈਂਕ ਯੂ ਜੀ, ਥੈਂਕਸ ਫॉर ਕਾਲਿੰਗ, ਸੋ ਨਾਈਸ ਆਫ ਯੂ। ਸ਼ੁਕਰੀਆ ਜੀ, ਥੈਂਕ ਯੂ ਜੀ, ਸੋ ਨਾਈਸ ਆਫ ਯੂ। ਹਾਂਜੀ ਬਿਲਕੁਲ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਆਪਣੀ ਕਾਲਸ ਰਾਹੀਂ ਆਪਣੇ ਜਿਹੜੇ ਮਸਲੇ ਸਾਡੇ ਨਾਲ ਡਿਸਕਸ ਵੀ ਕਰ ਰਹੇ ਹੋ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨੀ ਕੁ ਜਾਣਕਾਰੀ ਹੈ ਅਸੀਂ ਨਾਲ ਦੀ ਨਾਲ ਤੁਹਾਡੇ ਨਾਲ ਸਾਂਝੀ ਕਰੀਏ। ਜੀ ਸਰ, ਅਸੀਂ ਗੱਲਬਾਤ ਕਰ ਰਹੇ ਸੀ ਇੰਸ਼ੋਰੈਂਸ ਦੀ। ਹਾਂ, ਤਰਨ ਇੰਸ਼ੋਰੈਂਸ ਦੀ ਉਹੀ ਗੱਲ ਆ ਜਾਂਦੀ ਕਿ ਤੁਹਾਨੂੰ ਜਿਹੜਾ ਫਰਾਡ ਹੈ ਉਹਦੇ ਵਿੱਚ ਜਿਹੜਾ ਫਰਾਡ ਕੀਤਾ ਜਾਂਦਾ ਉਹ ਕਾਰਾਂ ਰਿਪੇਅਰ ਕਰਾਉਣ ਦੀ ਵੱਡੀ ਗੱਲ ਨਹੀਂ, ਜਿਹੜੀ ਇੰਜਰੀ ਹੈ ਉਹਦੀ ਪ੍ਰੋਬਲਮ ਆਉਂਦੀ ਹੈ ਉੱਥੇ ਜਿਹੜੀ ਇੰਸ਼ੋਰੈਂਸ ਕੰਪਨੀ ਨੂੰ ਪੈਸੇ ਤੁਹਾਨੂੰ ਦੇਣ ਨੂੰ ਤਿਆਰ ਨਹੀਂ ਹੁੰਦੀਆਂ ਔਰ ਉਹਦੇ ਵਾਸਤੇ ਤੁਹਾਨੂੰ ਫਾਈਟ ਕਰਨੀ ਪੈਂਦੀ ਹੈ ਜੀ। ਨੈਕਸਟ ਕਾਲਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ ਸਤਿ ਸ਼੍ਰੀ ਅਕਾਲ ਤਰਨ ਜੀ, ਮੈਂ ਹੈਮਿਲਟਨ ਤੋਂ ਰਜਿੰਦਰ ਸਚਦੇਵਾ। ਹਾਂਜੀ ਸਚਦੇਵਾ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਦੇਖੋ
ਜਿਹੜੀ ਹੁਣੇ ਕਹਿ ਕੇ ਗਈ, ਉਸ ਤੋਂ ਪਹਿਲੇ ਵੀ ਜਿਹੜੀ, ਔਰ ਤੁਸੀਂ ਵੀ ਉਸ ਤੋਂ ਪਹਿਲੇ ਹੀ ਗੱਲ ਕੀਤੀ ਕਿ ਅਸੀਂ ਇੰਡੀਆ ਦੇ ਲੋਕ ਆ। ਸੁਭਾਸ਼ ਚੰਦਰ ਬੋਸ ਨੇ ਇਸਦਾ ਇਲਾਜ ਸਭ ਤੋਂ ਪਹਿਲੇ ਦੱਸਿਆ ਤੇ ਉਹਨਾਂ ਆਖਿਆ ਕਿ ਅਧਿਕਾਰ ਮੰਗੇ ਨਹੀਂ ਛੀਨੇ ਜਾਂਦੇ ਆ। ਹਾਂਜੀ, ਤੁਸੀਂ ਆਪਣੇ ਹੱਕ ਹੀ ਨਹੀਂ ਲੈਣਾ ਚਾਹੁੰਦੇ, ਤੁਹਾਨੂੰ ਕੋਈ ਹੱਕ ਕਿਉਂ ਦੇਵੇ? ਬਿਲਕੁਲ ਸਹੀ ਗੱਲ ਹੈ ਜੀ, ਸਹੀ ਗੱਲ ਹੈ ਜੀ। ਥੈਂਕ ਯੂ ਜੀ। ਤੇ ਦੂਜੀ ਗੱਲ ਇਹ ਜਿਹੜੀ ਲੇਡੀ ਨੇ ਕਿਹਾ ਕਿ ਤੁਸੀਂ ਕਾਗਜ਼ ਮੰਗੇ ਦਿੱਤੇ, ਉਹਦੀ ਰਸੀਦ ਤੇ ਲਵੋ। ਜੇ ਤੁਹਾਡੇ ਕੋਲ ਪ੍ਰੂਫ ਹੈ ਕਿ ਤੁਸੀਂ ਦਿੱਤੇ ਨੇ ਤੇ ਕੌਣ ਤੁਹਾਡੇ ਨੂੰ ਇਨਕਾਰ ਕਰ ਸਕਦਾ? ਤੁਹਾਡੇ ਕੋਲ ਪ੍ਰੂਫ ਹੀ ਕੋਈ ਨਹੀਂ ਕਿ ਤੁਸੀਂ ਕਾਗਜ਼ ਦਿੱਤੇ ਨੇ। ਬਿਲਕੁਲ ਸਹੀ ਗੱਲ ਹੈ ਜੀ। ਜਿਹੜੀ ਪਹਿਲੇ ਵੀ ਲੈ ਕੇ ਗਈ, ਉਹਦੇ ਕੋਲ ਵੀ ਕੋਈ ਪ੍ਰੂਫ ਨਹੀਂ ਕਿ ਉਹਨੇ ਲਿੱਤਾ ਕਿ ਨਹੀਂ ਲਿੱਤਾ। ਖੁਦ ਹੀ ਡਰ ਕੇ, ਇੰਡੀਆ ਥੋੜੀ ਕਿ ਡਰ ਕੇ ਤੁਸੀਂ ਆਪਣਾ ਪੈਸੇ ਦੁਬਾਰਾ ਦੇ ਦਿਓ ਜਾਂ ਕੁਝ ਵੀ ਕਰੋ। ਬਿਲਕੁਲ ਸਹੀ ਗੱਲ ਹੈ। ਥੋੜਾ ਲੜਨਾ ਪੈਂਦਾ ਹੈ। ਨਹੀਂ, ਨਾਲੇ ਸਾਨੂੰ ਟ੍ਰੇਲ ਜਾਰੀ ਨਹੀਂ ਹੈ ਕਿ ਇੰਡੀਆ ਵਾਲੀ ਇੱਥੇ ਬਿਲਕੁਲ ਸਾਨੂੰ ਟ੍ਰੇਲ ਵੀ ਰੱਖਣੀ ਪੈਣੀ ਚਾਹੀਦੀ ਹੈ। ਸਾਡੇ ਕੋਲ ਜ਼ਰੂਰ ਚਾਹੀਦਾ, ਜਦੋਂ ਵੀ ਕਿਤੇ ਐਸੀ ਗੱਲਬਾਤ ਕਰਦੇ ਹੋ ਤੁਹਾਡੇ ਕੋਲ ਪੇਪਰ ਟ੍ਰੇਲ ਹੋਣਾ ਬਹੁਤ ਜ਼ਰੂਰੀ ਹੈ। ਸੋ ਤੁਸੀਂ ਕਿਸੇ ਵੀ ਵੇਲੇ ਫੋਨ ਕਰਦੇ ਹੋ, ਰੈਫਰੈਂਸ ਦੇ ਸਕਦੇ ਮੈਂ ਫਲਾਣੀ ਤਰੀਕ ਨੂੰ ਤੁਹਾਨੂੰ ਆਹ ਕੀਤਾ ਸੀ, ਫਲਾਣੀ ਡੇਟ ਨੂੰ ਆਹ ਗੱਲ ਕੀਤਾ ਸੀ। ਉਹ ਕਹਿੰਦੇ ਨੇ ਮਿੰਟਸ ਨੋਟ ਕਰਨਾ ਹੈ। ਬਿਲਕੁਲ ਦੇ ਮਿੰਟਸ ਨੋਟ ਕਰਕੇ ਰੱਖੋ ਤੇ ਕਦੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ। ਬਿਲਕੁਲ ਜੀ, ਥੈਂਕ ਯੂ ਜੀ, ਥੈਂਕ ਯੂ ਸਰ, ਦੈਟਸ ਸੋ ਨਾਈਸ ਆਫ ਯੂ, ਥੈਂਕ ਯੂ ਜੀ। ਜੀ ਸਰ, ਹਾਂਜੀ, ਆਪਾਂ ਕਿਹੜੀ ਖਬਰ ਦਈਏ? ਅਸੀਂ ਕਾਲਸ ਆ ਰਹੀਆਂ ਨੇ, ਜੇ ਕਿਸੇ ਮੇਲ ਨਾਲ ਵੀ ਕੁਝ ਐਵੇਂ ਦਾ ਇਨਸੀਡੈਂਟ ਹੋਇਆ ਸਾਨੂੰ ਕਾਲ ਕਰਕੇ ਦੱਸ ਜ਼ਰੂਰ ਸਕਦੇ ਹੋ ਸਰ। ਖਬਰ ਅਸੀਂ ਇਹ ਕਹਿ ਸੀ ਕਿ ਸਰਵ ਬੈਨੀਫਿਟਸ ਤਾਂ ਚਲੋ ਸ਼ਾਇਦ ਹੋ ਸਕਦਾ ਆਉਣ ਵਾਲੇ ਟਾਈਮ 'ਚ ਮੋੜਨੇ ਨਾ ਪੈਣ, ਪਰ ਜਿਹੜੇ ਰੈਂਟ ਰਿਲੀਫ ਜ਼ਰੂਰ ਦਿੱਤੀ ਸੀਗੀ ਲੈਂਡਲੋਰਡਸ ਥੋੜਾ ਜਿਹਾ ਫਸਦੇ ਹੋਏ ਨਜ਼ਰ ਜ਼ਰੂਰ ਆ ਰਹੇ। ਹਾਂ ਤਰ੍ਹਾਂ ਜਿਹੜਾ ਰੈਂਟ ਰਿਲੀਫ ਦਿੱਤਾ ਸੀਗਾ, ਸਰਕਾਰ ਨੇ ਬਹੁਤ ਲੋਕਾਂ ਨੂੰ ਆਡਿਟ ਕੀਤਾ ਹੈਗਾ, ਕਰਨਾ ਸ਼ੁਰੂ ਕਰ ਦਿੱਤਾ ਆਲਰੇਡੀ। ਸੋ ਜਿਨ੍ਹਾਂ ਨੇ ਕਿਸੇ ਨੇ ਗਲਤ ਢੰਗ ਦੇ ਨਾਲ ਜੋ ਕਲੇਮ ਕੀਤਾ ਹੈਗਾ, ਸੋ ਦੇਖੋ ਸਰਕਾਰ ਨੇ ਪੈਸੇ ਦਿੱਤੇ ਹੋਏ ਨੇ, ਪੈਸੇ ਜਿਹੜੇ ਤੇ ਸਰਕਾਰ ਨੂੰ ਇਹ ਹੱਕ ਜ਼ਰੂਰ ਹੈਗਾ ਉਸ ਤੁਹਾਨੂੰ ਪੁੱਛੇ ਵੀ ਤੁਹਾਨੂੰ ਭਾਈ ਅਸੀਂ ਪੈਸੇ ਦਿੱਤੇ, ਤੁਸੀਂ ਇਹਦਾ ਕੀ ਕੀਤਾ, ਕਿਉਂਕਿ ਅਸੀਂ ਤੁਹਾਨੂੰ ਜਿਹੜੇ ਰਿਲੀਫ ਵਾਸਤੇ ਦਿੱਤੇ ਸੀ, ਜਿਹੜੇ ਮਕਸਦ ਵਾਸਤੇ ਅਸੀਂ ਦਿੱਤੇ, ਤੁਸੀਂ ਕੀ ਉਸੇ ਵਾਸਤੇ ਵਰਤੇ ਕਿ ਨਹੀਂ ਵਰਤੇ? ਕਿਉਂਕਿ ਜਿਹੜਾ ਸਰਕਾਰ ਪੈਸਾ ਦੇ ਰਹੀ ਹੈ ਉਹ ਟੈਕਸ ਪੇਅਰਸ ਦਾ ਪੈਸਾ। ਸਰਕਾਰ ਨੂੰ ਕੱਲ੍ਹ ਨੂੰ ਜਿਹੜੀਆਂ ਆਪੋਜੀਸ਼ਨਸ ਆ ਪੁੱਛਣਗੀਆਂ ਵੀ ਤੁਸੀਂ ਇਹ ਪੈਸੇ ਦਿੱਤੇ ਸੀਗੇ, ਔਰ ਇਹ ਗੱਲ ਚੱਲ ਪਈ ਆ ਆਲਰੇਡੀ ਵੀ ਤੁਸੀਂ ਇੰਨਾ ਪੈਸਾ ਦਿੱਤਾ, ਉਹਦਾ ਹਿਸਾਬ ਕੀ ਹੈ? ਨੈਚੁਰਲੀ ਆ ਆਪੋਜੀਸ਼ਨ ਦਾ ਕੰਮ, ਉਹਦਾ ਕੰਮ ਪੁੱਛਣਾ। ਸਰਕਾਰ ਦਾ ਵੀ ਫਰਜ਼ ਹੈ ਸਾਨੂੰ ਦੱਸਣਾ ਵੀ ਉਹਨਾਂ ਨੇ ਪੈਸੇ ਇੱਥੇ ਦਿੱਤੇ ਆ, ਇੱਧਰ ਗਏ। ਸੋ ਸਰਕਾਰ ਆਲਰੇਡੀ ਆਡਿਟ ਕਰਨ ਲੱਗ ਪਈ ਹੈਗੀ ਹੈ। ਜਿਨ੍ਹਾਂ ਨੇ ਵੀ ਕੋਈ ਆਪਣੇ ਬੈਨੀਫਿਟਸ ਲਏ ਨੇ, ਰੈਂਟ ਰਿਲੀਫ ਜਿਹੜਾ ਲਿਆ ਹੈ ਜੀ, ਉਹਦਾ ਆਡਿਟ ਸ਼ੁਰੂ ਹੋ ਗਿਆ ਹੈ ਆਲਰੇਡੀ। ਮੇਰੇ ਕੋਲ ਨੰਬਰ ਨਹੀਂ ਹੈ, ਮੇਰੇ ਕੋਲ ਕਾਫੀ 700 ਦੇ ਨੇੜੇ ਤੱਕ ਆਲਰੇਡੀ ਇਹ ਆਡਿਟ ਹੋ ਚੁੱਕੇ ਨੇ ਜੀ, ਬਾਕੀ ਹਲੇ ਰਹਿੰਦੇ ਨੇ। ਸਰਕਾਰ ਜਿੱਥੇ ਵੀ ਕੋਈ ਸ਼ੱਕ ਪੈ ਰਿਹਾ ਜੀ ਉਹਦੇ ਆਡਿਟ ਸ਼ੁਰੂ ਹੋ ਗਿਆ ਜੀ। ਬਿਲਕੁਲ ਜੀ। ਤੇ ਸਰ ਥੋੜੀ ਜਿਹੀ ਮਿਆਂਮਾਰ ਦੀ ਗੱਲ ਕਰ ਲਈਏ, ਉੱਥੇ ਹਾਲਾਤ ਕਾਫੀ ਨਾਜ਼ੁਕ ਬਣੇ ਹੋਏ ਨੇ। ਅਸੀਂ ਦੇਖ ਰਹੇ ਹਾਂ ਕਿ ਭਾਰਤ ਦੇ ਨਾਲ ਕੁਝ ਅਜਿਹੇ ਮੁਲਕ ਹੋਰ ਵੀ ਨੇ ਜਿੱਥੇ ਅੰਦਰੂਨੀ ਜੰਗ ਇੱਕ ਤਰ੍ਹਾਂ ਨਾਲ ਛਿੜੀ ਹੋਈ ਆ। ਸੋ ਮਿਆਂਮਾਰ ਦੇ ਵਿੱਚ ਇਸ ਵਕਤ ਹਾਲਾਤ ਅਜਿਹੇ ਨੇ ਕਿ ਪ੍ਰਦਰਸ਼ਨਕਾਰੀਆਂ ਉੱਤੇ ਰਬੜ ਦੀਆਂ ਬੁਲਟਸ ਚਲਾਈਆਂ ਜਾ ਰਹੀਆਂ ਨੇ। ਸਰ ਮਿਲਟਰੀ ਵੱਲੋਂ ਇਸ ਵਕਤ ਸਾਰੇ ਪਾਸੇ ਆਪਣਾ ਟੇਕ ਓਵਰ ਕਰ ਲਿਆ ਗਿਆ ਵਾ, ਸੱਤਾ ਨੂੰ ਇੱਕ ਪਾਸੇ ਲਗਾ ਦਿੱਤਾ ਗਿਆ ਵਾ। ਜੋ ਇਸ ਵਕਤ ਉੱਥੇ ਲੋਕ ਪ੍ਰਦਰਸ਼ਨ ਕਰ ਰਹੇ ਨੇ, ਬੁਲਟਸ ਤੱਕ ਦਾ ਇਸਤੇਮਾਲ ਉਹਨਾਂ ਲਈ ਕੀਤਾ ਜਾ ਰਿਹਾ, ਕੀ ਕਹੋਗੇ? ਤਰਨ ਮਿਆਂਮਾਰ ਦੀ ਇਹ ਟ੍ਰੈਜਡੀ ਹੋਈ ਰਹੀ ਹੈ ਕਿ ਉੱਥੇ ਬਹੁਤ ਦੇਰ ਫੌਜ ਨੇ ਰਾਜ ਕੀਤਾ, ਔਰ ਹੁਣ ਤਾਂ ਜਿਹੜੀ ਸਰਕਾਰ ਬਣੀ ਹੈ ਇਹ ਡੈਮੋਕ੍ਰੈਟਿਕਲੀ ਇਲੈਕਟਡ ਗਵਰਨਮੈਂਟ ਦੁਆਰੇ ਬਣੀ ਸੀਗੀ, ਜਿਹੜੀ ਕਿ ਸਰਕਾਰ ਨੇ, ਜਿਹੜੀ ਮਿਲਟਰੀ ਨੇ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਦਿੱਤਾ। ਮਿਲਟਰੀ ਕਹਿ ਰਹੀ ਹੈ ਕਿ ਇਹ ਹੇਰਾਫੇਰੀ ਹੋਈ ਹੈ, ਕਿਉਂਕਿ ਮਿਲਟਰੀ ਦੇ ਜਿਹੜੇ ਆਪਦੇ ਕੈਂਡੀਡੇਟਸ ਖੜੇ ਕੀਤੇ ਹੋਏ ਸੀਗੇ, ਮਿਲਟਰੀ ਨੇ ਇਲੈਕਸ਼ਨ ਲੜੀ ਹੈ, ਉਹਨਾਂ ਦੇ ਜਿਹੜੇ ਆਪਦੇ ਬੈਕਿੰਗ ਜਿਨ੍ਹਾਂ ਦੀ ਕੈਂਡੀਡੇਟਸੀ ਕੀਤੀ ਸੀ ਉਹ ਹਾਰ ਗਏ ਨੇ, ਉਹ ਬੁਰੀ ਤਰ੍ਹਾਂ ਹਾਰ ਗਏ ਨੇ। ਮਿਲਟਰੀ ਨੂੰ ਇਹ ਗੱਲ ਚੰਗੀ ਨਹੀਂ ਲੱਗੀ, ਸੋ ਉਹਨਾਂ ਨੇ ਪ੍ਰਾਈਮ ਮਿਨਿਸਟਰ ਨੂੰ ਫੜ ਲਿਆ ਹੈਗਾ, ਉਹਦੇ ਨਾਲ ਦੇ ਕੈਬਨਿਟਸ ਵਾਲਿਆਂ ਨੂੰ ਸਾਰੇ ਫੜ ਲਿਆ। ਹੁਣ ਲੋਕੀ ਸੜਕਾਂ ਤੇ ਉਤਰ ਆਏ ਨੇ। ਕੱਲ੍ਹ ਆਪਾਂ ਗੱਲ ਕੀਤੀ ਸੀ, ਬੁੱਧੀਜੀਵੀ ਸਟੂਡੈਂਟਸ ਸਭ ਤੋਂ ਪਹਿਲਾਂ ਇਹ ਕੰਮ ਸ਼ੁਰੂ ਕਰਦੇ ਹੁੰਦੇ ਨੇ, ਉਹ ਬਾਹਰ ਆ ਗਏ ਨੇ। ਉਹਦੇ ਨਾਲ ਹੁਣ ਜਿਹੜੇ ਬਾਕੀ ਲੋਕ ਆ ਉਹ ਵੀ ਆਉਣ ਲੱਗੇ ਹੋਏ ਨੇ, ਔਰ ਮੁਜ਼ਾਹਰੇ ਹਰ ਰੋਜ਼ ਹੋ ਰਹੇ ਨੇ। ਸਰਕਾਰ ਕਹਿੰਦੀ ਅਸੀਂ ਮੁਜ਼ਾਹਰੇ ਹੋਣੇ, ਫਿਰ ਕੱਲ੍ਹ ਪਹਿਲੀ ਵਾਰੀ ਐਸੀ ਗੱਲ ਹੋਈ ਹੈ ਕਿ ਰਬੜ ਬੁਲਟਸ ਦੀ ਵਰਤੋਂ ਕੀਤੀ ਗਈ ਹੈਗੀ ਹੈ। ਰਬੜ ਬੁਲਟ ਠੀਕ ਹੈ ਤਰਨ, ਉਹ ਵੀ ਸੱਟ ਬਹੁਤ ਮਾਰਦਾ ਬੰਦੇ ਦੀ, ਉਹਦੇ ਨਾਲ ਵੀ ਡੈਥ ਹੋ ਸਕਦੀ ਜੇ ਟਿਕਾਣੇ ਲੱਗਿਆ ਹੋਵੇ। ਸਰਕਾਰ ਨੇ ਜੋ ਮਿਲਟਰੀ ਨੇ ਹੁਣ ਇਹ ਕੰਮ ਸ਼ੁਰੂ ਕਰ ਦਿੱਤਾ ਹੈ, ਔਰ ਲੋਕਾਂ ਨੂੰ ਫੜੋ ਫੜਾਈ ਸ਼ੁਰੂ ਹੋਈ ਹੈ। ਇਹ ਹੁਣ ਦੇਖੋ ਮਿਲਟਰੀ ਕਹਿੰਦੀ ਜਿਹੜਾ ਕਾਨੂੰਨ ਨੂੰ ਭੰਨੂਗਾ, ਨੈਚੁਰਲੀ ਹੈ, ਉਹ ਕਹਿੰਦੇ ਜਿਹੜਾ ਉਹਨਾਂ ਦੇ ਮੁਤਾਬਕ ਕਾਨੂੰਨ ਭੰਨਿਆ ਜਾ ਰਿਹਾ, ਪਰ ਅਗਲਾ ਡੈਮੋਕ੍ਰੈਟਿਕਲੀ ਮੁਜ਼ਾਹਰਾ ਕਰ ਰਿਹਾ ਹੈਗਾ। ਉਹਨਾਂ ਦੇ ਮੁਤਾਬਕ ਜਿਹੜਾ ਕਾਨੂੰਨ ਨੂੰ ਭੰਨੂਗਾ ਅਸੀਂ ਕਹਿੰਦੇ ਸਖਤੀ ਨਾਲ ਦਬਾਵਾਂਗੇ। ਹੁਣ ਜਾਏਗੀ ਗੱਲ ਕਿੱਧਰ ਨੂੰ ਪਤਾ ਨਹੀਂ, ਪਰ ਪਰਮਾਤਮਾ ਮਿਹਰ ਕਰੇ ਉੱਥੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਹੈ। ਬਿਲਕੁਲ ਸਰ, ਹਾਲਾਤ ਚੰਗੇ ਨਹੀਂ ਹੈਗੇ। ਹੋਪਸ ਹੋ ਕਿ ਅਸੀਂ ਕਿਸੇ ਦੇਸ਼ ਦੇ ਅੰਦਰੂਨੀ ਮਾਮਲੇ 'ਚ ਦਖਲਅੰਦਾਜ਼ੀ ਨਹੀਂ ਕਰ ਰਹੇ ਹੈਗੇ, ਆਪਾਂ ਸਿਰਫ ਆਪਣੇ ਵਿਚਾਰ ਵਿਅਕਤ ਕਰ ਰਹੇ ਹਾਂ। ਤਰਨ ਫਿਰ ਆਪਣੇ ਤਾਂ ਜਿੰਨੀਆਂ ਸਾਰੀਆਂ ਨਿਊਜ਼ ਆ ਹਰੇਕ ਦੀ ਦੇਸ਼ ਦੇ ਵਿੱਚ ਦਖਲਅੰਦਾਜ਼ੀ ਹੈਗੀ ਆ। ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰਪ, ਇੰਡੀਆ ਦੀ ਤਾਂ ਆਪਾਂ ਗੱਲ ਘੱਟ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਬਾਹਰਲੀਆਂ ਕਵਰ ਹੁੰਦੀਆਂ ਨੇ, ਉੱਧਰ ਜ਼ਿਆਦਾ ਦਖਲਅੰਦਾਜ਼ੀ, ਪਰ ਇੰਡੀਆ ਦੀ ਇੱਕ ਅੱਧੀ ਗੱਲ ਤਾਂ ਜ਼ਰੂਰ ਕਰਾਂਗੇ ਜ਼ਰੂਰ। ਬਿਲਕੁਲ ਸਰ, ਅਗਲੀ ਖਬਰ ਆਸਟ੍ਰੇਲੀਆ ਦੀ ਜ਼ਰੂਰ ਕਰ ਲਈਏ। ਹਾਂਜੀ, ਗੂਗਲ ਦਾ ਬੜਾ ਉੱਥੇ ਰੌਲਾ ਪੈ ਰਿਹਾ।
ਤਰਨ ਇਹ ਇੱਕ ਬਹੁਤ ਵੱਡੀ ਗੱਲ ਹੈ। ਜਿਹੜਾ ਸਟੈਂਡ ਆਸਟ੍ਰੇਲੀਅਨ ਗਵਰਨਮੈਂਟ ਨੇ ਲਿਆ ਇਹ ਬਾਕੀ ਦੇਸ਼ਾਂ ਦੇ ਵਿੱਚ ਵੀ ਲਿਆ ਜਾਵੇਗਾ, ਚਾਂਸਸ ਹੈਗੇ ਆ। ਉਹਨੇ ਇਹ ਗੱਲ ਕਹੀ ਆ ਔਰ ਗੱਲ ਹੈ ਬੜੀ, ਇਹ ਗੱਲ ਕੰਮ ਦੀ ਕੀਤੀ ਆ ਉਹਨਾਂ ਨੇ। ਗੱਲ ਕਰਾਂਗੇ ਜੀ, ਦਰਸ਼ਕ ਇੱਕ ਜੁੜ ਗਏ ਨੇ। ਬਿਲਕੁਲ, ਹਾਂਜੀ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ 'ਚ। ਕਿੱਥੋਂ ਬੋਲ ਰਹੇ ਹੋ ਸਰ? ਜੀ ਮੈਂ ਵਿਸ਼ੇਸ਼ਾਲਤਾ ਤੋਂ ਬੋਲ ਰਿਹਾ, ਮੇਜਰ ਸਿੰਘ ਧਾਲੀਵਾਲ। ਹਾਂਜੀ ਧਾਲੀਵਾਲ ਸਾਹਿਬ, ਕੀ ਕਹਿਣਾ ਚਾਹੁੰਦੇ ਹੋ? ਮੈਂ ਐਕਚੁਅਲੀ ਇਹ CERB ਤੋਂ ਇਸ ਦੇ ਸੰਬੰਧ ਵਿੱਚ ਗੱਲ ਕਰਨੀ ਸੀ। ਜ਼ਰੂਰ, ਹਾਂਜੀ ਦੱਸੋ। ਮੈਂ ਐਕਚੁਅਲੀ ਜੌਬ ਕਰਦਾ ਇੱਥੇ, ਫੁੱਲ ਟਾਈਮ ਜੌਬ। ਮੈਂ ਲੋਕੇਸ਼ਨ ਤੇ ਗਿਆ ਸੀ ਹਾਂਜੀ 11 ਮਾਰਚ ਨੂੰ। ਹਾਂਜੀ 20 ਨੂੰ ਤੇ ਮੈਂ ਉੱਥੇ ਸਟਕ ਹੋ ਗਿਆ ਸੀਗਾ ਜੀ ਹਾਂ। ਤੇ ਮੈਂ ਦਸੰਬਰ ਦੇ ਵਿੱਚ ਵਾਪਸ ਆਇਆ ਤੇ ਮੈਂ ਇਹ ਮੇਰੇ ਲਈ ਐਲੀਜੀਬਿਲਟੀ ਹੈ? ਤੁਹਾਡਾ ਜੀ ਬਹੁਤ ਟਿਪੀਕਲ ਕੁਐਸਚਨ ਹੈ ਜੀ। ਇਹ ਹੋ ਸਕਦਾ ਅਸੀਂ ਜਵਾਬ ਨਾ ਦੇ ਸਕੇ, ਪਰ ਇੱਕ ਗੱਲ ਜ਼ਰੂਰ ਹੈ, CERB ਦੀ ਇੱਕ ਕੰਡੀਸ਼ਨ ਹੈ ਜੀ। ਉਹ ਕੰਡੀਸ਼ਨ ਇਹ ਹੈ, ਜੇ ਤੁਹਾਡੀ ਜੌਬ COVID-19 ਕਰਕੇ ਗਈ ਹੈ ਤਾਂ ਐਲੀਜੀਬਲ ਹੋ। ਮੈਨੂੰ ਨਹੀਂ ਲੱਗਦਾ, ਫਿਰ ਤੁਸੀਂ ਐਲੀਜੀਬਲ ਨਹੀਂ ਹੋ ਜੀ। ਫਿਰ ਐਲੀਜੀਬਲ ਉਹਦੀ ਇੱਕ ਹੀ ਕੰਡੀਸ਼ਨ ਹੈ ਜੀ। ਮਤਲਬ ਮੈਂ 9 ਮਹੀਨੇ ਉੱਥੇ ਰਿਹਾ, ਇੰਡੀਆ ਦੇ ਵਿੱਚ ਸਟਕ ਰਿਹਾ। ਆਈ ਐਗਰੀ ਵਿਦ ਯੂ। ਜਿਹੜੇ ਤੁਸੀਂ ਸਟਕ ਰਹੇ ਹੋ ਉਹ ਜਿਹੜੇ ਹਾਲਾਤ ਸੀਗੇ ਉਹਨਾਂ ਦੇ ਵਿੱਚ ਇਹ ਨਹੀਂ ਹੈ ਕਿ ਤੁਸੀਂ ਜਿਹੜੀ CERB ਤਾਂ ਸ਼ੁਰੂ ਕੀਤਾ ਸੀ, ਜਿਹੜੇ ਲੋਕਾਂ ਨੂੰ ਕਿਹਾ ਵੀ ਘਰੇ ਬੈਠੋ, ਤੁਹਾਡੀ ਜੇ ਜੌਬ ਚਲੀ ਗਈ ਆ ਤਾਂ ਅਸੀਂ ਤੁਹਾਨੂੰ ਉਹਦੇ CERB ਦੇਵਾਂਗੇ। ਜਿਹਦੀ ਜੌਬ ਨਹੀਂ ਗਈ ਜੀ ਉਹ ਕੁਆਲੀਫਾਈ ਨਹੀਂ ਕਰਦਾ। ਬਾਕੀ ਮੇਰਾ ਖਿਆਲ ਤੁਹਾਨੂੰ ਆਪਣੇ ਅਕਾਊਂਟੈਂਟ ਤੋਂ ਜ਼ਰੂਰ ਪੁੱਛਣੀ ਚਾਹੀਦੀ ਹੈ। ਨਹੀਂ, ਮੈਂ ਐਕਚੁਅਲੀ ਇੱਥੋਂ ਸਰ ਤੁਸੀਂ ਇੱਥੇ PR ਹੋ, ਸਿਟੀਜ਼ਨ ਹੋ, ਕੀ ਹੈ ਤੁਹਾਡਾ ਸਟੇਟਸ? ਮੈਂ PR ਹਾਂ ਜੀ ਇੱਥੇ। ਸਰ ਐਕਚੁਅਲੀ ਪਤਾ ਕੀ ਹੈ, ਜਿਵੇਂ ਤੁਸੀਂ ਸਟਕ ਦੀ ਗੱਲ ਕਰ ਰਹੇ ਹੋ, ਸਰਕਾਰ ਨੇ PR ਹੋਲਡਰਸ ਤੇ ਸਿਟੀਜ਼ਨਸ ਲਈ ਆਲਰੇਡੀ ਫਲਾਈਟਸ ਕੀਤੀਆਂ ਹੋਈਆਂ ਸੀ ਅਰੇਂਜ, ਕਿ ਤੁਸੀਂ ਉੱਥੋਂ ਆ ਸਕਦੇ ਹੋ ਪ੍ਰਾਇੋਰਟੀ ਬੇਸਿਸ ਦੇ ਉੱਤੇ। ਤੁਸੀਂ ਆਪਣੇ ਫਾਈਨੈਂਸ਼ੀਅਲ ਐਡਵਾਈਜ਼ਰ ਜਾਂ CA ਨਾਲ ਗੱਲ ਜ਼ਰੂਰ ਕਰੋ, ਤੁਸੀਂ ਕਿਸੇ ਤਰੀਕੇ ਨਾਲ ਐਲੀਜੀਬਲ ਹੋ ਸਕੇ। 5000 ਦਾ ਜਿਹੜਾ ਲੋਨ ਸਰਕਾਰ ਨੇ ਉਦੋਂ ਕਰਨਾ ਸੀ, ਉਹਦੇ ਲਈ ਤਾਂ ਤੁਸੀਂ ਐਲੀਜੀਬਲ ਸੀਗੇ ਜੇ ਤੁਸੀਂ ਲੋਨ ਲੈਣਾ ਚਾਹੁੰਦੇ ਸੀ ਵਾਪਸ ਆਉਣ ਲਈ। ਇਸ ਤੋਂ ਇਲਾਵਾ ਤੁਸੀਂ ਕਿਸੇ ਹੋਰ ਬੈਨੀਫਿਟ ਲਈ ਐਲੀਜੀਬਲ ਹੋ, ਤੁਸੀਂ ਉਹਨਾਂ ਨਾਲ ਸੰਪਰਕ ਕਰੋ, ਜ਼ਿਆਦਾ ਬੈਟਰ ਜ਼ਰੂਰ ਕਰੋ। ਹਾਂਜੀ, ਪਰ ਮੈਂ ਜਿੰਨਾ ਕੁ ਤੁਸੀਂ ਕੇਸ ਮੈਨੂੰ ਦੱਸਿਆ ਜੀ ਉਸ ਮੁਤਾਬਕ ਆਈ ਡਾਊਟ ਇਟ ਕਿ ਸ਼ਾਇਦ ਤੁਹਾਨੂੰ ਤੁਸੀਂ ਕੁਆਲੀਫਾਈ ਕਰਦੇ ਹੋ। ਹਾਂਜੀ ਬਿਲਕੁਲ ਜੀ, ਸ਼ੁਕਰੀਆ ਸਰ ਤੁਸੀਂ ਕਾਲ ਕੀਤੀ ਹੈ ਪ੍ਰੋਗਰਾਮ 'ਚ। ਥੈਂਕ ਯੂ ਸੋ ਮਚ। ਆਸਟ੍ਰੇਲੀਆ ਦੀ ਗੱਲ ਕਰਦੇ ਸੀ ਆਪਾਂ, ਜਿਹੜੀ ਗੂਗਲ ਗੱਲ ਕਰ ਰਿਹਾ, ਗੂਗਲ ਐਡ ਕਰ ਰਿਹਾ। ਤੁਸੀਂ ਹੁਣ ਆਰਟੀਕਲ ਲਿਖਿਆ, ਤੁਸੀਂ ਉਹ ਤੇ ਬਹੁਤ ਖੋਜ ਕੀਤੀ ਆ, ਰਿਸਰਚ ਕੀਤੀ ਆ, ਉਹ ਤੇ ਪੈਸੇ ਖਰਚੇ, ਸੋਰਸਸ ਨੂੰ ਪੈਸੇ ਦਿੱਤੇ, ਬਹੁਤ ਕੁਝ ਕੀਤਾ। ਤੁਸੀਂ ਆਰਟੀਕਲ ਛਾਪਤਾ, ਉਹ ਗੂਗਲ ਨੇ ਅੱਗੇ ਪ੍ਰਿੰਟ ਕਰਤਾ, ਗੂਗਲ ਆਪਦੀ ਐਡ ਬਣਾ ਰਿਹਾ ਉੱਤੇ, ਗੂਗਲ ਉੱਤੇ ਪੈਸੇ ਰਹੇ, ਤੁਹਾਨੂੰ ਕੁਝ ਵੀ ਨਹੀਂ ਮਿਲ ਰਿਹਾ। ਗੂਗਲ $100 ਦੇ ਵਿੱਚੋਂ ਆਸਟ੍ਰੇਲੀਆ ਦੇ ਵਿੱਚ $53 ਲੈ ਕੇ ਜਾਂਦਾ, ਜਿਹੜੀ ਆਨਲਾਈਨ ਐਡ ਹੁੰਦੀ ਹੈ। 53 ਉਹਦੇ ਜਾਂਦੇ ਆ ਜੀ, ਫੇਸਬੁੱਕ 28 ਲੈ ਕੇ ਜਾਂਦੀ ਹੈ, ਤੇ ਜਿਹੜੀਆਂ ਬਾਕੀ ਵੈਬਸਾਈਟਾਂ ਨੇ ਛੋਟੀਆਂ ਉਹਨੂੰ ਇਕੱਲੇ $19 ਹੀ ਮਿਲਦੇ ਹੈਗੇ ਨੇ। ਆਸਟ੍ਰੇਲੀਆ ਇਸ ਗੱਲ ਨੂੰ ਬੈਨ ਕਰਨ ਜਾ ਰਿਹਾ। ਉਹ ਕਹਿੰਦਾ ਜਿਹਨੇ ਇੱਥੇ ਸਰਵਿਸ ਪ੍ਰੋਵਾਈਡ ਕਰਨੀ ਹੈ, ਕਾਲਿਨ ਐਪ ਜਿਹਨੇ ਇਹ ਸਰਵਿਸ ਪ੍ਰੋਵਾਈਡ ਕਰਨੀ ਹੈ, ਉਹਨਾਂ ਨੂੰ ਜਿਹੜੇ ਛੋਟੇ ਆ ਉਹਨਾਂ ਨੂੰ ਪੈਸੇ ਦੇਣੇ ਹੋਣਗੇ। ਮਾਈਕਰੋਸਾਫਟ ਇਸ ਸਾਈਟ ਤੇ ਆਸਟ੍ਰੇਲੀਅਨ ਗਵਰਨਮੈਂਟ ਦੇ ਨਾਲ ਆ ਕੇ ਖੜਾ ਹੋ ਗਿਆ। ਉਹ ਕਹਿੰਦਾ ਜੇ ਕਿਸੇ ਨੇ ਜਾਣ ਜਾਵੇ ਅਸੀਂ ਤੁਹਾਡੇ ਨਾਲ ਖੜਦੇ ਹਾਂ। ਕਾਲਰ ਜੁੜ ਕੇ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਹੈਲੋ ਕਾਲਰ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਕੀ ਕਹਿਣਾ ਚਾਹੁੰਦੇ ਹੋ? ਹੈਲੋ ਹਾਂਜੀ ਮੈਮ ਸਤਿ ਸ਼੍ਰੀ ਅਕਾਲ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਜੀ ਦੀਪ ਸਿੱਧੂ ਦੇ ਟੌਪਿਕ ਤੇ ਗੱਲ ਚੱਲ ਰਹੀ? ਨਹੀਂ ਜੀ, ਦੀਪ ਸਿੱਧੂ ਦਾ ਟੌਪਿਕ ਓਵਰ ਹੋ ਚੁੱਕਿਆ। ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਤੁਸੀਂ ਦੱਸ ਸਕਦੇ ਹੋ। ਦੱਸੋ ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਓਕੇ ਜੀ, ਦੀਪ ਸਿੱਧੂ ਲਾਲ ਕਿਲੇ ਤੇ ਦੀਪ ਸਿੱਧੂ ਕੱਲਾ ਨਹੀਂ ਗਿਆ ਜੀ, ਇਹ ਪੁਲਿਸ ਦੀ ਚਾਲ ਸੀ। ਉਹਨਾਂ ਨੇ ਰਿੰਗ ਰੋਡ ਦਾ ਰਸਤਾ ਖੋਲਿਆ, ਦੂਜੇ ਪਾਸੇ ਦਾ ਬੰਦ ਕੀਤਾ। ਜਿਹੜੇ ਪੇਂਡੂ ਲੋਕ ਆਏ ਸੀ ਉਹਨਾਂ ਨੂੰ ਪਤਾ ਹੀ ਨਹੀਂ ਕਿ ਲਾਲ ਕਿਲਾ ਕਿੱਥੇ ਆ ਕਿ ਰਿੰਗ ਰੋਡ ਕਿੱਥੇ ਆ। ਜੀ ਉਹ ਪੇਂਡੂ ਲੋਕ ਜਦੋਂ ਸਾਰੇ ਚਲ ਗਏ ਆ ਤੇ ਦੀਪ ਸਿੱਧੂ ਵੀ ਨਾਲ ਚਲ ਗਿਆ। ਦੀਪ ਸਿੱਧੂ ਕਿਸੇ ਨੂੰ ਲੈ ਕੇ ਨਹੀਂ ਗਿਆ, ਲੋਕ ਆਪ ਹੀ ਚਲ ਗਏ। ਲੋਕਾਂ ਨੂੰ ਪਤਾ ਹੀ ਨਹੀਂ ਲਾਲ ਕਿਲਾ ਕਿੱਧਰ ਹੈ। ਜਦੋਂ ਲਾਲ ਕਿਲੇ ਗਏ ਆ ਫਿਰ ਪਤਾ ਲੱਗਾ ਦਿਆ ਲੋਕਾਂ ਨੂੰ। ਪਿੰਡ ਤੇ ਸ਼ਹਿਰ 'ਚ ਸਾਰੇ ਲੋਕ ਸ਼ਾਮਲ ਸੀਗੇ। ਕਈਆਂ ਨੇ ਉਧਰ ਦਿੱਲੀ ਦੇ ਲਾਲ ਕਿਲੇ ਵੱਲ ਦਾ ਰੁਖ ਨਹੀਂ ਕੀਤਾ, ਬਹੁਤਿਆਂ ਨੂੰ ਨਹੀਂ ਰੂਟ ਦਾ ਪਤਾ ਸੀ, ਕੁਝ ਉੱਥੇ ਹੋਸ਼-ਪੋਸ਼ ਬਹੁਤ ਪਈ ਹੋਈ ਸੀ, ਸੋ ਨਹੀਂ ਪਤਾ ਲੱਗਿਆ। ਸ਼ੁਕਰੀਆ ਜੀ, ਤੁਸੀਂ ਦੀਪ ਸਿੱਧੂ ਬਾਰੇ ਆਪਣੇ ਵਿਚਾਰ ਦਿੱਤੇ। ਮਤਲਬ ਤੁਸੀਂ ਫੇਵਰ ਕਰਦੇ ਹੋ ਦੀਪ ਸਿੱਧੂ ਦਾ? ਦੀਪ ਸਿੱਧੂ ਇਹਨਾਂ ਨੇ ਕਿਹਾ ਸੀ ਜੀ ਗਦਾਰ ਦੀਪ ਸਿੱਧੂ ਜਦੋਂ 4-5 ਬੰਦੇ ਹੀ ਸਿਰਫ ਦਿੱਲੀ ਅੰਦੋਲਨ ਤੇ, ਦੀਪ ਸਿੱਧੂ ਤਾਂ ਉਦੋਂ ਦਾ ਹੀ ਉੱਥੇ ਗਿਆ ਲੈ ਕੇ ਇਹਨਾਂ ਨੂੰ, ਜਥੇਬੰਦੀਆਂ ਨੂੰ ਆਪ ਲੈ ਕੇ ਗਿਆ ਦਿੱਲੀ। ਜਥੇਬੰਦੀਆਂ ਤੇ ਰੇਲਵੇ ਟਰੈਕਾਂ ਤੇ ਬੈਠੀਆਂ ਸੀ। ਇਹ ਜਥੇਬੰਦੀਆਂ ਐਵੇਂ ਵੀ ਬੱਚੇ ਅੱਗੇ ਆ ਜਾਣ, ਕਿਤੇ ਬੱਚੇ ਦੋਵੇਂ ਸਾਰੇ ਅੰਦੋਲਨ ਚੁੱਕਣ ਵਾਲੇ ਹੀ ਦੀਪ ਸਿੱਧੂ ਤੇ ਲੱਖਾ ਸਿਧਾਣਾ।
ਠੀਕ ਹੈ ਜੀ, ਬਿਲਕੁਲ ਥੈਂਕ ਯੂ ਜੀ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਪ੍ਰੋਗਰਾਮ 'ਚ ਕਾਲ ਕੀਤੀ, ਆਪਣੇ ਵਿਚਾਰ ਸਾਂਝੇ ਕੀਤੇ ਨੇ, ਸ਼ੁਕਰੀਆ ਸਰ। ਬਿਲਕੁਲ ਗੱਲ ਕਰਾਂਗੇ ਦੇ ਬਾਰੇ ਬਾਅਦ ਵਿੱਚ ਸਰ, ਆਪਾਂ ਪਹਿਲਾਂ ਆਸਟ੍ਰੇਲੀਆ ਦਾ ਮੈਟਰ ਜ਼ਰੂਰ ਇੱਥੇ ਸੌਰਟ ਆਊਟ ਕਰ ਲਈਏ। ਦੈਟਸ ਰਾਈਟ। ਜਿਹੜਾ ਹੁਣ ਆਸਟ੍ਰੇਲੀਆ ਉਹਦੇ ਵਿੱਚ ਜਿਹੜੀ ਮਾਈਕਰੋਸਾਫਟ ਨੇ ਹੁਣ ਇਹ ਗੱਲ ਕਹੀ ਹੋਈ ਹੈ ਆਸਟ੍ਰੇਲੀਅਨ ਗਵਰਨਮੈਂਟ ਨੂੰ ਵੀ ਜੇ ਕੋਈ ਹੋਰ ਜਾਊਗਾ ਤਾਂ ਅਸੀਂ ਪ੍ਰੋਵਾਈਡ ਕਰਾਂਗੇ। ਸੋ ਇਟ ਮੀਨਸ ਗੂਗਲ ਨੂੰ ਬਹੁਤ ਹੁਣ ਸੋਚਣਾ ਪਵੇਗਾ ਵੀ, ਔਰ ਚਾਹੀਦਾ ਵੀ ਹੈ, ਜਿਹੜੇ ਬੰਦੇ ਉਹਦੇ ਤੇ ਮਿਹਨਤ ਕਰਦੇ ਉਹਨਾਂ ਨੂੰ ਕੁਝ ਮਿਲ ਨਹੀਂ ਰਿਹਾ। ਗੂਗਲ ਆਪਦੀ ਐਡ ਬਣੇ, ਜਸਟ ਇਮੈਜਿਨ ਆਊਟ ਆਫ $100 $53 more than 50% is going to Google, ਜਿਹੜੀ ਉਹ ਐਡ ਦੇ ਉੱਤੇ ਹੈ, ਜਿਹੜਾ ਸਿਰਫ ਆਪਦਾ ਪ੍ਰੋਵਾਈਡਰ ਦੇ ਰਿਹਾ, ਉਹਦੇ ਕਰਕੇ ਉਹ ਪੈਸੇ ਬਣਾ ਰਿਹਾ। ਇਟਸ ਇਹ ਗੂਗਲ ਡਰਦਾ ਪਤਾ ਕੀ ਹੈ, ਇਹ ਸਹੇ ਦੀ ਨਹੀਂ ਪੈਸੇ ਦੀ ਹੈ। ਜਿਹੜਾ ਇੱਥੇ ਜੇ ਕਾਨੂੰਨ ਬਣ ਗਿਆ ਤਾਂ ਬਾਕੀ ਕੰਟਰੀਜ਼ ਵੀ ਫੋਲੋ ਕਰਨਗੇ, ਐਂਡ ਇਹ ਉਸ ਵਾਸਤੇ ਬਹੁਤ ਵੱਡੀ ਗੱਲ ਆ ਰਹੀ ਹੈ। ਔਰ ਦੇਖੋ ਇਟਸ ਗੋਇੰ ਟੂ ਬੀ ਵੈਰੀ ਇੰਟਰਸਟਿੰਗ। ਗੂਗਲ ਨੇ ਛੇਤੀ ਕਿਤੇ ਛੱਡਣਾ ਨਹੀਂ ਹੈ, ਪਰ ਦੇਖੋ ਕੋਰਟਸ ਦੇ ਵਿੱਚ ਕੇਸ ਜਾਏਗਾ ਜੀ, ਪਰ ਕਾਨੂੰਨ ਇਹ ਬਹੁਤ ਛੇਤੀ ਆਸਟ੍ਰੇਲੀਅਨ ਗਵਰਨਮੈਂਟ ਪਾਰਲੀਮੈਂਟ ਦੇ ਵਿੱਚ ਕਾਨੂੰਨ ਪਾਸ ਕਰਨ ਜਾ ਰਹੀ ਹੈ। ਬਿਲਕੁਲ ਜੀ, ਉਧਰ ਗੂਗਲ ਤੋਂ ਬਾਅਦ ਹੁਆਵੇ ਦੀ ਵੀ ਥੋੜੀ ਜਿਹੀ ਗੱਲ ਕਰ ਲਈਏ। ਆਖਿਰਕਾਰ ਜਦੋਂ ਸੱਤਾ ਪਰਿਵਰਤਨ ਹੋਇਆ, ਇੱਕ ਤਰ੍ਹਾਂ ਨਾਲ ਕਹਿ ਦਈਏ ਅਮਰੀਕਾ ਦੇ ਵਿੱਚ, ਉਸ ਤੋਂ ਬਾਅਦ ਮਿਸਟਰ ਬਾਈਡਨ ਸਾਹਿਬ ਨੇ ਇਸ ਵਕਤ ਅਹੁਦਾ ਸੰਭਾਲਿਆ ਹੋਇਆ। ਹੁਣ ਹੁਆਵੇ ਦੇ CEO ਦਾ ਵੀ ਸਟੇਟਮੈਂਟ ਸਾਹਮਣੇ ਆਈ ਹੈ, ਉਹਨਾਂ ਨੇ ਕਿਹਾ ਕਿ ਜੇਕਰ ਮਿਸਟਰ ਬਾਈਡਨ ਸਾਨੂੰ ਕਾਲ ਕਰਦੇ ਨੇ, ਮੋਸਟ ਵੈਲਕਮ ਹੈ, ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਰ। ਤਰਨ, ਜਿਹੜੀ ਹੁਆਵੇ ਕੰਪਨੀ ਹੈਗੀ ਆ, ਚਾਹੇ ਮੰਨੋ ਜਾਂ ਨਾ ਮੰਨੋ, ਇਹ ਚਾਈਨਾ ਦੀ ਹੋਈ ਕੰਪਨੀ ਹੈ। ਮੇਰਾ ਮਤਲਬ ਚਾਈਨੀਜ਼ ਸਰਕਾਰ ਦੀ ਕੰਪਨੀ ਹੈ, ਕਿਉਂਕਿ ਇਸੇ ਕਰਕੇ ਚਾਈਨਾ ਨੇ ਜਿਹੜੇ ਸਾਡੇ 2 ਮਾਈਕਲਸ ਫੜੇ ਹੋਏ ਨੇ, ਉਹ ਹੁਆਵੇ ਦੀ ਜਿਹੜੀ ਏਸ ਚੀਫ ਦੀ ਬੇਟੀ ਆ, ਉਹ ਜਿਹਦੀ ਇਹ ਸਟੇਟਮੈਂਟ ਆਈ ਹੈਗੀ ਆ, ਉਸ ਕਰਕੇ ਸਾਡੇ 2 ਮਾਈਕਲਸ ਫੜੇ ਨੇ। ਇਟ ਮੀਨਸ ਸਰਕਾਰ ਤੇ ਹੁਆਵੇ ਇੱਕੋ ਗੱਲ ਹੈ ਰਿਗਾਰਡਲੈਸ। ਹੁਣ ਇਹ ਸਰਕਾਰ ਵੱਲੋਂ ਇਨਡਾਇਰੈਕਟਲੀ ਹੱਥ ਵਧਾਇਆ ਗਿਆ ਬਾਈਡਨ ਜਿਹੜੀ ਹੈ ਐਡਮਿਨਿਸਟ੍ਰੇਸ਼ਨ ਨੇ, ਕਿਉਂਕਿ ਟਰੰਪ ਸਾਹਿਬ ਤਾਂ ਚਾਈਨੀਜ਼ ਕਰੀ ਗਏ ਨੇ, ਉਹਨਾਂ ਨੇ ਇਸ ਗੱਲ ਕਰਕੇ ਜਵਾਬ ਦਿੱਤਾ ਸੀ ਬਿਲਕੁਲ, ਔਰ ਉਹਨੇ ਇਹ ਦੋਸਤੀ ਦਾ ਹੱਥ ਵਧਾਇਆ। ਬਾਈਡਨ ਸਾਹਿਬ ਇਹਨੂੰ ਕਿੱਥੇ ਤੱਕ ਲੈ ਕੇ ਜਾਂਦੇ ਆ, ਇਹ ਗੱਲ ਕਿੱਥੇ ਤੱਕ ਜਾਂਦੀ ਹੈ, ਪਰ ਜੇ ਕਿਤੇ ਇਸ ਗੱਲ ਦੀ ਕੋਈ ਗੱਲ ਬਣ ਜਾਂਦੀ ਹੈ ਤਾਂ ਜਿਹੜੇ ਸਾਡੇ 2 ਮਾਈਕਲਸ ਨੇ ਉਹਨਾਂ ਦੇ ਵਾਪਸ ਆਉਣ ਦੇ ਚਾਂਸਸ ਬਹੁਤ ਵੱਧ ਜਾਂਦੇ ਨੇ। ਇਹ ਦੇਖਦੇ ਹੁਣ ਜਿਹੜੀ ਬਾਈਡਨ ਸਰਕਾਰ ਹੈਗੀ ਆ, ਇਸ ਗੱਲ ਦਾ ਜਵਾਬ ਕਿਵੇਂ ਦਿੰਦੀ ਹੈ। ਪਰ ਛੇਤੀ ਕਿਤੇ ਸਰਕਾਰਾਂ ਕਲੇਸ਼ ਘਟਾਉਣ ਵਾਲੀ, ਮੈਨੂੰ ਲੱਗਦਾ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਹੈ, ਇਹ ਕਲੇਸ਼ ਘਟਾਉਣ ਵਾਲੀ ਐਡਮਿਨਿਸਟ੍ਰੇਸ਼ਨ ਹੈ, ਇਹ ਵਧਾਉਣ ਵਾਲੀ ਨਹੀਂ ਹੈ। ਹੋਪਫੁਲੀ ਥਿੰਗਸ ਕਮ ਸਮਥਿੰਗ ਪੋਜ਼ਿਟਿਵ ਫॉर ਅਸ ਐਜ਼ ਵੈਲ। ਬਿਲਕੁਲ ਜੀ, ਉਧਰ ਟਰੰਪ ਸਾਹਿਬ ਦੇ ਉੱਤੇ ਵੀ ਕਹਿੰਦੇ ਇੰਪੀਚਮੈਂਟ ਦੀ ਸੈਕਿੰਡ ਜਿਹੜੀ ਸਟੇਜ ਸ਼ੁਰੂ ਹੋ ਚੁੱਕੀ ਹੈ। ਕਾਰਨ ਉਹ ਹੋਣੀ ਹੋਈ ਸੀਗੀ, ਉਹ ਸ਼ੁਰੂ ਹੋ ਚੁੱਕੀ ਹੈ, ਔਰ ਉਹਦੇ ਫॉर ਐਂਡ ਅਗੇਂਸਟ ਜਿਹੜੇ ਬਿਆਨਬਾਜ਼ੀ ਹੈ ਉਹ ਸ਼ੁਰੂ ਹੋ ਗਈ ਹੈ। ਤੇ ਸੈਨੇਟ ਦੇ ਵਿੱਚ ਅੱਜ ਜਿਹੜੇ ਸੈਨੇਟ ਦੇ ਮਾਈਨੋਰਿਟੀ ਲੀਡਰ ਨੇ, ਜਿਹੜੇ ਕਿ ਟਰੰਪ ਸਾਹਿਬ ਦੇ ਮੈਜੋਰਿਟੀ ਲੀਡਰ ਸੀ ਰਿਪਬਲਿਕਨ ਦੇ, ਅੱਜ ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਹੈ, ਟਰੰਪ ਸਾਹਿਬ ਤੇ ਦੋਸ਼ ਇੱਕ ਹੀ ਹੈ। ਦੋਸ਼ ਇਹ ਹੈ ਕਿ ਉਹਨਾਂ ਨੇ ਇਨਸਟੀਗੇਟ ਕੀਤਾ ਲੋਕਾਂ ਨੂੰ, ਉਹਨਾਂ ਨੇ ਸਰਕਾਰ ਦੇ ਉਲਟ ਭੜਕਾਇਆ। ਇਸ ਚੀਜ਼ ਨੂੰ ਪ੍ਰੂਵ ਕਰਨਾ ਉਹਨਾਂ ਨੇ ਸੈਨੇਟ ਦੇ ਵਿੱਚ ਕਿ ਕੀ ਇਹ ਭੜਕਾਇਆ ਜਾਂ ਨਹੀਂ ਭੜਕਾਇਆ। ਵਿਦਰੋਹ ਵਾਸਤੇ ਉਹਨਾਂ ਨੇ ਭੜਕਾਇਆ ਇਹ ਗੱਲ ਸਰਕਾਰ ਦੇ ਅਗੇਂਸਟ। ਉਹਦੇ ਵਿੱਚ ਹੁਣ ਜਿਹੜੀਆਂ ਗੱਲਾਂ ਚੱਲਣ ਲੱਗੀਆਂ ਹੋਈਆਂ ਨੇ, ਜਿਹੜੇ ਮਾਈਨੋਰਿਟੀ ਲੀਡਰ ਨੇ ਉਹ ਕਹਿੰਦੇ ਜੀ ਜੇ ਤੁਸੀਂ ਟਰੰਪ ਦੇ ਅਗੇਂਸਟ ਕੇਸ ਕਰਨਾ, ਕਿਸੇ ਵੇਲੇ ਇਹੀ ਮਿਚ ਮਕੌਨਲ ਕਹਿੰਦਾ ਸੀਗਾ ਟਰੰਪ ਨੇ ਗਲਤੀ ਕੀਤੀ ਹੈ, ਹੁਣ ਉਹਦੀ ਬੋਲੀ ਬੋਲਦਾ। ਉਹਨੇ ਇਹ ਗੱਲ ਕਹੀ ਹੈ ਵੀ ਜੇ ਇਹ ਤੁਸੀਂ ਕਰੋਗੇ ਤਾਂ ਅਸੀਂ ਕਮਲਾ ਹੈਰਿਸ ਨੂੰ, ਉਹਨੇ ਵੀ ਉਸ ਦਿਨ ਕੋਈ ਸਟੇਟਮੈਂਟ ਦਿੱਤੀ ਹੈ, ਇੱਕ ਹੋਰ ਡੈਮੋਕ੍ਰੇਟ ਆ, ਉਹਨੇ ਕੋਈ ਐਸੀ ਸਟੇਟਮੈਂਟ ਦਿੱਤੀ, ਕਹਿੰਦੇ ਅਸੀਂ ਉਹਨਾਂ ਨੂੰ ਵੀ ਕਮੇਟੀ ਦੇ ਵਿੱਚ ਹਾਜ਼ਰ ਕਰਾਂਗੇ। ਹੁਣ ਉਹਨੇ ਆਪਦਾ ਪੈਂਤਰਾ ਖੇਲਿਆ, ਇੰਪੀਚ ਨਹੀਂ ਹੋਏਗਾ, ਸਜ਼ਾ ਨਹੀਂ ਹੋਏਗੀ, ਇੰਪੀਚ ਹੋ ਚੁੱਕਿਆ, ਇਹਨੂੰ ਸਜ਼ਾ ਨਹੀਂ ਹੋਏਗੀ। ਜੇ ਸਜ਼ਾ ਨਹੀਂ ਹੁੰਦੀ ਤਾਂ ਇਹ ਅਗਲੀ ਵਾਰੀ ਇਲੈਕਸ਼ਨ ਲੜ ਸਕਦਾ। ਪਰ ਇਹ ਰਿਪਬਲਿਕਨ ਪਾਰਟੀ ਚਾਹੁੰਦੀ ਹੈ ਕਿ ਅਗਲੀ ਵਾਰੀ ਫੇਰ ਉਹਨਾਂ ਨੂੰ ਟਰੰਪ ਰਿਪਰੈਜ਼ੈਂਟ ਕਰੇ। 70 ਮਿਲੀਅਨ ਵੋਟਾਂ ਪਈਆਂ ਨੇ ਟਰੰਪ ਨੂੰ, ਪਰ 70 ਮਿਲੀਅਨ ਵੋਟਾਂ ਸਾਰੀਆਂ ਟਰੰਪ ਨੂੰ ਨਹੀਂ ਪਈਆਂ। 70 ਮਿਲੀਅਨ ਦੇ ਵਿੱਚੋਂ ਬਹੁਤ ਐਸੇ ਲੋਕ ਨੇ ਜਿਨ੍ਹਾਂ ਨੇ ਇਸ ਕਰਕੇ ਵੋਟ ਪਾਈ ਹੈ, ਦੇ ਆਰ ਵੋਟਿੰਗ ਫॉर ਰਿਪਬਲਿਕਨ ਪਾਰਟੀ ਰਿਗਾਰਡਲੈਸ ਉੱਥੇ ਕੋਈ ਖੜਾ ਹੋਵੇ। ਉਹਨਾਂ ਨੇ ਇਸ ਕਰਕੇ ਪਾਈ ਹੈਗੀ। ਟਰੰਪ ਸਾਹਿਬ ਨੂੰ ਜੇ ਭੁਲੇਖਾ ਵੀ 70 ਮਿਲੀਅਨ ਮੇਰੇ ਪਿੱਛੇ ਨੇ, 70 ਮਿਲੀਅਨ ਨਹੀਂ ਹੈਗੇ ਆ, ਪਰ ਲੈਟਸ ਸੀ ਵਾਟ ਹੈਪਨਸ। ਟ੍ਰਾਇਲ ਸ਼ੁਰੂ ਹੋ ਗਿਆ, ਸਜ਼ਾ ਹੁੰਦੀ ਹੈ, ਕੁਝ ਦਿਨਾਂ 'ਚ ਪਤਾ ਲੱਗੇਗਾ। ਬਿਲਕੁਲ ਸਰ, ਉਧਰ ਥੋੜੀ ਜਿਹੀ TTC ਦੀ ਖਬਰ ਅੱਜ ਜ਼ਰੂਰ ਸਾਂਝੀ ਕਰਨਾ ਚਾਹਾਂਗੇ, ਕਿਉਂਕਿ ਕੈਨੇਡਾ ਵਿੱਚ ਅਸੀਂ ਇਸ ਵਕਤ ਇੱਥੇ ਦੇਖੀਏ ਤਾਂ ਬਲੈਕ ਮੰਥ ਮਨਾਇਆ ਜਾ ਰਿਹਾ ਵਾ। ਅਜਿਹੇ ਵਿੱਚ ਬ੍ਰੈਂਪਟਨ ਦੀਆਂ ਬੱਸਾਂ ਦੇ ਅਸੀਂ ਉੱਪਰ ਦੇ ਲਿਖਿਆ ਹੋਇਆ ਖਾਸ ਤੌਰ ਤੇ ਦੇਖ ਰਹੇ ਹਾਂ ਕਿ ਹੈਪੀ ਬਲੈਕ ਮੰਥ, ਤੇ ਉਹਨਾਂ ਨੇ ਖਾਸ ਤੌਰ ਤੇ ਇਸ ਚੀਜ਼ ਨੂੰ ਹਾਈਲਾਈਟ ਕੀਤਾ ਆ। ਪਰ TTC ਦੀ ਗੱਲ ਕਰੀਏ, TTC ਦੇ ਵਿੱਚ ਜੋ ਇਨਸੀਡੈਂਟ ਹੋਇਆ ਵਾ ਉਹਨੇ ਕਾਫੀ ਧੱਕਾ ਪਹੁੰਚਾਇਆ। ਦੈਟਸ ਰਾਈਟ। ਇਹ ਬਲੈਕ ਹਿਸਟਰੀ ਮੰਥ ਹੈ, ਤਰਨ ਫਰਵਰੀ ਨੂੰ ਮਨਾਇਆ ਜਾਂਦਾ ਹੈ। ਇੱਕ TTC ਦੀ ਡਰਾਈਵਰ ਹੈ ਜਿਹੜੀ ਕਿ ਬਲੈਕ ਕਮਿਊਨਿਟੀ ਨੂੰ ਉਹਨੇ ਇੱਕ ਪੋਸਟਰ ਬਣਾਇਆ, ਕਹਿੰਦੀ ਮੈਂ ਬੜੀ ਮਿਹਨਤ ਕਰਕੇ ਪੋਸਟਰ ਬਣਾਇਆ, ਔਰ ਜਿੱਥੇ ਨੋਟਿਸ ਬੋਰਡ ਲੱਗਿਆ ਹੁੰਦਾ ਜਿਹੜੀ ਜਗ੍ਹਾ ਤੇ ਉਹ ਕੰਮ ਕਰਦੇ, TTC ਦੇ ਬਹੁਤ ਸਟੇਸ਼ਨਸ ਨੇ,
ਉਹ ਜਿਹੜੀ ਜਗ੍ਹਾ ਤੇ ਉਹ ਕੰਮ ਕਰਦੀ ਆ ਉਹਨੇ ਜਿਹੜਾ ਨੋਟਿਸ ਬੋਰਡ ਆ ਉਹਦੇ ਉੱਤੇ ਜਾ ਕੇ ਲਾ ਦੇ ਟੂ ਸੈਲੀਬ੍ਰੇਟ। ਕੋਈ ਆਇਆ ਉੱਥੇ, ਉਹਨਾਂ ਦਾ ਕੋਈ ਸੁਪਰਵਾਈਜ਼ਰ ਹੈ, ਉਹਨੇ ਲਾ ਦਿੱਤਾ ਬਾਅਦ 'ਚ। ਉਹ ਜਦੋਂ ਮੁੜ ਕੇ ਆਉਂਦੀ ਆ ਉਹ ਦੇਖਦੇ ਕਹਿੰਦੇ ਲਾਇਆ ਕਿਉਂ ਹੈ? ਉਹ ਕਹਿੰਦੇ ਵੀ ਜਿਹੜਾ ਇਹ ਨੋਟਿਸ ਬੋਰਡ ਆ, ਹੁਣ ਪ੍ਰੋਬਲਮ ਹੈ ਜਿਹੜਾ ਨੋਟਿਸ ਬੋਰਡ ਆ ਇਹ TTC ਦੇ ਡਰਾਈਵਰਸ ਨੂੰ ਇਨਫੋਰਮੇਸ਼ਨ ਦੇਣ ਵਾਸਤੇ ਆ, ਇਹ ਇਸ ਵਾਸਤੇ ਨਹੀਂ ਕਿ ਇੱਥੇ ਕੋਈ ਪੋਸਟਰ ਆ ਜਾਣ। ਪਰ ਉਹ ਜਿਹੜੀ TTC ਡਰਾਈਵਰ ਉਹ ਕਹਿੰਦੀ ਆ ਪਹਿਲਾਂ ਵੀ ਇਹਨੂੰ ਇਹਨਾਂ ਕੰਮਾਂ ਵਾਸਤੇ ਵਰਤਿਆ ਗਿਆ ਤੋ ਦੇਰ ਕਮਸ ਅ ਪ੍ਰੋਬਲਮ। ਹੁਣ ਇਹਦੇ ਉੱਤੇ ਇਨਕੁਆਇਰੀ ਚੱਲ ਰਹੀ ਹੈ ਵੀ ਹੋਏਗਾ ਕੀ ਨਹੀਂ ਹੋਏਗਾ। ਪਰ ਫਿਰ ਵੀ ਮੇਰਾ ਖਿਆਲ ਹੈ ਮਤਲਬ ਜਿਹੜੀ ਚੀਜ਼ ਵਾਸਤੇ ਜਿਹੜੀ ਚੀਜ਼ ਬਣੀ ਹੋਈ ਹੈ ਉਹਨੂੰ ਉਸੇ ਵਾਸਤੇ ਹੀ ਵਰਤਣਾ ਚਾਹੀਦਾ। ਤੁਸੀਂ ਪੋਸਟਰ ਹੋਰ ਕੋਈ ਲਾਉਣ ਵਾਲੀ ਜਗ੍ਹਾ ਉਸ ਜਗ੍ਹਾ 'ਤੇ ਲਾ ਸਕਦੇ, ਉਹ ਨੋਟਿਸ ਬੋਰਡ ਵਾਲੀ ਥਾਂ, ਔਰ ਉੱਥੇ ਨੋਟਿਸ ਹੋਈ ਚਾਹੀਦੀ ਹੈ ਲੋਕਾਂ ਵਾਸਤੇ, ਇਨਫੋਰਮੇਸ਼ਨ ਹੈ ਡਰਾਈਵਰਸ ਵਾਸਤੇ, ਉਹਦੇ ਵਾਸਤੇ ਚਾਹੀਦਾ। ਤੁਸੀਂ ਪੋਸਟਰ ਲਾਉਣਾ ਕਿਸੇ ਹੋਰ ਥਾਂ 'ਤੇ ਲਾਓ, ਇਹ ਆਪਾਂ ਨੂੰ ਵੀ ਪ੍ਰੋਬਲਮ ਆ ਸਕਦੀ ਹੈ। ਸਾਡਾ ਕੋਈ ਮਹੀਨਾ ਚੱਲਦਾ ਜੇ ਅਸੀਂ ਉੱਥੇ ਲਾ ਦਈਏ ਤਾਂ ਬਾਕੀਆਂ ਨੂੰ ਨਹੀਂ ਚੰਗਾ ਲੱਗਣਾ, ਕਹਿੰਦਾ ਕਿਸੇ ਹੋਰ ਨੇ ਇੱਦਾਂ ਲਾਇਆ ਤਾਂ ਅਸੀਂ ਕਹਾਂਗੇ ਆਹ ਕਾਹਤੇ ਲਾਇਆ ਹੋਏ ਨੇ, ਕਿਉਂਕਿ ਅਸੀਂ ਉਸ ਗੱਲ ਦੀ ਮਦਦ। ਸੋ ਦਿਸ ਸ਼ੁੱਡ ਬੀ ਅ ਸੈਪਰੇਟ ਪਲੇਸ ਫॉर ਦੋਜ਼ ਥਿੰਗਸ। ਜਿਹੜਾ ਨੋਟਿਸ ਬੋਰਡ ਹੈ ਉਹ ਨੋਟਿਸ ਦੇਣ ਵਾਸਤੇ ਲੱਗਿਆ ਹੈ, ਉਹ ਉਸੇ ਵਾਸਤੇ ਵਰਤਿਆ ਜਾਣਾ ਚਾਹੀਦਾ ਜੀ ਬਿਲਕੁਲ। ਤੇ ਅਗਲੀ ਖਬਰ ਜਿਹੜੀ ਹੈ ਥੋੜੀ ਜਿਹੀ ਮੈਡੀਸਨ ਨਾਲ ਰੈਲੀਵੈਂਟ ਜ਼ਰੂਰ ਕਰ ਲਈ, ਕਿਉਂਕਿ ਇਸ ਵਕਤ ਕਰੋਨਾ ਵਾਇਰਸ ਦੀ ਵੈਕਸੀਨ ਨੂੰ ਲੈ ਕੇ ਕਾਫੀ ਸਵਾਲ ਜਿਹੜੇ ਆ ਸਰਕਾਰ ਤੋਂ ਪੁੱਛੇ ਜਾ ਰਹੇ ਨੇ। ਹੁਣ ਸੁਣਨ ਦੇ ਵਿੱਚ ਆਇਆ ਕਿ ਫਾਈਜ਼ਰ ਦੀ ਮੈਡੀਸਨ ਨੂੰ ਵਧਾਉਣ ਲਈ ਸਰਕਾਰ ਇੱਕ ਨਵਾਂ ਕਦਮ ਚੁੱਕਣ ਜਾ ਰਹੀ ਹੈ, ਨਵਾਂ ਉਪਰਾਲਾ ਨਵਾਂ ਵੇ ਕੱਢਿਆ ਗਿਆ ਹੈ। ਤਰਨ ਚਾਹੇ ਪਹਿਲਾਂ ਤਾਂ 5 ਜਿਹੜੇ ਸਾਡੇ ਕੰਟਰੀ ਨੇ ਜਿਹੜੇ ਵਾਇਲ ਆਉਂਦੀ ਆ ਉਹਦੇ ਵਿੱਚੋਂ 5 ਡੋਜ਼ਿਸ ਕੱਢੀਆਂ ਨੇ। 5 ਡੋਜ਼ਿਸ ਤਾਂ ਨਿਕਲਦੀਆਂ ਨੇ ਜੇ ਫਾਈਜ਼ਰ ਕਹਿੰਦਾ ਇਹ 'ਚੋਂ 6 ਨਿਕਲਦੀਆਂ ਨੇ। ਜੇ 6 ਨਿਕਲਦੀਆਂ ਨੇ 6 ਵਾਸਤੇ ਉਹ ਸਪੈਸ਼ਲ ਟਾਈਪ ਆਫ ਸਿਰਿੰਜ ਚਾਹੀਦੀ ਹੈ। ਕਿਉਂ? ਜਦੋਂ ਨਾਰਮਲ ਸਿਰਿੰਜ ਵਰਤੀ ਜਾਂਦੀ ਹੈ, ਜਦੋਂ ਉਹ 'ਚੋਂ ਲਿਕੁਇਡ ਕੱਢਿਆ ਜਾਂਦਾ ਤੇ ਬਾਡੀ ਦੇ ਵਿੱਚ ਲਾਇਆ ਜਾਂਦਾ ਤਾਂ ਸਿਰਿੰਜ ਦੇ ਵਿੱਚ ਕੁਝ ਰਹਿ ਜਾਂਦਾ, ਸਾਰਾ ਦਾ ਸਾਰਾ ਡਿਸਪੋਜ਼ ਆਫ ਨਹੀਂ ਹੁੰਦਾ। ਸਰਟਨ ਜਿਹੜੀ ਨਾਰਮਲ ਸਿਰਿੰਜ ਹੈਗੀ, ਇੱਕ ਸਰਟਨ ਟਾਈਪ ਆਫ ਸਿਰਿੰਜ ਹੈਗੀ ਹੈ ਸੋ ਜਿੰਨਾ ਵਿੱਚ ਰਹਿ ਜਾਂਦਾ ਉਹਨਾਂ ਐਕਸਟਰਾ ਭਰਨਾ ਪੈਂਦਾ, ਠੀਕ ਆ। ਸੋ ਜਿਹੜੀ ਦੂਸਰੇ ਟਾਈਪ ਦੀ ਸਿਰਿੰਜ ਹੈਗੀ ਹੈ ਜਿਹੜੀ ਹੁਣ ਅਪਰੂਵ ਕੀਤੀ ਗਈ ਆ ਉਹਦੇ ਵਿੱਚ ਉਹ ਵੇਸਟੇਜ ਨਹੀਂ ਹੈਗੀ ਤੇ ਉਹਦੇ ਵਿੱਚੋਂ 6 ਡੋਜ਼ਸ ਨਿਕਲਦੇ ਇੰਸਟੈਡ ਆਫ 5। ਸਾਡੀ ਸਰਕਾਰ ਆ ਉਹਨੇ ਫਾਈਜ਼ਰ ਕੋਲੇ ਇਹ ਗੱਲ ਕੀਤੀ ਸੀ ਜੇ ਤੁਸੀਂ ਇਉਂ ਤਾਂ ਨਹੀਂ ਕਹਿੰਦੇ ਵੀ ਹਰੇਕ ਦੇ ਵਿੱਚ ਭੋਰਾ ਵੱਧ ਪਈ ਹੈ ਤੇ ਉਹਦੀ 6ਵੀਂ ਬਣਾਓ, ਦੈਟ ਕੈਨ ਬੀ ਅ ਰੀਜ਼ਨ ਐਜ਼ ਵੈਲ। ਪਰ ਨਹੀਂ, ਫਾਈਜ਼ਰ ਨੇ ਪ੍ਰੂਵ ਕੀਤਾ, ਦਿਖਾਇਆ ਉਹਨਾਂ ਨੂੰ ਵੀ ਨਹੀਂ ਇਹਦੇ ਵਿੱਚ 6 ਡੋਜ਼ਸ ਹੀ ਹੈ। ਪਰ ਇਹਦਾ ਮਤਲਬ ਇਹ ਨਹੀਂ ਕਿ ਸਾਨੂੰ ਹੁਣ ਡੋਜ਼ਸ ਵੱਧ ਮਿਲਣਗੀਆਂ। ਜਿੰਨਾ ਸਾਡੇ ਨਾਲ ਵਾਅਦਾ ਕੀਤਾ ਹੋਇਆ ਫਾਈਜ਼ਰ ਉਨੀਆਂ ਡੋਜ਼ਸ ਦੇਵੇਗਾ। ਹੁਣ 5 ਦੀ ਥਾਂ ਤੇ ਉਹਨੂੰ 6 ਕਾਊਂਟ ਕਰਨਾ ਪਵੇਗਾ। ਪਰ ਜਿੰਨਾ ਫਾਈਜ਼ਰ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਡੋਜ਼ਸ ਮਿਲਣਗੀਆਂ ਜ਼ਰੂਰ। ਹੋਪਫੁਲੀ ਐਂਡ ਆਫ ਨੈਕਸਟ ਮੰਥ ਕੁਛ ਨਾ ਕੁਛ ਪੋਜੀਸ਼ਨ ਜ਼ਰੂਰ ਕਲੀਅਰ ਹੋਏਗੀ। ਸੋ ਜੀ ਹੁਣ ਦੇਖਿਆ ਇੱਕ ਤੁਪਕੇ ਪਿੱਛੇ ਕਿੰਨਾ ਫਰਕ ਪੈ ਰਿਹਾ। ਦੈਟਸ ਰਾਈਟ, ਹਾਂ ਯੂ ਰਾਈਟ। ਹਾਂ ਤੇ ਕਿੱਥੇ ਹੁਣ 5 ਹਿੱਸੇ ਸੀ ਹੁਣ 6 ਹਿੱਸੇ ਹੋ ਗਏ ਤਾਂ ਇਟਸ ਬਿਗ ਨੰਬਰ। ਤੁਸੀਂ ਇਮੇਜਿਨ ਕਰੋ ਜੋ ਮਿਲੀਅਨਸ ਐਂਡ ਬਿਲੀਅਨਸ ਆਫ ਡੋਜ਼ਸ ਜਾਣੀ ਨੇ ਕਿੰਨਾ ਜ਼ਿਆਦਾ ਫਰਕ ਪੈ ਜਾਂਦਾ। ਬਿਲਕੁਲ ਜੀ। ਤੇ ਖਬਰਾਂ ਦਾ ਸਿਲਸਿਲਾ ਸਮਾਪਤ ਕਰਦੇ ਹਾਂ। ਇਸ ਤੋਂ ਪਹਿਲਾਂ ਕਿ ਇੱਕ ਖਬਰ ਜ਼ਰੂਰ ਡਿਸਕਸ ਕਰਾਂਗੇ। ਸਰ ਦੀਪ ਸਿੱਧੂ ਦੀ ਤਾਂ ਮੈਮ ਨੇ ਗੱਲ ਕੀਤੀ ਹੋਈ ਹੈ, ਇਸ ਵਕਤ ਗ੍ਰਿਫਤਾਰੀ ਹੋ ਚੁੱਕੀ ਹੈ ਕਾਫੀ। ਇਸ ਵਕਤ ਇਹ ਗ੍ਰਿਫਤਾਰੀ ਵੀ ਸੁਰਖੀਆਂ ਵਿੱਚ ਛਾਈ ਹੋਈ ਹੈ। ਕੱਲ ਰਾਤ ਦੀ ਜਦੋਂ ਗ੍ਰਿਫਤਾਰੀ ਦੀ ਖਬਰ ਸਾਹਮਣੇ ਆਈ ਤਾਂ ਉੱਥੇ ਦੂਜੇ ਪਾਸੇ ਇੱਕ ਚੀਜ਼ ਹੋਰ ਸੁਰਖੀਆਂ ਵਿੱਚ ਛਾਈ ਹੋਈ ਹੈ। ਸਰ ਪਾਰਲੀਮੈਂਟ 'ਚ ਅੱਜ ਕੱਲ੍ਹ ਜਿਹੜੇ ਸਾਡੇ ਨੇਤਾ ਬਿਆਨ ਦੇ ਰਹੇ ਨੇ ਨਾ ਉਹ ਕਾਫੀ ਜੋਸ਼ ਭਰਿਆ ਜਾ ਰਿਹਾ। ਇੱਕ ਪਾਸੇ ਮਿਸਟਰ ਪ੍ਰਤਾਪ ਸਿੰਘ ਬਾਜਵਾ ਦਾ ਪਹਿਲਾ ਬਿਆਨ ਬੜਾ ਹਾਈਲਾਈਟ ਹੋਇਆ ਸੀ। ਉਸ ਤੋਂ ਬਾਅਦ ਬੀਤੇ ਦਿਨੀ TMC ਦੀ MP ਮਹੂਆ ਮੋਇਤਰਾ ਨੇ ਬਿਆਨ ਦਿੱਤਾ ਸੀ, ਜੋ ਬੇਬਾਕ ਉਹਨਾਂ ਨੇ ਬਿਆਨ ਦਿੱਤਾ। ਲੋਕੀ ਉਹਨਾਂ ਦੇ ਬਿਆਨ ਨੂੰ ਕਾਫੀ ਸ਼ੇਅਰ ਕਰ ਰਹੇ ਨੇ। ਪ੍ਰਧਾਨ ਮੰਤਰੀ ਮੋਦੀ ਜੀ ਵੀ ਕਹਿੰਦੇ ਪਾਰਲੀਮੈਂਟ 'ਚ ਰੋਂਦੇ ਹੋਏ ਵੀ ਨਜ਼ਰ ਆਏ ਤੇ ਉਹਨਾਂ ਨੇ ਬਿਆਨ ਵੀ ਦਿੱਤਾ। ਜਿਹੜਾ ਉਹ ਰੋਣ ਵਾਲੀ ਗੱਲ ਹੈਗੀ ਜੀ, ਜਿਹੜੇ ਇੱਕ ਰਾਜ ਸਭਾ ਦੇ ਮੈਂਬਰ ਨੇ ਜੀ ਗੁਲਾਮ ਨਬੀ ਆਜ਼ਾਦ ਨੇ ਸ਼ਾਇਦ, ਉਹ ਰਿਟਾਇਰ ਹੋ ਰਹੇ ਨੇ ਫੈਬਰਵਰੀ ਦੇ ਵਿੱਚ ਐਸੇ ਮਹੀਨੇ। ਤੇ ਉਹਨਾਂ ਨੂੰ ਜਿਹੜੀ ਵਧਾਈ ਭਾਸ਼ਣ ਦਿੱਤਾ ਉਹਦੇ ਵਿੱਚ ਉਹਨਾਂ ਨੇ ਮੈਂ ਤਾਂ ਮਗਰਮੱਛ ਤੇ ਇੰਝ ਕਹਾਂਗੇ ਸ਼ਾਇਦ ਕਿਸੇ ਨੂੰ ਚੰਗੀ ਗੱਲ ਲੱਗੇ। ਹਾਂਜੀ, ਕਿਉਂਕਿ ਭਾਵੁਕ ਹੋਣ ਵਾਲੀ ਜਿਹੜੀ ਜਗ੍ਹਾ ਸੀ ਉੱਥੇ ਭਾਵੁਕ ਨਹੀਂ ਹੋਏ। ਉੱਥੇ ਭਾਵੁਕ ਹੋਣ ਦੀ ਜਗ੍ਹਾ ਤੇ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜੇ ਬਿਆਨ ਦਿੱਤੇ ਨੇ ਰਾਜ ਸਭਾ ਦੇ ਵਿੱਚ, ਮੈਂ ਉਹਦੇ ਬਾਰੇ ਜ਼ਰੂਰ ਗੱਲ ਕਰ ਜਾਣਾ। ਉਹਨਾਂ ਨੇ ਜਦੋਂ ਅੰਦੋਲਨਕਾਰੀਆਂ ਦੀ ਗੱਲ ਹੋਈ ਆ ਉਹਨਾਂ ਨੇ ਇੱਕ ਨਵਾਂ ਸ਼ਬਦ ਵਰਤਿਆ, ਉਹ ਲੋਕ ਅੰਦੋਲਨ ਜੀਵੀਜ਼ ਨੇ। ਮੀਨ ਦੋਜ਼ ਪੀਪਲ ਆਰ ਬੋਰਨ ਫॉर द ਅੰਦੋਲਨ ਕਰਨ ਵਾਸਤੇ। ਬਹੁਤ ਵੱਡਾ ਮਿਹਣਾ ਮਾਰਿਆ ਔਰ ਉਹਨਾਂ ਨੇ ਬੜੇ ਲਾਈਟ ਉੱਥੇ ਮੌਤਾਂ ਹੋ ਰਹੀਆਂ ਨੇ, ਤੁਹਾਡੇ ਦੇਸ਼ ਦੇ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਨੇ, ਬਾਹਰਲਿਆਂ ਦੀ ਨਹੀਂ। ਤੁਸੀਂ ਬਾਹਰਲਿਆਂ ਦੇ ਉੱਤੇ ਤਾਂ ਅਫਸੋਸ ਕਰਦੇ ਹੋ, ਆਪਣੇ ਦੇਸ਼ ਵਾਲਿਆਂ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਵੀ ਇਹ ਸਿਰਫ ਅੰਦੋਲਨ ਕਰਨ ਵਾਸਤੇ ਪੈਦਾ ਹੋਏ, ਕਿਸੇ ਡਿਮਾਂਡ ਵਾਸਤੇ ਬੈਠੇ ਹੋ। ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਔਰ ਅੱਗੇ ਕੰਡੀਸ਼ਨ ਹੋ ਰੱਖਦੀ ਹੈ, ਅਸੀਂ ਗੱਲ ਕਰਨ ਨੂੰ ਤਿਆਰ ਹਾਂ, ਅੰਦੋਲਨ ਛੱਡ ਦਿਓ ਪਹਿਲਾਂ। ਕਿਵੇਂ ਛੱਡ ਦੇਣ? ਚਲੇ ਜਾਣਗੇ। ਤੁਹਾਡੀਆਂ ਗੱਲਾਂ ਦਾ 11 ਮੀਟਿੰਗਾਂ ਹੋਈਆਂ ਨੇ, ਉਹ 'ਚ ਕੀ ਹੋਇਆ ਸੀਗਾ? ਉਹਦੇ ਵਿੱਚ ਵੀ ਜਿਹੜੇ ਤੁਹਾਡੇ ਮਿਨਿਸਟਰਸ ਆਉਂਦੇ ਆ ਫਰੈਂਕਲੀ
ਉਹਨਾਂ ਨੂੰ ਕੋਈ ਇਜਾਜ਼ਤ ਨਹੀਂ ਹੈ ਫੈਸਲਾ ਲੈਣ ਦੀ। ਜੇ ਉਹਨਾਂ 'ਚ ਦਮ ਹੁੰਦਾ ਜਾਂ ਉਹਨਾਂ ਨੂੰ ਇਜਾਜ਼ਤ ਇਹ ਦਿੱਤੀ ਹੁੰਦੀ ਤਾਂ ਹੁਣ ਇਹ ਗੱਲ ਮੁੱਕ ਜਾਣੀ ਸੀ। ਜਿਹੜੇ ਤੋਮਰ ਸਾਹਿਬ ਨੇ ਮੇਰੇ ਖਿਆਲ ਤੋਮਰ ਜੀ, ਹਾਂਜੀ ਤੋਮਰ ਸਾਹਿਬ ਨੇ, ਉਹ ਮੀਟਿੰਗ ਦੇ ਵਿੱਚੋਂ ਉੱਠ ਕੇ ਜਾਂਦੇ ਆ ਬਾਹਰ ਵੀ ਮੈਂ ਪੁੱਛਿਆ ਵਾਈ ਯੂ ਆਰ ਸਿਟਿੰਗ ਦੇਅਰ। ਉਹਨਾਂ ਨੂੰ ਜਦੋਂ ਪਾਰਲੀਮੈਂਟ 'ਚ ਕਿਸੇ ਨੇ, ਇੱਕ ਮੰਤਰੀ ਸਾਹਿਬ ਨੇ ਉਹਨਾਂ ਨੂੰ MP ਨੇ ਜਦੋਂ ਕਿਹਾ ਕਿ ਲੱਗ ਨਹੀਂ ਰਿਹਾ ਕਿ ਕਿਉਂਕਿ ਤੁਸੀਂ ਖੇਤਾਂ ਤੋਂ ਤੁਸੀਂ ਬਿਲੋਂਗ ਕਰਦੇ ਹੋ, ਪਰ ਜਿਸ ਤਰੀਕੇ ਦੇ ਬਿੱਲ ਬਣੇ ਲੱਗ ਹੀ ਨਹੀਂ ਰਿਹਾ ਕਿ ਤੁਸੀਂ ਇਹ ਬਿੱਲ ਬਣਾਏ ਨੇ, ਕਿਉਂਕਿ ਜਿਹੜਾ ਖੁਦ ਇੱਕ ਕਿਸਾਨ ਫੈਮਿਲੀ ਨੂੰ ਬਿਲੋਂਗ ਕਰਦਾ ਉਹ ਇਹ ਜਿਹੇ ਬਿੱਲ ਨਹੀਂ ਬਣਾ ਸਕਦਾ। ਤੋਮਰ ਸਾਹਿਬ ਉੱਥੇ ਮਾਸਕ ਦੇ ਪਿੱਛੋਂ ਦੀ ਮੁਸਕਰਾਉਂਦੇ ਹੋਏ ਨਜ਼ਰ ਆਉਂਦੇ ਨੇ ਉੱਥੇ। ਠੀਕ ਹੈ, ਫਿਰ ਉਹ ਹੁਣ ਕਿਸਾਨ ਨਹੀਂ ਰਹੇ, ਹੁਣ ਉਹ ਕੁਝ ਹੋਰ ਬਣੇ ਹੋਏ ਨੇ, ਉਹਨਾਂ ਦੀਆਂ ਯਾਰੀਆਂ ਦੋਸਤੀਆਂ ਕਿਸੇ ਹੋਰ ਦੇ ਨਾਲ ਨੇ, ਪਰ ਉਹਨਾਂ ਦੀ ਮਰਜ਼ੀ ਨਹੀਂ ਹੈ। ਜੇ ਮਰਜ਼ੀ ਹੁੰਦੀ ਤਾਂ ਹੁਣ ਗੱਲ ਮੁੱਕ ਜਾਣੀ ਸੀ। ਉਹ ਬਾਹਰ ਮੀਟਿੰਗ 'ਚ ਨਿਕਲਦੇ, ਬਾਹਰ ਜਾ ਕੇ ਪ੍ਰਧਾਨ ਮੰਤਰੀ ਨੂੰ ਕਹਿੰਦੇ ਮੈਂ ਜੀ ਇਹ ਫੈਸਲਾ ਕਰਿਆ, ਨਿਬੜ ਗਈ। ਉਹ ਤਾਂ ਉਹ ਮੀਟਿੰਗ ਦੇ ਵਿੱਚੋਂ 5 ਵਾਰੀ 7 ਵਾਰੀ 10 ਵਾਰੀ ਉੱਠ ਕੇ ਜਾਂਦੇ ਨੇ, ਮੈਂ ਫੇਰ ਫੋਨ ਕਰਕੇ ਆਵਾਂ ਵੀ ਹੁਣ ਉਹ ਕਹਿੰਦੇ ਆ। ਵਾਟਸ ਦ ਪੁਆਇੰਟ? ਜਿਹੜਾ ਫੈਸਲਾ ਕਰਨ ਵਾਲਾ ਬੰਦਾ ਤੁਸੀਂ ਉਹਨੂੰ ਮੀਟਿੰਗ ਦੇ ਵਿੱਚ ਆਓ, ਬਿਠਾਓ, ਵਿਚ ਇਜ਼ ਪ੍ਰਾਈਮ ਮਿਨਿਸਟਰ, ਕਿਉਂਕਿ ਮਿਸਟਰ ਸ਼ਾਹ ਬੈਠ ਚੁੱਕੇ ਨੇ ਆਲਰੇਡੀ, ਮੀਟਿੰਗ ਹੋ ਹਟੀ ਹੈ। ਇਟ ਮੀਨਸ ਉੱਥੇ ਵੀ ਗੱਲ ਨਹੀਂ ਹੋਈ। ਇਹ ਗੱਲ ਜਿੱਦਣ ਮੁੱਕਣੀ ਹੈ ਪ੍ਰਾਈਮ ਮਿਨਿਸਟਰ ਦੇ ਨਾਲ ਹੀ ਮੁੱਕਣੀ ਹੈ। ਪ੍ਰਾਈਮ ਮਿਨਿਸਟਰ ਸਾਹਿਬ ਜਿੰਨੀ ਛੇਤੀ ਆਉਣਗੇ ਉਨੀ ਛੇਤੀ ਨਿਬੜ ਜਾਏਗੀ। ਨਹੀਂ, ਅੱਗੇ ਇਲੈਕਸ਼ਨ ਆ ਰਹੀਆਂ ਨੇ, ਪਤਾ ਨਹੀਂ ਫਿਰ ਕੀ ਹੋਏਗਾ ਜੀ। ਬਿਲਕੁਲ ਸਰ, ਤੇ ਉੱਥੇ ਜਿਵੇਂ ਅੰਦੋਲਨ ਜੀਵੀ ਦੀ ਗੱਲ ਆਖੀ ਉਹਨਾਂ ਨੇ, ਤਾਂ ਕੋਈ ਵੀ ਪ੍ਰੋਟੈਸਟ ਕਰਨਾ ਨਹੀਂ ਚਾਹੁੰਦਾ। ਬਾਕੀ ਜੇ ਸਰਕਾਰ ਨੂੰ ਲੱਗਦਾ ਕਿ ਇਸ ਤਰੀਕੇ ਦੇ ਹਾਲਾਤ ਨੇ ਕਿ ਉਹ ਪੈਦਾ ਹੀ ਇਸ ਲਈ ਹੋਏ ਨੇ, ਤਾਂ ਇਹ ਸਰਕਾਰ ਦੀ ਨਾਕਾਮੀ ਹੈ ਕਿ ਤੁਸੀਂ ਉਹਨਾਂ ਦੇ ਅੰਦੋਲਨ ਹੋਣ ਦੇ ਰਹੇ ਹੋ। ਤੁਸੀਂ ਉਹਨਾਂ ਨੂੰ ਇਹੋ ਜਿਹਾ ਮਾਹੌਲ ਪ੍ਰੋਵਾਈਡ ਕਰਵਾਓ ਕਿ ਉਹਨਾਂ ਨੂੰ ਲੋੜ ਹੀ ਨਾ ਪਵੇ ਅੰਦੋਲਨ ਕਰਨ। ਇਹ ਬਹੁਤ ਗਲਤ ਸ਼ਬਦ ਵਰਤਿਆ ਗਿਆ। ਇਹ ਉਹ ਜਿਹੜੇ ਲੱਖਾਂ ਅੰਦੋਲਨਕਾਰੀ ਬਾਹਰ ਬੈਠੇ ਨੇ, ਮੈਂ ਇਹ ਨਹੀਂ ਕਹਿੰਦਾ ਉਹਨਾਂ ਦਾ ਕਾਜ਼ ਠੀਕ ਹੈ ਜਾਂ ਗਲਤ ਹੈ। ਉਹ ਜਿਹੜੇ ਉੱਥੇ ਬੈਠੇ ਨੇ ਉਹ ਕਿਸੇ ਕਾਜ਼ ਕਰਕੇ ਬੈਠੇ ਨੇ, ਔਰ ਉਹਨਾਂ ਵਾਸਤੇ ਤੁਸੀਂ ਇਹ ਜਿਹੀ ਸ਼ਬਦਾਵਲੀ ਵਰਤਣੀ, ਇਹ ਇੱਕ ਪ੍ਰਾਈਮ ਮਿਨਿਸਟਰ ਨੂੰ ਸੋਭਦੀ ਨਹੀਂ। ਬਿਲਕੁਲ ਜੀ, ਦੇਸ਼ਵਾਸੀ ਨੇ ਉਹ ਵੀ, ਤੇ ਉਹਨਾਂ ਦਾ ਵੀ ਪੂਰਾ ਰਾਈਟ ਹੈ ਕਿ ਆਪਣੇ ਹੱਕਾਂ ਲਈ ਉਹ ਲੜਨ। ਤੇ ਇੱਥੇ ਆਪਾਂ ਖਬਰਾਂ ਦਾ ਸਿਲਸਿਲਾ ਸਮਾਪਤ ਕਰਦੇ ਹਾਂ। ਦਰਸ਼ਕਾਂ ਲਈ ਸਵਾਲ ਹੁੰਦਾ ਆ, ਸੋ ਅੱਜ ਦਾ ਕੀ ਸਵਾਲ ਹੈ? ਬਿਲਡਿੰਗ ਹੈ ਜੀ, ਇਹ ਜੀ ਕਿੱਥੇ ਬਣੀ ਹੋਈ ਹੈ ਸਰ? ਇੰਡੀਆ 'ਚ ਹੈ ਜੀ। ਇੰਡੀਆ 'ਚ ਹੈ ਜੀ। ਇਹ ਜਿਹੜਾ ਜਾਰਜ ਪੰਚਮ ਆਇਆ ਸੀਗਾ, ਉਦੋਂ ਉਹਦੇ ਸਵਾਗਤ ਵਿੱਚ ਬਣਾਈ ਗਈ ਸੀ। ਉਹਦੇ ਸਵਾਗਤ ਵਿੱਚ ਬਣਾਈ ਜਾਣੀ ਸੀਗੀ, ਪਰ ਉਦੋਂ ਬਣ ਨਹੀਂ ਸਕੀ। ਫਿਰ ਕਾਰਡਬੋਰਡ ਦੀ ਬਣਾਤੀ ਇੱਕ ਵੱਡੀ ਸਾਰੀ, ਰਾਈਟ। ਮੁੜ ਕੇ ਉਸ ਤੋਂ ਬਾਅਦ ਇਹ ਅਸਲ ਬਿਲਡਿੰਗ ਬਣੀ ਹੈਗੀ ਆ। ਇਹ ਬਿਲਡਿੰਗ ਇੱਕ ਬੜੀ ਵੱਡੀ ਬਿਲਡਿੰਗ ਹੈਗੀ, ਤਕਰੀਬਨ 85 ਮੀਟਰ ਇਹ ਉੱਚੀ ਹੈਗੀ ਹੈ ਜੀ। ਉਸ ਵੇਲੇ 21 ਲੱਖ ਰੁਪਏ ਦੇ ਇਹਦਾ ਕਾਸਟ ਕੀਤਾ ਸੀ, ਮੇਰੇ ਖਿਆਲ 1919 ਦੇ ਨੇੜੇ ਤੇੜੇ ਸੀਗੀ ਜੀ। ਤੇ ਜਦੋਂ ਉਹ ਅੰਗਰੇਜ਼ ਇੰਡੀਆ ਨੂੰ ਛੱਡ ਕੇ ਗਿਆ, 1948 ਤੱਕ ਰਹੇ ਨੇ ਐਕਚੁਅਲੀ। 47 ਸਾਨੂੰ ਆਜ਼ਾਦੀ ਮਿਲ ਗਈ ਸੀ, ਜੇ ਉਹਨਾਂ ਦੀਆਂ ਫੌਜ ਦੀਆਂ ਟੁਕੜੀਆਂ ਹਜੇ ਇੱਥੇ ਸੀਗੀਆਂ। 1948 ਦੇ ਵਿੱਚ ਜਦੋਂ ਅੰਗਰੇਜ਼ ਦੀ ਅਖੀਰਲੀ ਟੁਕੜੀ ਗਈ ਹੈ, ਉਹ ਇਸ ਬਿਲਡਿੰਗ ਦੇ ਵਿੱਚੋਂ ਬਾਹਰ ਨਿਕਲੀ ਸੀਗੀ, ਉੱਥੋਂ ਬਾਹਰ ਗਈ ਸੀਗੀ ਜੀ। ਇਹ ਉੱਥੇ ਜਿਹੜੇ ਸ਼ਹਿਰ ਦੇ ਵਿੱਚ ਹੈਗੀ, ਉੱਥੇ ਲੋਕ ਇਕੱਠੇ ਹੁੰਦੇ ਨੇ, ਬੜਾ ਸੋਹਣਾ ਗੈਦਰਿੰਗ ਸਪਾਟ ਹੈਗਾ। ਜੂਇਸ਼ ਲੋਕ ਉੱਥੇ ਆਪਦੀ ਕਈ ਹਾਨਕਾ ਵਗੈਰਾ ਜਿਹੜਾ ਉਹਨਾਂ ਸੈਲੀਬ੍ਰੇਸ਼ਨ ਹੈ ਉਸ ਏਰੀਏ ਦੇ ਵਿੱਚ ਆ ਕੇ ਮਨਾਉਂਦੇ ਹੈਗੇ ਜੀ। ਇਹ 2008 ਦੇ ਵਿੱਚ ਇਹ ਬਿਲਡਿੰਗ ਦੇ ਨੇੜੇ ਐਸੀ ਘਟਨਾਕ੍ਰਮ ਵਰਤਿਆ ਸੀਗਾ ਕਿ ਇਹ ਸਾਰੀ ਦੁਨੀਆ ਦੇ ਵਿੱਚ ਉਹ ਘਟਨਾ ਨੂੰ ਦੇਖਿਆ ਗਿਆ ਸੀ, ਲੋਕਾਂ ਨੇ ਲਾਈਵ ਦੇਖਿਆ ਸੀਗਾ। ਇਹ ਉਸ ਬਿਲਕੁਲ ਉਹਦੇ ਨੇੜੇ ਬਿਲਡਿੰਗ ਹੈਗੀ ਹੈ ਜੀ। ਇਹ ਆਇਆ ਕੁਛ ਕਿ ਨਹੀਂ? ਆ ਜਾਣਾ ਚਾਹੀਦਾ। ਜਵਾਬ ਆ ਗਏ ਨੇ। ਮੈਂ ਕਾਲਰ ਦੀ ਵੇਟ ਕਰ ਰਹੀ ਸੀ ਕਿ ਕੋਈ ਕਾਲ ਕਰਨ। ਚਲੋ, ਰੁਪਿੰਦਰ ਬਾਜਪਾ ਜੀ ਕਹਿੰਦੇ ਨੇ ਗੇਟਵੇ ਆਫ ਇੰਡੀਆ, ਤੇ ਅਮਰੀਕ ਸੋਹਲ ਜੀ ਕਹਿੰਦੇ ਨੇ ਵਿਕਟੋਰੀਆ ਮੈਮੋਰੀਅਲ ਕੋਲਕਾਤਾ। ਹਾਂਜੀ, ਇਹਦੇ ਨੇੜੇ ਤੇੜੇ ਹੋਰ ਬਹੁਤ ਐਸੀਆਂ ਬਿਲਡਿੰਗਸ ਨੇ ਜਿਹੜੀਆਂ ਕਿ ਇਹਦੇ ਉੱਤੇ ਇੱਕ ਜਿਹੜੇ ਉਸ ਵੇਲੇ ਜਾਰਜ 5 ਦਾ, ਹੁਣ ਮੈਂ ਤੁਹਾਨੂੰ ਹਿੰਟ ਦੇਣਾ ਕਿ ਪੱਕਾ ਜਾਰਜ 5 ਦਾ ਇੱਥੇ ਬੁੱਤ ਲੱਗਿਆ ਹੋਇਆ ਸੀਗਾ, ਪਰ ਜਦੋਂ ਅੰਗਰੇਜ਼ ਚਲੇ ਗਏ ਉਹ ਜਾਰਜ 5 ਦਾ ਬੁੱਤ ਲਾ ਕੇ ਰੱਖ ਲਿਆ ਗਿਆ ਸੀਗਾ। ਤੁਸੀਂ ਬੁੱਤਾਂ ਦੀ ਗੱਲ ਕਰਦੇ ਸੀਗੇ ਨਾ, ਕੱਲ ਆਪਾਂ ਬੁੱਤਾਂ ਦੀ ਗੱਲ ਕਰਦੇ ਸੀ। ਉਹ ਜਾਰਜ 5 ਦਾ ਬੁੱਤ ਲਾ ਕੇ ਇਸ ਵੇਲੇ ਜੀ ਇੰਡੀਆ ਦੇ ਵਿੱਚ ਸਟੋਰੇਜ 'ਚ ਪਿਆ, ਕੋਈ ਉਹਦੀ ਬਾਤ ਨਹੀਂ ਪੁੱਛ ਰਿਹਾ। ਕਿਸੇ ਵੇਲੇ ਉਹਨੂੰ ਲੋਕੀ ਸਲਾਮਾ ਕਰਦੇ ਹੋਣਗੇ ਉਹਦੇ ਬੁੱਤ ਨੂੰ। ਉਹ ਬੁੱਤ ਲਾ ਕੇ ਉੱਥੇ ਸ਼ਿਵਾ ਜੀ ਦਾ ਬੁੱਤ ਲਾਇਆ ਗਿਆ। ਉਹ ਉਸੇ ਸਾਈਜ਼ ਦਾ ਲਾਇਆ, ਘੋੜੇ ਦੇ ਉੱਤੇ। ਬੜੀ ਬਹੁਤ ਸੋਹਣਾ, ਮੈਨੂੰ ਉੱਥੇ ਜਾਣ ਦਾ ਮੌਕਾ ਮਿਲਿਆ, ਮੈਂ ਦੇਖ ਕੇ ਆਇਆ ਜੀ। ਇਟਸ ਅ ਬਿਊਟੀਫੁਲ ਪਲੇਸ। ਉੱਥੋਂ ਜੇ ਤੁਸੀਂ ਜਾਓ, ਇਹ ਉਸ ਜਦੋਂ ਕਿੰਗ ਜਾਰਜ ਇੱਥੋਂ ਵਾਪਸ ਚਲਿਆ ਗਿਆ ਸੀ, ਉਸ ਤੋਂ ਮਗਰੋਂ ਇਹਦੀ ਕੰਸਟਰਕਸ਼ਨ ਸ਼ੁਰੂ ਹੋਈ ਸੀ, ਔਰ ਕੁਛ ਮਹੀਨਿਆਂ ਦੇ ਵਿੱਚ ਇਹਨੂੰ ਬਣਾ ਦਿੱਤਾ ਗਿਆ ਸੀਗਾ। ਬੜੀ ਆਈਕੋਨਿਕ ਬਿਲਡਿੰਗ ਹੈਗੀ ਹੈ ਜੀ। ਇਹਨੂੰ ਕੋਈ ਵੀ ਤੁਸੀਂ ਸਾਹਮਣੇ ਫੋਟੋ ਜ਼ਰੂਰ ਦੇਖੀ ਅੱਗੇ ਸ਼ੁਰੂ ਹੋ ਚੁੱਕੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਈ Navneet. Hi, it's India Gate. It's India Gate. Thank you kindly. So nice of you. Thank you. ਹਾਂਜੀ, ਕੋਈ ਹੋਰ ਕਾਲ ਆ ਗਈ ਹੈ ਜੀ, ਦੱਸੋ ਜੀ। ਜੀ ਸ਼ਾਇਦ ਸਾਡੀ ਕਾਲ ਡ੍ਰੌਪ ਹੋ ਗਈ। ਗੁਜਰਾਤੀ ਟਾਈਪ ਆਫ ਇਹਦੇ ਤੇ ਆਰਕੀਟੈਕਚਰ ਹੈਗੀ, ਉਹਦੀ ਮਿਕਸ ਹੈਗੀ ਹੈ। ਇਹਦੇ ਵਿੱਚ ਤਕਰੀਬਨ ਯੈਲੋ ਕਲਰ ਦੀ ਹੈਗੀ ਹੈ, ਜੇ ਮੈਂ ਨਹੀਂ ਭੁੱਲਦਾ ਤਾਂ ਮੈਨੂੰ ਦੇਰ ਹੋ ਗਈ ਹੁਣ ਤੇ ਦੇਖੇ ਨੂੰ ਜੀ। ਉਹਨਾਂ ਦੇ ਵਿੱਚ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ,
ਹੈਲੋ ਸਤਿ ਸ਼੍ਰੀ ਅਕਾਲ ਜੀ। ਸ਼ਾਇਦ ਸਾਡੀ ਆਵਾਜ਼ ਨਹੀਂ ਜਾ ਰਹੀ ਉਹਨਾਂ ਤੱਕ। ਹੈਲੋ ਜੀ, ਮਾਫੀ ਚਾਹਾਂਗੇ ਜੀ, ਤੁਸੀਂ ਸਾਨੂੰ ਦੁਬਾਰਾ ਕਾਲ ਕਰ ਸਕਦੇ ਹੋ ਪ੍ਰੋਗਰਾਮ ਦੇ ਵਿੱਚ। ਤੇ ਸਾਨੂੰ ਕੁਝ ਦਰਸ਼ਕ ਸੁਸ਼ਮਾ ਵਾਲੀਆ ਜੀ ਕਹਿ ਰਹੇ ਨੇ ਗੇਟਵੇ ਆਫ ਇੰਡੀਆ, ਅਮਰੀਕ ਸੋਹਲ ਜੀ ਕਹਿ ਰਹੇ ਨੇ ਛਤਰਪਤੀ ਸ਼ਿਵਾਜੀ ਸਟੇਸ਼ਨ, ਵਿੰਕੀ ਜੀ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ, ਵਿੰਕੀ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਮੈਮ ਅਸੀਂ ਗੱਲ ਕਰ ਰਹੇ ਹਾਂ ਸੋਸ਼ਲ ਮੀਡੀਆ ਜੀ। ਸਤਿ ਸ਼੍ਰੀ ਅਕਾਲ। ਅਸੀਂ ਗੱਲ ਕਰ ਰਹੇ ਹਾਂ ਬੰਬੇ ਦੀ ਬਿਲਡਿੰਗ ਗੇਟਵੇ ਆਫ ਇੰਡੀਆ ਦੀ। ਹਾਂਜੀ, ਦੇਖਿਆ ਜੀ ਤੁਸੀਂ? ਹੈਲੋ ਜੀ ਨਾਨੀ ਤੁਹਾਨੂੰ ਪੁੱਛ ਰਹੇ ਨੇ ਕਿ ਤੁਹਾਨੂੰ ਉੱਥੇ ਵਿਜ਼ਿਟ ਕਰਨ ਦਾ ਕਦੇ ਮੌਕਾ ਮਿਲਿਆ? ਜੀ ਮਾਫੀ ਚਾਹਾਂਗੇ। ਹਾਂ ਮੇਰੇ ਖਿਆਲ ਨਾਲ ਹਾਂ ਉਹਨਾਂ ਦਿਨਾਂ ਦੇ ਵਿੱਚ ਤਰਨ ਜਦੋਂ ਇਹ ਬਣੀ ਸੀਗੀ 21 ਲੱਖ ਰੁਪਈਆ ਉਦੋਂ ਖਰਚਾ ਆਇਆ ਸੀਗਾ। ਲੱਖ ਤਾਂ ਉਦੋਂ ਲਿਖਣਾ ਹੀ ਔਖਾ ਹੁੰਦਾ ਸੀਗਾ ਜਿਹੜੇ ਹਿਸਾਬ ਤੋਂ। ਉਹਦੇ ਵਿੱਚ ਤਕਰੀਬਨ ਦੋਨੋਂ ਪਾਸੇ ਹਾਲ ਬਣੇ ਹੋਏ ਨੇ ਜੀ, ਜਿਹਦੇ ਵਿੱਚ ਤਕਰੀਬਨ 600 ਬੰਦੇ ਦੀ ਕਪੈਸਿਟੀ ਹੈ। ਇਟਸ ਦੈਟ ਬਿਗ ਬਿਲਡਿੰਗ ਬਟ ਇਟਸ ਅ ਮੋਨੂਮੈਂਟ। ਹਾਂਜੀ ਨੈਕਸਟ ਕਾਲਰ। ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਦੁਬਾਰਾ ਜੀ ਹਾਂਜੀ ਸਚਦੇਵਾ ਜੀ। ਹਾਂਜੀ ਤੁਸੀਂ ਗੱਲ ਕਰ ਰਹੇ ਹੋ ਵਿਕਟੋਰੀਆ ਟਰਮੀਨਲ ਬੰਬੇ ਵੀਟੀ ਰੇਲਵੇ ਸਟੇਸ਼ਨ ਜਿਹੜਾ। ਥੈਂਕ ਯੂ ਜੀ, ਸ਼ੁਕਰੀਆ। ਥੈਂਕ ਯੂ, ਸੋ ਨਾਈਸ ਆਫ ਯੂ, ਥੈਂਕ ਯੂ ਜੀ। ਦੇਖੋ ਨਾਓ ਇਟਸ ਗੈਟਿੰਗ ਕਨਫਿਊਜ਼ਨ ਜੀ। ਅਮਰੀਕ ਸੋਹਲ ਜੀ ਕਹਿ ਰਹੇ ਨੇ ਛਤਰਪਤੀ ਸ਼ਿਵਾਜੀ ਸਟੇਸ਼ਨ, ਅਨਿਲ ਨਖਵਾਲ ਜੀ ਕਹਿ ਰਹੇ ਨੇ ਗੇਟਵੇ ਆਫ ਇੰਡੀਆ। ਸਰ ਗੇਟਵੇ ਆਫ ਇੰਡੀਆ, ਇੰਡੀਆ ਗੇਟ ਤੇ ਵਿਕਟੋਰੀਆ ਮੈਮੋਰੀਅਲ, ਮੋਸਟਲੀ ਇਹ ਬੜੇ ਜ਼ਿਆਦਾ ਆਨਸਰ ਆ ਰਹੇ ਨੇ। ਬਿਲਕੁਲ ਜੀ, ਇਹ ਜਿਨ੍ਹਾਂ ਨੇ ਗੇਟਵੇ ਆਫ ਇੰਡੀਆ ਕਿਹਾ ਜੀ ਉਹ ਠੀਕ ਹੈ ਜੀ। ਇੰਡੀਆ ਗੇਟ ਨਹੀਂ ਹੈ ਜੀ, ਇੰਡੀਆ ਗੇਟ ਇਜ਼ ਇਨ ਦਿੱਲੀ। ਇਹ ਮੁੰਬਈ ਦੇ ਵਿੱਚ ਜੀ। ਇਹ ਉਸ ਜਗ੍ਹਾ ਸੀਗੀ ਜੋਰਜ ਦਾ 5th ਉਹਦੇ ਮਾਣ ਦੇ ਵਿੱਚ ਉਦੋਂ ਬਣਾਇਆ ਗਿਆ ਸੀ। ਇਰੈਕਟ ਕਰਨਾ ਸੀ, ਪੂਰਾ ਬਣ ਨਹੀਂ ਸਕਿਆ। ਜਿਹੜੀਆਂ ਅਖੀਰਲੀਆਂ ਫੌਜਾਂ ਬਾਏ ਸੀ ਗਈਆਂ ਸੀਗੀਆਂ ਜਿਹੜੀਆਂ ਅੰਗਰੇਜ਼ਾਂ ਦੀਆਂ ਨੇ, ਉਹ ਇਸ ਜਗ੍ਹਾ ਤੋਂ ਅਖੀਰ ਦੇ ਚਾਪ ਦੇ ਸ਼ਿਪ ਦੇ ਵਿੱਚ ਗਈਆਂ ਸੀਗੀਆਂ। 2008 ਦੇ ਵਿੱਚ ਜਿਹੜਾ ਟੈਰਰਿਸਟ ਅਟੈਕ ਹੋਇਆ ਸੀਗਾ ਤਾਜ ਹੋਟਲ ਦੇ ਵਿੱਚ, ਬਿਲਕੁਲ ਉਹਦੇ ਸਾਹਮਣੇ ਹੈ ਜੀ ਇਹ। ਔਰ ਜਿਹਨੇ ਨਹੀਂ ਦੇਖਿਆ, ਇਟਸ ਅ ਪਲੇਸ ਟੂ ਗੋ, ਵੈਰੀ ਬਿਊਟੀਫੁਲ। ਇਸ ਜਗ੍ਹਾ ਤੋਂ ਫੈਰੀਜ਼ ਚੱਲਦੀਆਂ ਨੇ ਜਿਹੜੀਆਂ ਕਿ ਐਲੀਫੈਂਟਾ ਕੇਵਸ ਨੂੰ ਜਾਂਦੀਆਂ। ਜਿਹੜੇ ਦੇਖੀਆਂ ਉਹਨਾਂ ਨੂੰ ਪਤਾ ਹੋਏਗਾ ਜੀ। ਜਦੋਂ ਐਲੀਫੈਂਟਾ ਕੇਵਸ ਨੂੰ ਤੁਸੀਂ ਜਾਂਦੇ ਹੋ ਤਾਂ ਤੁਹਾਨੂੰ ਸਾਰੀ ਮੁੰਬਈ ਦੀ ਜਿਹੜੀ ਹੈ ਸ਼ੋਰ ਲਾਈਨ ਦਿਸਦੀ ਹੈਗੀ ਆ। ਉਹ ਸਾਰਾ ਬਿਊਟੀਫੁਲ ਮੁੰਬਈ ਦਿਸਦਾ। ਤੁਹਾਨੂੰ ਦੂਰੋਂ ਕੋਈ ਚਲੇ ਜਾਂਦੇ ਹੋ ਤੁਸੀਂ, ਸਾਰਾ ਬੰਬੇ ਉੱਥੋਂ ਦਿਸਦਾ। ਸੋਹਣਾ ਬਸ ਠੀਕ ਹੈ, ਬਿਜ਼ੀ ਸ਼ਹਿਰ ਆ ਜੀ, ਵਧੀਆ ਸ਼ਹਿਰ ਆ, ਜਾਣ ਵਾਲਾ ਸ਼ਹਿਰ ਆ। ਚਾਹੇ ਇੱਕ ਵਾਰੀ ਜਾਓ, ਇਹ ਦੇਖਣ ਵਾਲਾ ਸ਼ਹਿਰ ਹੈਗਾ ਜੀ। ਮੈਂ ਇਹ ਵਾਜ਼ ਗੇਟਵੇ ਆਫ ਇੰਡੀਆ, ਨਾਟ ਇੰਡੀਆ ਗੇਟ। ਕਾਫੀ ਹੈ ਜੀ ਫਿਰ ਜੀ। ਬਿਲਕੁਲ ਜੀ, ਅੱਜ ਦਾ ਬਸ ਇੱਥੇ ਸਮਾਪਤ ਕਰਦੇ ਹਾਂ। ਹਾਂਜੀ ਤੇ ਪਰ ਦਰਸ਼ਕਾਂ ਨੂੰ ਕਹਦੀ ਚੈਨਲ ਚੇਂਜ ਨਾ ਕਰਿਓ। ਸਿਹਤ ਸੰਬੰਧੀ ਕੁਝ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ, ਉਸ ਤੋਂ ਬਾਅਦ ਅਸੀਂ ਹੈਲਥ ਟਿਪਸ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਰਹੇ ਹਾਂ। ਡਾਕਟਰ ਹਰਪ੍ਰੀਤ ਸਿੰਘ ਬਜਾਜ ਸਾਡੇ ਨਾਲ ਜੁੜਨਗੇ। ਸਿਹਤ ਸੰਬੰਧੀ ਕੋਈ ਵੀ ਤੁਹਾਡਾ ਸਵਾਲ ਹੈਗਾ, ਸਾਨੂੰ ਇਸ ਲਾਈਵ ਪ੍ਰੋਗਰਾਮ ਵਿੱਚ ਫਿਰ ਨੈਕਸਟ ਕਾਲ ਕਰ ਸਕਦੇ ਹੋ। ਫਿਲਹਾਲ ਦਿਓ ਇਜਾਜ਼ਤ, ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।